अगंज आदिदेव हैं। आदिदेव हैं, आदिदेव नाम लग्या है। देव जड़ा है ना, अंतरात्मा का नाम देव है। अंतरदेव न जाने अंध, ये आदिदेव है। सब तो पहला देव है अगंज आदिदेव है। पंज पंज जानी आदिदेव है जड़ा, वो अगंज है। गंजन होंदा किसी चीज का तोड़ना, किसी का भरम तोड़ना, हंकार तोड़ना, इनू कोई तोड़ नहीं सकता। देव नू कोई तोड़ नहीं सकता। जी दाल होती है अपने आप स्वैभंग है ना, स्वैभंग ते बिना दाल नहीं होती। अगंज तोड़ नहीं कोई सकता। जोत है अगंज आदि देव है। पंज पंज जानी है। पंज पंज जानी है। ਜਿਹੜੀ ਚੀਜ਼ ਆ ਪੰਜ ਆ ਸੰਸਾਰ ਦੇ ਵਿੱਚ, ਉਹਨੂੰ ਪੰਜਨ ਕਰ ਸਕਦਾ ਹੈ। ਉਹ ਪੰਜ ਹੈ ਆਪ, ਪੰਜਨ ਕਰਨ ਵਾਲਾ ਹੈ ਹੋਰ ਚੀਜ਼ਾਂ ਨੂੰ। ਜੋਤ ਜਿਹੜੀ ਹੈਗੀ ਆ, ਜੋਤ ਜਿਹੜੀ ਹੈਗੀ ਆ, ਮਨ ਜਿਹੜਾ ਹੈ, ਮਨ ਇਹਦਾ ਹੰਕਾਰ ਹੈ, ਔਗਲਾਂ ਨੂੰ ਤੋੜਨ ਵਾਲਾ ਹੈ, ਹੰਕਾਰ ਦਾ ਪ੍ਰਹਾਰ ਕਰਨ ਵਾਲਾ ਹੈ। ਬਾਕੀ ਜਿਹੜੀਆਂ ਚੀਜ਼ਾਂ ਪੰਜ ਨੇ ਇਹ ਤੇ ਬਿਨਾਂ, ਉਹਨਾਂ ਨੂੰ ਸਾਰੀਆਂ ਨੂੰ ਆਪ ਤੋੜਨ ਵਾਲਾ। ਯਾਨੀ ਇਹਨੂੰ ਤੋੜਨ ਵਾਲਾ ਕੋਈ ਨਹੀਂ ਹੈ, ਇਹ ਬਾਕੀ ਚੀਜ਼ਾਂ ਨੂੰ ਤੋੜਨ ਵਾਲਾ। ਜਿਵੇਂ ਆਪਾਂ ਕਹਿੰਦੇ ਹੀਰਾ ਸਭ ਨੂੰ ਕੱਟ ਦਿੰਦਾ ਹੈ, ਹੀਰੇ ਨੂੰ ਕੋਈ ਨਹੀਂ ਕੱਟ ਸਕਦਾ। ਹੀਰੇ ਹੀਰਾ ਵੇਦ, ਉਹ ਹੀਰੇ ਵਾਲੀ ਇੱਕ ਸੈਂਸ ਦੀ ਗੱਲ ਹੈ। ਹੀਰੇ ਨੂੰ ਹੀਰਾ ਹੀ ਕੱਟਦਾ, ਮਨ ਨੂੰ ਵੀ ਇਹੀ ਕੱਟਦਾ ਜਦ ਕੱਟਦਾ ਤਰਾਸ਼ਦਾ। ਮਨ ਦੇ ਜਿਹੜੇ ਉਗੜਨੇ ਆ ਪੰਜ ਨੇ, ਮਨ 'ਚ ਉਗੜਨੇ ਆ ਪੰਜ ਨੇ। ਇਹਨਾਂ ਦਾ ਹੰਕਾਰ ਜਿਹੜਾ ਤੋੜਦਾ ਮਨ ਦਾ, ਇਹ ਇਹੀ ਤੋੜ ਸਕਦਾ ਹੈ। ਅੰਤਰਾਤਮਾ ਹੀ ਤੋੜ ਸਕਦੀ ਹੈ। ਅਗੰਜ ਆਦਿ ਦੇਵ, ਅਗੰਜ ਆਦਿ ਦੇਵ ਹੈ ਜਿਹੜਾ, ਹੋਰ ਕੋਈ ਹੰਕਾਰ ਨਹੀਂ ਤੋੜ ਸਕਦਾ। ਭਰਮ ਨਹੀਂ ਤੋੜ ਸਕਦਾ। ਭਰਮ ਦਾ ਗੜ ਪਰ ਤੋੜਿਆ। ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨੀ ਹੈ। ਅਭੂਤ ਭੂਤ ਹੈ ਸਦਾ, ਭਾਵੇਂ ਅਭੂਤ ਹੈ ਉਹ, ਅਸੀਂ ਕਹਿੰਦੇ ਅਭੂਤ ਉਹਨੂੰ ਕਹਿੰਦੇ ਨੇ ਵਸਤੂ ਦਾ ਕੋਈ ਹੈ। ਭੂਤ ਭੂਤ ਹੈ ਵਸਤੂ, ਅਭੂਤ ਕਹਿੰਦੇ ਆ ਵੀ ਵਸਤੂ ਨਹੀਂ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਤੇਰਾ ਰੂਪ ਹੈ ਨਹੀਂ, ਇੱਕ ਪਾਸੇ ਕਹਿੰਦਾ ਤੇਰਾ ਰੂਪ ਆ ਕੰਮ ਹੈ ਵੀ ਨਹੀਂ। ਤੂੰ ਵਸਤੂ ਵੀ ਹੈ ਕੋਈ, ਪਰ ਅਭੂਤ ਵਸਤੂ ਹੈ ਜਿਹੜੀ ਸਾਡੇ ਗਿਆਨ ਅੰਦਰਾਂ ਤੋਂ ਪਰੇ ਹੈ। ਅਚਰਜ ਕਿਸਮ ਦੀ ਵਸਤੂ, ਅਭੂਤ ਭੂਤ ਹੈ ਸਦਾ। ਹਾਂ, ਇਹਨੇ ਕਰਤਾ ਜੜ ਔਰ ਅਸਥੂਲ ਤੂੰ, ਸੂਖਮ ਵੀ ਤੂੰ ਹੈ, ਮੈਟਰ ਵੀ ਤੂੰ। ਉਹ ਕਿਵੇਂ कहता है? ਭੂਤ ਨੂੰ ਜੜ ਵਸਤੂ कहता ਨੇ, ਟੀਕਾ ਕਰਨਾ ਅਭੂਤ ਟੀਕਾ, ਅਭੂਤ ਨੂੰ कहता ਨਿਰਾਕਾਰ। ਠੀਕ ਆ, ਭੂਤ ਨਿਰਾਕਾਰ ਹੈ ਵਸਤੂ, ਵਸਤੂ ਦਾ ਤੂੰ ਹੈ, ਵਸਤੂ ਤੈਨੂੰ ਕਿਹਾ ਹੈ। ਪਰ ਇਹ ਜਿਹੀ ਵਸਤੂ ਨਹੀਂ ਜਿਹੜੀਆਂ ਸੰਸਾਰ ਦੀਆਂ ਵਸਤੂ ਨੇ। ਸੰਸਾਰ ਦੀਆਂ ਵਸਤੂਆਂ ਕਰਕੇ ਤੈਨੂੰ ਅਭੂਤ ਕਿਹਾ ਹੈ। ਅਭੂਤ ਹੈ ਸਦਾ, ਪਰ ਤੂੰ ਵੀ ਕੋਈ ਵਸਤੂ ਤਾਂ ਨਹੀਂ, ਅਭੂਤ ਹੈ ਰਹਿਣਾ ਤੂੰ ਸਦਾ। ਇਹ ਨਹੀਂ ਹੈਗਾ ਵੀ ਭਾਵ ਦਾ ਪਾਣੀ ਬਣ ਕੇ ਆ ਗਿਆ, ਬਰਫ਼ ਬਣ ਕੇ ਆ ਗਿਆ। ਉਹ ਤੇਰੀ ਜਿਹੜੀ ਸਰੂਪ ਹੈ, ਉਹ ਤੇ ਸਮੇਂ ਦਾ ਜਾਂ ਗਰਮੀ ਸਰਦੀ ਦਾ ਕਿਸੇ ਚੀਜ਼ ਦਾ ਕੋਈ ਅਸਰ ਨਹੀਂ। ਇੱਕੋ ਰਸ ਰਹਿਣਾ। ਅਭੂਤ ਭੂਤ ਹੈ ਸਦਾ, ਹੈ ਸਦਾ, ਅਗੰਜ ਗੰਜ ਮਾਨੀ ਹੈ। ਅਗੰਜ ਗੰਜ ਮਾਨੀਏ। ਅਗੰਜ ਨੇ ਜਿਹੜੇ ਆਪਣੇ ਆਪ ਨੂੰ ਅਗੰਜ ਸਮਝਦੇ ਨੇ, ਬੜੇ ਬੜੇ ਜਿਹੜੇ ਆਪਣੇ ਆਪ ਨੂੰ ਗੁਰੂ ਸਮਝਦੇ ਨੇ,
ਸਾਨੂੰ ਕੋਈ ਜਿੱਤ ਨਹੀਂ ਸਕਦਾ, ਸਾਰਿਆਂ ਦਾ ਨਾਸ਼ ਕਰ ਦਿੰਦਾ। ਬੜੇ ਬੜੇ ਜਿਵੇਂ ਭਰਮ ਗਿਆਨੀ ਹੋਏ, ਯੋਧੇ ਹੋਏ, ਹੰਕਾਰੀ ਹੋਏ, ਸਭ ਦਾ ਭਰਮ ਤੋੜ ਦਿੰਦਾ। ਗੰਜ ਦਾ ਗੰਜ ਕਰ ਦਿੰਦਾ, ਆ ਟੁੱਟਣ ਵਾਲਿਆਂ ਨੂੰ ਦੇ ਭਰਮ ਨੂੰ ਤੋੜ ਦਿੰਦਾ। ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਾਨੂੰ ਕੋਈ ਜਿੱਤੇ ਨਹੀਂ ਸਕਦਾ, ਉਹਨੂੰ ਸਭ ਨੂੰ ਜਿੱਤ ਲੈਂਦਾ। ਬੜੇ ਬੜੇ ਧਰਮ ਨੇ, ਬੜੇ ਬੜੇ ਗਿਆਨਵਾਨ ਹੋਏ ਨੇ, ਗੁਰੂ ਕਹਾਏ ਨੇ। ਜਦ ਸੱਚ ਪ੍ਰਗਟ ਹੋਇਆ शिव जी वर्गिया ਨੂੰ ਫਿਰ ਬਸ ਕਿਸੇ वो पए एक गए एक फिर पए, राम और कृष्ण के अवतार भी अनेक हैं। ये कह के ऐ बनाता जिमें जवाकां दी खेड बनाता है। जवाक जिमें मिट्टी के घर बना लेंदे ने, ढा दिंदे ने। तां इहो जिहे इन्ने हल्के बना दिता जिन्होंने लोग बहुत बंदी बैठे सी, कख नहीं छड्डिया। अगंज गंज मानिया। शिव जी का अहंकार किते थोड़ा है, विष्णु का अहंकार थोड़ा है। सच के सामने कौड़ियां खोटे करके रखते, सच के सामने कुछ नहीं। अदेव देव हैं सदा, अपेव पेव नाथ हैं। अदेव देव हैं सदा। देखो देव भी कहता, अदेव भी कहता। अदेव ना मतलब इतने राक्षस नहीं है। राक्षस नहीं है अदेव। अदेव देव है सदा। जिहड़ा देव है आप नहीं दिंदा किसी नूं कुछ, सिद्धा नहीं दिंदा किसी नूं कुछ, आप अदेव है। सदा ही वह अदेव है, दो दे दूए ते आप नहीं दिंदा। देव अदेव देव है सदा। तो फिर नहीं तो राक्षस रो देवता तो होया जूगा। ये भी कह सकते हैं चित्त और मन हर वक्त हैं तू कट्ठे हैं, पर उदों चित्त जिहड़ा मन है अदेव नहीं होंदा। हर वक्त अदेवता रहिंदा नहीं। मन हर वक्त अदेव नहीं होंदा, जां गुरु हो जाता फिर अदेव नहीं रहिंदा। फिर तो देव होंदा, फिर तो ज्ञान दिंदा लोकां नूं, परोपकारी हो जाता। उन्ना चिर अदेव है जिन्ना चिर उनकी लड़ाई है। जिन्ना चिर मन मुक्का उन्ना चिर अदेव है। मन जिन्ना चिर अपनी मर्जी करता उन्ना चिर अदेव है। अंदरला अदेव है, फिर वो नहीं कोई चीज दिंदा। वो दुआंदा है ते बाहरला दिंदा है। अंतरात्मा सतगुर ते नाम पाया जाए, माने तो सतगुर तो नाम पाना, पर गुरबाणी फिर बोल के तो फिर उन्हें दसनी है ना। जो शरीर नाल जुड़िया है बोलनी तो उसने। अदेव देव है सदा। वो जो देव आदेव जिन्हों कहा सी आदेव है, ये सदा अदेव ही रहिंदा है। प्रगट नहीं ना हैगा है, पर वो तो है नहीं है, तो गुप्त है। आप सिद्धा नहीं दिंदा। इसे करके सानू दाता शरीर लगता है। शरीर दे विच शरीर जिहड़ा देहधारी है दाता लगन लग जाता है। दौड़ वाले का नहीं ना पता, दौड़ वाला देव असली है जिहड़ा अदेव बनया होया। देव दूए नूं बनाता, तू दे दे। लोकां ने उहनूं देव मान लिया। असल में देव है जिहड़ा उही देवता उही है, वो अदेव बनया है, सामने नहीं आउंदा। अपने जुम्मे नहीं लैंदा पुण्य और पाप। ना पुण्य लवे अपने जुम्मे, ना पाप लवे अपने जुम्मे। अदेव देव है सदा, अपेव पेवनाथ हैं। अपेव पेवनाथ है। अपेव होंदा है छुपया होया, जिहदा भेद ना होवे। एक छुपया एक प्रगट है। जिहड़ा प्रगट है ना शक्तिमान, उहदा नाथ है तू। अपेव पेवनाथ है।
ਭੇਵ ਨੇ ਨੱਥ ਪਾਈ ਹੋਈ ਆ ਤੇਰੀ, ਮਨ ਤੇਰੇ ਵਸ ਵਿੱਚ ਹੈ। ਜੇ ਦਿੰਦਾ ਨਾ ਜੀਵ ਕਿਸੇ ਨੂੰ ਕੁਛ, ਤੇਰਾ ਦੁਆ ਹੀ ਦਿੰਦਾ। ਤੇ ਤੂੰ ਨਾ ਤੂੰ ਮਾਲਕ ਤੂੰ, ਇਹ ਤਾਂ ਮਾਰਾ ਇਹਦਾ ਨੌਕਰ ਹੈ। ਜੇ ਦਿੰਦਾ ਵੀ ਹੈ ਕੁਛ, ਤੇਰੇ ਹੁਕਮ ਨਾਲੇ ਦਿੰਦਾ, ਤੇਰੇ ਹੁਕਮ ਦੇ ਵਿੱਚ ਹੀ ਹੈ। ਭੇਵ ਹੁੰਦਾ ਪ੍ਰਗਟ, ਭੇਵ ਹੁੰਦਾ ਗੁਪਤ। ਜਿਹੜਾ ਗੁਪਤ ਦੇਵ ਹੈ ਨਾ, ਅਦੇਵ ਬਣਿਆ ਹੋਇਆ, ਉਹ ਜਿਹੜਾ ਪ੍ਰਗਟ ਹੈ ਉਹਦਾ ਨਾਥ ਹੈ। ਅਭੇਵ ਭੇਵਨਾਥ ਹੈ, ਭੇਵਨਾਥ ਹੈ ਤੂੰ। ਭੇਵ ਜਿਹੜਾ ਹੈਗਾ ਪ੍ਰਗਟ ਹੈ ਨਾ, ਸ਼ਕਤੀ, ਪ੍ਰਗਟ ਸ਼ਕਤੀ ਦਾ ਤੂੰ ਮਾਲਕ ਹੈ। ਪ੍ਰਗਟ ਸ਼ਕਤੀ ਸਰੀਰ ਵਿੱਚ ਕੰਮ ਕਰਦੀ ਹੈ, ਗੁਪਤ ਸ਼ਕਤੀ ਉਹਦੇ ਵਿੱਚ ਸ਼ਕਤੀ ਵਿੱਚ ਕੰਮ ਕਰਦੀ ਹੈ। ਮਨ ਤੇ ਮਨ ਮੈਂ ਆਪ ਹੈ ਨਾ, ਅਸਲ ਚ ਮਨ ਵਿੱਚ ਤੇਰੀ ਉਹ ਸ਼ਕਤੀ ਕੰਮ ਕਰਦੀ ਹੈ। ਦਾਸ ਤੂੰ ਹੀ ਹੈ। ਸਮਸਤ ਸਿੱਧ ਬ੍ਰਿਧੀ ਦਾ ਸਦੀਵ ਸਰਬ ਸਾਥ ਹੈ। ਸਮਸਤ ਸਿੱਧੀ ਬ੍ਰਿਧੀ ਦਾ ਟੋਟਲ ਜਿੰਨਾ ਗਿਆਨ ਹੈ ਸੰਸਾਰ ਦੀ ਬੁੱਧੀ ਹੈ, ਕਿਸੇ ਕਿਸਮ ਦੀ ਵੀ ਬੁੱਧੀ ਹੋਵੇ, ਟੋਟਲ ਜਿੰਨੀ ਸੋਝੀ ਹੈ ਸੰਸਾਰ ਦੀ, ਇਹਦੇ ਚ ਵਾਧਾ ਕਰਨ ਵਾਲਾ। ਸਮਸਤ ਸਿੱਧ ਬ੍ਰਿਧੀ ਦਾ ਵਾਧਾ ਕਰਨ ਵਾਲਾ, ਚਾਹੇ ਪਸ਼ੂ ਦੀ ਹੈ, ਪੰਛੀ ਦੀ ਹੈ, ਬਿਰਖ ਦੀ ਹੈ, ਸਥਾਵਰ ਦੀ, ਕਿਸੇ ਦੀ ਵੀ ਗਿਆਨ ਹੈ, ਚਾਰੇ ਖਾੜੀਆਂ ਚੋਂ ਸਾਰਿਆਂ ਦਾ ਗਿਆਨ ਚ ਵਾਧਾ ਕਰਨ ਵਾਲਾ, ਵਿਰਧ ਦਾ ਵਧਾਉਣ ਵਾਲਾ ਗੁਰੂ ਤਾਂ ਹੀ ਹੈ ਨਾ। ਸਦੀਵ ਸਰਬ ਸਾਥ ਹੈ, ਸਦੀਵ ਸਰਬ ਸਾਥ ਹੈ, ਹਰ ਵਕਤ ਸਾਰਿਆਂ ਦੇ ਨਾਲ ਹੈ। ਇਹ ਚਾਰੇ ਭਗਤੀਆਂ ਇਹਦੀਆਂ ਬਰੀਕੀ ਨਾਲ ਕਹਿਤੀਆਂ। ਆਦ ਵਿੱਚ ਇਹ ਗੱਲ ਇੰਨੀ ਕਲੀਅਰ ਨਹੀਂ ਹੈ ਜਿਹੜੀ ਇੱਥੇ ਹੈ ਕਲੀਅਰ। ਔਰ ਸੌਖੀ ਭਾਸ਼ਾ 'ਚ ਕਹਿਤੀ। ਹੁਣ ਇੱਥੇ ਅਰਥ ਸਮਝੋ ਉਹੀ ਜਿਹਨੂੰ ਆਦ ਦਾ ਪਤਾ ਹੈ, ਤੇ ਅਰਥ ਹੋਰ ਹੋ ਜਾਣਗੇ ਫਿਰ ਇਹਦੇ। ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨਾਂ ਨੂੰ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਹੀਂ ਪਤਾ, ਉਹਨਾਂ ਨੂੰ ਕੀ ਪਤਾ ਲੱਗਣਾ ਇੱਥੇ ਕੀ ਲਿਖਿਆ ਹੈ। ਉਹ ਤਾਂ ਪੰਡਤ ਦੀ ਜਿਹੜੀ ਹੈ ਅਰਥ, ਇਹਨੂੰ ਦੇਖ ਕੇ ਨਾ ਜੀ ਇਹ ਤਾਂ ਗੁਰਮਤਿ ਦੇ ਖਿਲਾਫ ਹੈ, ਉਹਨਾਂ ਨੂੰ ਇਹੀ ਲੱਗੂਗਾ। ਉਹਨਾਂ ਨੂੰ ਗੁਰਮਤਿ ਦਾ ਆਪ ਗਿਆਨ ਨਹੀਂ ਨਾ, ਜਿੰਨਾ ਚਿਰ ਆਪ ਨਹੀਂ ਗਿਆਨ ਹੈ ਉਹਨਾਂ ਚਿਰ ਤੁਸੀਂ ਅਰਥ ਦੇ ਕਿਵੇਂ ਕਰ ਲਓਗੇ। ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ। ਸਦੀਵ ਸਰਬ ਸਾਥ ਹੈ, ਹਮੇਸ਼ਾ ਸਾਰਿਆਂ ਦੇ ਨਾਲ ਹੈ ਤੂੰ, ਸਾਰਿਆਂ ਦੇ ਨਾਲ ਹਮੇਸ਼ਾ। ਸਤਿਗੁਰ ਜਿਹੜਾ ਨਾ ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਉਹੀ ਗੱਲ ਕਹੀ ਹੈ ਇਹਨਾਂ ਨੇ ਸ਼ਬਦਾਂ ਦੇ ਵਿੱਚ, ਸਤਿਗੁਰ ਦੇ ਖਾਲੀ ਕੋਈ ਨਹੀਂ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਅਨਾਥ ਨਾਥ ਨਾਥ ਹੈ, ਆ ਪੰਜ ਪੰਜ ਹੈ ਸਦਾ। ਅਨਾਥ ਨਾਥ 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 ਹੈ, ਤੇਰੇ ਤਾਂ ਨਾਥ ਕਿਸੇ ਨੇ ਨਹੀਂ ਪਾਈ ਹੋਈ, ਤੂੰ ਤਾਂ ਆਪ ਅਨਾਥ ਹੈ। ਅਨਾਥ ਹੈ ਜਾਂ ਕੋਈ ਨਹੀਂ ਹੈ ਜਿਹਦਾ ਕੋਈ ਸਹਾਰਾ ਨਾ ਹੋਵੇ, ਸਭ ਦਾ ਨਾਥ ਪਰਮੇਸ਼ਰ ਹੈ। ਅਸੀਂ ਜਿਹੜਾ ਅਨਾਥ ਕਹਿੰਦੇ ਨਾ, ਅਨਾਥ ਹੈ ਬੱਚਾ, ਅਨਾਥ ਕੋਈ ਨਹੀਂ ਹੈ। ਆਦਮੀ ਦੇ ਮੰਨਣ ਦੀ ਗੱਲ ਹੋਰ ਹੈ, ਜਿਹਨੇ ਪੈਦਾ ਕੀਤਾ ਕੋਈ ਛੱਡਿਆ ਹੁੰਦੀ ਹੈ। ਜੇ ਬੱਚੇ ਨਾਥ ਹੈਗਾ ਉਹਦਾ, ਜੇ ਕੁੰਮੀ ਬਾਹਰ ਆਂਡੇ ਦੇ ਆਉਂਦੀ ਹੈ, ਹੈਗਾ ਨਾਥ ਉਹਦਾ, ਆਪੇ ਪਾਲਣਾ ਕਰਦਾ, ਆਪੇ ਦੱਸਦਾ ਵੀ ਪਾਣੀ ਇੱਧਰ ਇੱਧਰ ਨੂੰ ਜਾਓ, ਤੁਸੀਂ ਖੁਸ਼ਕੀ ਵੱਲ ਨੂੰ ਨਹੀਂ ਜਾਂਦੇ, ਭਜਦੇ ਪਾਣੀ ਵੱਲ ਨੂੰ। ਇਹਨੇ ਪਾਣੀ ਤੱਕ ਕਿੰਨੇ ਪਹੁੰਚਦੇ ਨੇ, ਕਿੰਨੇ ਨਹੀਂ ਪਹੁੰਚਦੇ ਤਾਂ ਗੱਲ ਅਲੱਗ, ਪਰ ਆਉਂਦੇ ਪਾਣੀ ਵੱਲ ਨੂੰ ਭੱਜ ਕੇ। ਨਾਥ ਸਭ ਦਾ ਤੂੰ ਪੈਦਾ ਤੈਂ ਕੀਤੇ ਨੇ। ਜੇ ਤੂੰ ਪੈਦਾ ਕਰਦਾ ਹੈ, ਸਾਰਿਆਂ ਦਾ ਧਿਆਨ ਵੀ ਰੱਖਦਾ ਮਾਲਕਾਂ, ਜਾਂ ਤੂੰ ਨਾਥ ਕਿਉਂ ਨਹੀਂ ਹੈ? ਅਨਾਥ ਕੋਈ ਨਹੀਂ ਸੰਸਾਰ 'ਚ। ਜਿਹੜੇ ਲੋਕ ਅਨਾਥ ਕਹਿੰਦੇ ਨੇ ਉਹ ਮੂਰਖ ਨੇ, ਉਹ ਆਪ ਹੰਕਾਰੀ ਨੇ। ਸਾਖਤਾਂ ਦੀ ਭਾਸ਼ਾ ਦਾ ਲਫ਼ਜ਼ ਹੈ ਅਨਾਥ। ਅਨਾਥ ਆਸ਼ਰਮ ਕੋਲ, ਅਨਾਥ ਆਸ਼ਰਮ ਸਾਰੇ ਸਾਖਤ ਨੇ, ਅਨਾਥ ਸੰਸਾਰ 'ਚ ਕੋਈ ਨਹੀਂ। ਅਨਾਥ ਤਾਂ ਘਟ ਵਿੱਚ ਹੈ, ਘਟ ਨਾਥ। ਅਨਾਥ ਉਹਦਾ ਅੰਦਰ ਹੈ, ਘਟ ਦੇ ਵਿੱਚ ਹੈ, ਉਹ ਨਾਥ ਹੈ, ਆਪ ਅਨਾਥ ਹੈ। ਉਹਦੇ ਨੱਥ ਨਹੀਂ ਹੈ ਕਿਸੇ ਨੇ ਪਾਈ ਹੋਈ।
ਉਹ ਇੰਡੀਪੈਂਡੈਂਟ ਹੈ। ਜਿਹਦੇ ਨੱਥ ਪਾਈ ਹੋਈ ਹੈ ਉਹ ਕਾਬੂ 'ਚ ਹੁਕਮ 'ਚ, ਉਹ ਤਾਂ ਅਨਾਥ ਹੈ। ਅਨਾਥ ਦਾ ਮਤਲਬ ਇਹ ਨਹੀਂ ਹੁੰਦਾ ਬੇਸਹਾਰਾ। ਅਨਾਥ ਦਾ ਮਤਲਬ ਹੁੰਦਾ ਜਿਹਦੇ ਤੇ ਹੁਕਮ ਨਹੀਂ ਚੱਲਦਾ ਕਿਸੇ ਦਾ, ਹਾਕਮ। अनाथ नाथ नाथ हैं अपंज ਨਾਥ ਨਾਥ नाथ हैं ਇਹ ਅਨਾਥ ਤੂੰ ਨਾਥ। ਕਿਹਦਾ ਨਾਥ ਹੈ? ਜਿਹੜੇ ਨਾਥ ਬਣੇ ਫਿਰਦੇ ਨੇ ਆਪ, ਜਿਹੜੇ ਆਪ ਬਣੇ ਫਿਰਦੇ ਨੇ ਨਾਥ। ਕਹਿੰਦੇ ਨੇ ਅਸੀਂ ਨਾਥ ਹਾਂ। ਜੋਗੀ ਨਾਥ ਨਹੀਂ ਸੀ, ਤੂੰ ਇਹਨਾਂ ਦਾ ਨਾਥ ਹੈ। ਇਹ ਨਹੀਂ ਨਾਥ ਹੈਗੇ ਇਹ ਨਾ ਨਾਥ ਨੇ ਨਾ ਅਨਾਥ ਨੇ, ਕੁਛ ਵੀ ਨਹੀਂ ਹਨ ਇਹ ਨਾ ਅਨਾਥ। ਜੇ ਨਾਥ ਨੇ ਤਾਂ ਇਸ ਕਿਸਮ ਦਾ ਨਾਥ ਦਾ ਅਰਥ ਇਹ ਹੈ ਕਿ ਇਹਨਾਂ ਦੇ ਨੱਥ ਪਾਈ ਹੋਈ ਹੈ। ਆਪ ਨਾਥ ਨਾਥੀ ਸਭ ਨਾਥੀ ਸਭ। ਨਾਥ ਦੀ ਡੈਫੀਨੇਸ਼ਨ ਹੈ ਨਾਥ ਉਹਨੂੰ ਕਹਿੰਦੇ ਨੇ ਜਿਹਨੇ ਸਾਰਿਆਂ ਦੇ ਨੱਥ ਪਾਈ ਨੱਥ ਪਾਈ ਹੋਈ। ਜਿਹਨੇ ਸਾਰਿਆਂ ਦੇ ਨੱਥ ਪਾਈ ਉਹੀ ਨਾਥ ਹੈ। ਘੱਟ ਘੱਟ ਨਾਥ ਅਨਾਥ ਅਨਾਥ ਨਾਥ ਘੱਟ ਵਿੱਚ ਹੈ, ਆਪ ਅਨਾਥ ਹੈ। ਉਹਦੇ ਨੱਥੇ ਨਹੀਂ ਪਾਈ ਹੋਈ ਕਿਸੇ ਦੀ। अपंज पंज हैं सदा ਪੰਜ ਪੰਜ ਹੈ ਸਦਾ। ਪੰਜਾਂ ਤੂੰ ਤੈਨੂੰ ਕੋਈ ਤੋੜ ਨਹੀਂ ਸਕਦਾ, ਤੇਰੇ ਤੇ ਕੋਈ ਪ੍ਰਹਾਰ ਨਹੀਂ ਕਰ ਸਕਦਾ, ਤੈਨੂੰ ਕੋਈ ਜ਼ਰਬ ਨਹੀਂ ਪਹੁੰਚਾ ਸਕਦਾ। ਸਦਾ ਹੀ ਪੰਜਾਂ ਤੂੰ। अपंज पंज हैं सदा ਦੂਜਿਆਂ ਨੂੰ ਤੋੜਨ ਵਾਲਾ ਤੂੰ। ਹਰ ਇੱਕ ਦੀ ਘਾੜਤ ਕਰ ਰਿਹਾ ਤੋੜ ਕੇ। ਜਿੰਨੀਆਂ ਵੀ ਮੱਤਾਂ ਨੇ ਨਾ ਉਹਨਾਂ ਨੂੰ ਭੰਨ ਕੇ ਦੁਬਾਰਾ ਕਰ ਰਿਹਾ ਤੂੰ। ਭੰਨੀ ਘੜੀ ਸੁਬਨਵੀ ਟੁੱਟੀ ਨਾਗਰ ਲੱਜ, ਤੇਰੀ ਮੱਤ ਨੂੰ ਕੋਈ ਨਹੀਂ ਤੋੜ ਸਕਦਾ। ਤੇਰੀ ਤਾਂ ਪੂਰੀ ਹੈ ਮੱਤ। ਸਾਰਿਆਂ ਦੀਆਂ ਮੱਤਾਂ ਨੂੰ ਭੰਨ ਕੇ ਤੋੜ ਕੇ ਫਿਰ ਕੱਢ ਦੇ। ਪੰਜ ਕੀ ਹੈ ਜੋ ਅਸੀਂ ਲੈ ਬੈਠੇ ਆ ਮੱਤ, ਜੇ ਉਹਦੇ ਚ ਨੁਕਸਾ ਉਹਨੂੰ ਤੋੜ ਕੇ ਫਿਰ ਦੁਬਾਰਾ ਠੀਕ ਕਰਕੇ ਕੱਢਦਾ ਹੈ। ਜਿੰਨਾ ਚਿਰ ਪੂਰੀ ਨਹੀਂ ਹੋ ਜਾਂਦੀ ਘੜੀ ਜਦ, ਜਿੰਨਾ ਚਿਰ ਖਜ਼ਾਨੇ 'ਚ ਨਹੀਂ ਪੈ ਜਾਂਦੀ ਘੜੀ ਜਦ। ਆ ਪੰਜ ਪੰਜ ਹੈ सदा ਸਦਾ। अगंज गंज गंज हैं सदीव सिद्ध वृद्ध दा अगंज गंज गंज हैं ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬਿਰਧ ਦਾ। ਅਗੰਜ ਹੈ ਤੂੰ, ਆਪ ਅਗੰਜ ਹੈ। ਤੈਨੂੰ ਨਹੀਂ ਕੋਈ ਤੋੜ ਸਕਦਾ, ਤੈਨੂੰ ਨਹੀਂ ਕੋਈ ਕੱਢਦਾ। गंज गंज हैं ਹਾਂ ਜਿਹੜੇ ਦੂਏ ਲੋਕਾਂ ਨੂੰ ਘੜਨ ਵਾਲੇ ਨੇ ਨਾ ਉਹਨਾਂ ਨੂੰ ਕੱਢਦਾ ਸਮਾਂ ਤੂੰ। ਜਿਹੜੇ ਗੁਰੂ ਬਣੇ ਬੈਠੇ ਨੇ, ਜਿਹੜੇ ਆਪ ਘੜਨ ਵਾਲੇ ਨੇ ਨਾ ਮੱਤਾਂ ਲੋਕਾਂ ਦੀਆਂ ਅਧੂਰੇ, ਉਹਨਾਂ ਨੂੰ ਸਮਾਂ ਤੂੰ ਘੜਨ ਵਾਲਾ ਗਾਹਾਂ ਉਹਨਾਂ ਦੇ ਉੱਤੇ। ਗੁਣਵੰਤਿਆ ਗੁਣ ਦੇ, ਜਿਹੜੇ ਗੁਣਵੰਤੇ ਨੇ ਉਹਨਾਂ ਨੂੰ ਹੋਰ ਗੁਣ ਦੇਣ ਵਾਲੇ। सदीव सिद्ध वृद्ध दा ਹਮੇਸ਼ਾ ਹੀ ਉਹਨਾਂ ਦੀ ਜਿਹੜੀ ਸੋਝੀ ਉਹ ਚ ਵ੍ਰਿੱਧੀ ਕਰਦਾ ਰਹਿਣਾ, ਜਿੰਨਾ ਚਿਰ ਕੇ ਪੂਰੇ ਤੇਰੇ ਵਰਗੇ ਹੀ ਨਾ ਹੋ ਜਾਣ, ਜਿੰਨਾ ਚਿਰ ਕੇ ਪਾਸ ਨਾ ਹੋ ਜਾਣ, ਪੂਰੇ ਨਾ ਹੋ ਜਾਣ। ਵਿਰੁੱਧਤਾ ਜਿੰਨਾ ਚਿਰ ਵਿਰੁੱਧੀ ਦੀ ਲੋੜ ਹੈ, ਵਿਰੁੱਧੀ ਦੀ ਵੀ ਕਿਸੇ ਹੱਦ ਤੱਕ ਲੋੜ ਹੈ, ਉਹ ਵੀ ਆ ਜਾਣੀ। अनूप रूप स्वरूप हैं ਦੇਖੋ ਰੂਪ ਹੀ ਹੈ ਤੇਰਾ, अनूप रूप ਰੂਪ ਨਹੀਂ ਹੈ ਅਸਲ ਦੇ ਵਿੱਚ, ਤੇਰਾ ਸਰੂਪ ਹੈ। स्वरूप हैं ਸਵੈਮ ਦਾ ਰੂਪ ਹੈ, ਸਵੈਮ ਦਾ ਰੂਪ। ਸੰਸਾਰ ਵਿੱਚ ਸਵੈਮ ਦਾ ਰੂਪ ਨਹੀਂ ਹੈ ਕਿਸੇ ਦਾ, ਸਰੀਰ ਦਾ ਰੂਪ ਉਹਦੇ ਦਾ। ਸਾਨੂੰ ਜਿਹੜਾ ਦਿੰਦਾ ਰੂਪ ਉਹ ਆਤਮਾ ਦਾ ਰੂਪ ਨਹੀਂ ਦਿੰਦਾ, ਮਾਇਆ ਦਾ ਰੂਪ ਦਿੰਦਾ ਸੰਸਾਰ 'ਚ। ਸਰੂਪ ਨਹੀਂ ਹੈ ਕਿਸੇ ਦਾ, ਰੂਪ ਹੈ। ਜੇ ਰੂਪ ਕਹੀਏ ਤੇਰਾ ਤਾਂ ਸਵੈਮ ਦਾ ਰੂਪ ਹੈ ਤੇਰਾ, ਕਿਉਂਕਿ ਤੇਰਾ ਸਰੀਰ ਨਹੀਂ ਹੈ ਕੋਈ। ਅਨੂਪ ਰੂਪ ਹੈ ਤੇਰਾ, ਕਹੇ ਜਾ ਅਚਰਜ ਰੂਪ ਦੱਸਿਆ ਨਹੀਂ ਜਾ ਸਕਦਾ। ਇਹ ਜਿਹਾ ਸੰਸਾਰ 'ਚ ਕੋਈ ਹੈ ਹੀ ਨਹੀਂ, ਹੋਰ ਕੋਈ ਦੂਸਰਾ ਰੂਪ ਕਿਤੇ ਵੀ ਨਹੀਂ ਹੈ, ਇੱਕੋ ਹੀ ਰੂਪ ਹੈ।
ਨਿਰਾਕਾਰੀ ਦੁਨੀਆ ਵਿੱਚ ਸੱਚਖੰਡ 'ਚ ਵੀ ਇੱਕੋ ਹੀ ਰੂਪ ਹੈ ਸਭ ਦਾ, ਵੱਖਰਾ ਵੱਖਰਾ ਰੂਪ ਹੀ ਨਹੀਂ ਹੈ, ਵੱਖਰਾ ਵੱਖਰਾ ਰੰਗ ਨਹੀਂ, ਰੂਪ ਨਹੀਂ, ਰੇਖ ਨਹੀਂ, ਭੇਖ ਨਹੀਂ, ਕੁਝ ਵੀ ਨਹੀਂ, ਇੱਕੋ ਹੀ ਰੂਪ ਹੈ, ਪਛਾਣ ਨਹੀਂ। ਇੱਕੋ ਬੁੱਧ, ਇੱਕੋ ਗਿਆਨ, ਇੱਕੋ ਸੋਚ, ਇੱਕੋ ਧਿਆਨ, ਇੱਕੋ ਬੁੱਧ, ਇੱਕੋ ਗਿਆਨ। ਅਨੂਪ ਰੂਪ ਸਰੂਪ ਹੈ। ਅਨੂਪ ਰੂਪ ਸਰੂਪ ਹੈ, ਅਨੂਪ ਰੂਪ ਹੈ ਤੇਰਾ, ਤੇਰੇ ਸਵੈਮ ਦਾ ਰੂਪ ਦਾ ਜਿਹੜਾ ਤੇਰਾ ਸਵੈਮ ਦਾ ਰੂਪ ਹੈ, ਅਨੂਪ ਹੈ। ਅਣਛਿਜ ਤੇਜ ਮਾਨੀਐ। ਅਣਛਿਜ ਤੇਜ ਮਾਨੀਐ, ਤੇਰਾ ਤੇਜ ਕਦੇ ਵੀ ਘਟਦਾ ਨਹੀਂ ਹੈ, ਘਟਦਾ ਨਹੀਂ ਹੈ ਤੇਜ, ਛਿਜਦਾ ਨਹੀਂ ਹੈ, ਕਮਜ਼ੋਰ ਹੀ ਨਹੀਂ, ਕਮਜ਼ੋਰ ਨਹੀਂ ਹੁੰਦਾ ਤੇਜ ਤੇਰਾ, ਘਟਦਾ ਨਹੀਂ। ਸਦੀਵ ਸਿੱਧ ਬੁੱਧੀ ਦਾ ਪ੍ਰਤਾਪ ਪੱਤਰ ਜਾਨੀਐ। ਸਦੀਵ ਸਿੱਧ ਬੁੱਧੀ ਦਾ, ਸਿੱਧ ਬੁੱਧ ਦਾ, ਬੁੱਧ ਦੀ ਸੋਝੀ ਹੈ ਸਦੀਵ ਹੈ ਤੂੰ, ਬੁੱਧੀ ਦਾ ਬੁੱਧੀਆਂ ਦੇ ਵਿੱਚ ਪ੍ਰਗਾਸ ਕਰੀ ਜਾਂਦਾ, ਬੁੱਧੀਆਂ ਦੇ ਵਿੱਚ ਵਾਧਾ ਕਰਨ ਵਾਲਾ ਹੈ ਹਮੇਸ਼ਾ, ਸਾਰਿਆਂ ਨੂੰ ਗਿਆਨ ਦੇਣ ਵਾਲਾ ਹਮੇਸ਼ਾ ਹੀ। ਪੱਤਰ ਜਾਨੀਐ, ਪ੍ਰਤਾਪ ਪੱਤਰ ਜਾਨੀਐ। ਬਸ ਇਹੀ ਤੇਰਾ ਪ੍ਰਤਾਪ ਪੱਤਰ ਹੈ, ਇਹੀ ਤੇਰਾ ਕੰਮ ਹੈ। ਤੇਰਾ ਜਿਹੜਾ ਪ੍ਰਤਾਪ ਪੱਤਰ ਹੈ ਨਾ, ਕੀ ਕਰਦਾ ਤੇਰਾ ਪ੍ਰਤਾਪ? ਪ੍ਰਤਾਪ ਇਹੀ ਕਰਦਾ, ਸਾਰਿਆਂ 'ਚ ਅਕਲ ਦੇ ਇੰਜੈਕਸ਼ਨ ਲਾਈ ਜਾਂਦੇ, ਅਕਲ ਦੀਆਂ ਗੋਲੀਆਂ ਦਿੰਦਾ ਸਭ ਨੂੰ ਖਾਣ ਨੂੰ, ਗਿਆਨ ਦੇ ਰਿਹਾ ਸਭ ਨੂੰ, ਅੰਤਰਾਤਮਾ ਦੀ ਆਵਾਜ਼ ਗਿਆਨ ਦੇ ਰਹੀ ਹੈ ਸਭ ਨੂੰ। ਨਾ ਰਾਗ ਰੰਗ ਰੂਪ ਹੈ, ਨਾ ਰੋਗ ਰਾਖ ਰੇਖ ਹੈ। ਨਾ ਰਾਗ ਰੂਪ ਰੰਗ ਹੈ, ਕਿਸੇ ਰਾਗ ਦੇ ਵਿੱਚ ਨਹੀਂ ਹੈ ਤੂੰ, ਰਾਗ ਦੇ ਵਿੱਚੋਂ ਭਾਲਦੇ ਸੀ, ਰਾਗ ਦੇ ਵਿੱਚੋਂ ਕੁਝ ਭਾਲਦੇ ਸੀ ਵੀ ਰਾਗ ਚੋਂ ਕੁਝ ਮਿਲਦਾ ਹੈ। ਰਾਗ ਨੂੰ ਭਗਤੀ ਮੰਨਦੇ ਨੇ, ਜੇ ਭਗਤੀ ਚੋਂ ਕੁਝ ਮਿਲਦਾ ਹੁੰਦਾ, ਜੇ ਰਾਗ ਨੂੰ ਭਗਤੀ ਮੰਨਦੇ ਸੀ, ਰਾਗ ਚੋਂ ਕੁਝ ਪ੍ਰਾਪਤੀ ਦੀ ਗੱਲ ਕਰਦੇ ਸੀ, ਕਹਿੰਦੇ ਰਾਗ ਚੋਂ ਕੁਝ ਵੀ ਪ੍ਰਾਪਤੀ ਨਹੀਂ, ਤੂੰ ਰਾਗ ਜੁੱਦਾ ਹੀ ਨਹੀਂ। ਨਾ ਰਾਗ ਰੰਗ ਰੂਪ ਹੈ। ਰਾਗ ਦੇ ਵੀ ਰੰਗ ਹੁੰਦੇ ਨੇ, ਜਿਹੜੀਆਂ ਰਾਗਣੀਆਂ ਨੇ ਨਾ, ਰੰਗ ਹੈ ਰਾਗ ਦਾ, ਰਾਗ ਦਾ ਰੰਗ ਹੁੰਦਾ ਟਿਊਨ, ਟਿਊਨਾਂ ਵੱਖਰੀਆਂ ਵੱਖਰੀਆਂ ਰਾਗ ਦੇ ਰੰਗ ਨੇ। ਨਾ ਕੋਈ ਰੂਪ ਹੈ, ਨਾ ਰਾਗ ਰੰਗ ਰੂਪ ਹੈ, ਰਾਗ ਦਾ ਵੀ ਰੰਗ ਨਹੀਂ ਕੋਈ ਹੈ, ਰੰਗ ਤਾਂ ਅੱਡ ਹੁੰਦੀ ਹੈ ਰਾਗਾਂ ਦੇ ਵਿੱਚ। ਨਾ ਰੂਪ ਹੈ, ਨਾ ਰੋਗ ਰਾਖ ਰੇਖ ਹੈ। ਨਾ ਰੋਗ ਹੈ, ਰਾਖ ਰੇਖ ਹੈ। ਨਾ ਕੋਈ ਰੋਗ ਹੈ, ਨਾ ਕੋਈ ਔਗਣ ਹੈ, ਨਾ ਤੇਰੀ ਕੋਈ ਐਸੀ ਹੈ। ਨਾ ਰੋਗ ਰਾਖ ਰੇਖ ਹੈ। ਰਾਗ ਰੇਖ ਹੈ, ਨਾ ਰੋਗ ਰਾਗ ਰੇਖ ਹੈ। ਰੇਖ ਕਰਾਖ ਹੈ। ਇਹ ਹੈ ਨਾ ਰੋਗ ਰਾਖ ਰੇਖ ਹੈ। ਅੱਛਾ, ਰੋਗ ਰਾਖ। ਹਾਂ, ਰੋਗ ਦਾ ਵੀ ਕੋਈ ਤੇਰਾ ਸਮਝ ਲਓ, ਰਾਖ ਰਕਸ਼ਾ ਦੀ ਸੈਂਸ ਵਿੱਚ ਆ ਸਕਦਾ, ਰਾਖੀ ਰਾਖ ਰੇਖ ਹੈ। ਤੇਰਾ ਰਾਖ ਦਾ, ਰਾਖੀ ਦਾ, ਰਕਸ਼ਾ ਦਾ ਵੀ ਕੋਈ ਨਿਯਮ ਨਹੀਂ ਹੈ, ਸਮਝ ਨਹੀਂ ਸਕਦਾ ਕੋਈ। ਰਖਵਾਲੀ ਸਬਦੀ ਕਰਦਾ, ਸਮਝ ਨਹੀਂ ਆ ਰਹੀ ਲੋਕਾਂ ਨੂੰ ਕਿ ਮਾਰਦਾ ਕਿਉਂ ਹੈ। ਜਵਾਨੀ 'ਚ ਮਾਰ ਦਿੰਦਾ ਕਿਸੇ ਨੂੰ ਬੁਢੇਪੇ 'ਚ ਮਾਰ ਦਿੰਦਾ ਕਿਸੇ ਨੂੰ, ਕਿਵੇਂ ਕਰਦਾ? ਰਖਵਾਲਾ ਹੀ ਅਸੀਂ ਕਹਿੰਦੇ ਹਾਂ, ਫਿਰ ਵੀ ਕਰਦਾ, ਭਾਵੇਂ ਆਮ ਦੁਨੀਆ ਨੂੰ ਰਖਵਾਲਾ ਲੱਗਦਾ ਨਹੀਂ ਕਰਦਾ। ਇਹ ਵੀ ਤੇਰਾ ਕੋਈ ਖਾਸ ਨਿਯਮ ਨਹੀਂ, ਲੋਕਾਂ ਵਾਸਤੇ ਕੋਈ ਖਾਸ ਨਿਯਮ ਨਹੀਂ, ਸਾਡੇ ਵਾਸਤੇ ਰਾਖੀ ਦੀ ਜਿਹੜੀ ਤੇਰੀ ਹੈ ਨਾ, ਹੈ ਰਖਵਾਲਾ ਸਭ ਦਾ। ਰਾਖੀ ਕਰਦਾ, ਰੋਗਾਂ ਤੋਂ ਰਕਸ਼ਕ ਹੈ, ਔਗਣਾਂ ਤੋਂ ਰਕਸ਼ਕ ਹੈ। ਪਰ ਉਹਦੇ ਵਿੱਚ ਵੀ ਅਸੀਂ ਕੁਝ ਦੱਸ ਨਹੀਂ ਸਕਦੇ, ਰੇਖਾਂਕਿਤ ਨਹੀਂ ਕਰ ਸਕਦੇ ਕੋਈ ਇਸ ਗੱਲ ਨੂੰ। ਰੇਖਾਂਕਿਤ ਕਰਨਾ, ਲਿਖ ਕੇ ਦੱਸ ਦੇਣਾ, ਇਹ ਚਿੱਤਰ ਬਣਾ ਦੇਣਾ, ਫੋਟੋ ਬਣਾ ਲੈਣੀ ਜਾਂ ਲਿਖ ਕੇ ਦੱਸ ਦੇਣਾ। ਰੇਖਾ ਦੋ ਹੀ ਚੀਜ਼ਾਂ ਚਾਹੁੰਦੀ, ਇਹ ਦੱਸਿਆ ਨਹੀਂ ਜਾ ਸਕਦਾ। ਅਦੋਖ ਅਦਾਗ ਅਦਗ ਹੈ। ਅਦੋਖ ਅਦਾਗ ਅਦਗ ਹੈ। ਅਭੂਤ ਅਭਰਮ ਅਭੇਗ ਹੈ।
ਅਦੋਖ ਅਦਾਗ ਅਦਗ ਹੈ। ਅਦਗ ਦਾਗਣਾ ਹੁੰਦਾ ਜਿਵੇਂ ਕੋਈ ਚੀਜ਼ ਦੇ ਵਿੱਚ ਰੋਸ਼ਨੀ ਹੁੰਦੀ ਹੈ ਨਾ, ਆਪਾਂ ਕਿਸੇ ਚੀਜ਼ ਨੂੰ ਗਰਮ ਕਰਦੇ ਹਾਂ, ਗਰਮ ਤਾਰ ਹੋ ਜਾਂਦੀ ਹੈ ਬਿਜਲੀ ਦੀ, ਫਿਰ ਉਹ 'ਚ ਲਾਈਟ ਪੈਦਾ ਹੁੰਦੀ ਹੈ। ਜੋਤ ਤਾਂ ਤੇਰੇ 'ਚ ਹੈ, ਪਰ ਐ ਨਹੀਂ ਵੀ ਗਰਮ ਹੋ ਕੇ ਹੁੰਦੀ ਹੈ। ਲੋਹੇ ਨੂੰ ਗਰਮ ਕਰ ਦਿੰਦੇ ਆ, ਲਾਲ ਹੋ ਜਾਂਦਾ, ਫਿਰ ਚਿੱਟਾ ਹੋ ਜਾਂਦਾ। ਅਦਗ ਦਗਣਾ ਹੁੰਦਾ, ਅੱਗ ਦਗਦੀ ਆਪਾਂ ਕਹਿੰਦੇ ਬਲਦੀ ਹੈ ਨਾ, ਇਹ ਜਿਹੀ ਕੋਈ ਚੀਜ਼ ਨਹੀਂ ਹੈ। ਸੂਰਜ ਵੀ ਦਗ ਦਗ ਕਰਦਾ ਹੈ, ਦਗਦਾ ਚ ਗਰਮੀ ਹੁੰਦੀ ਹੈ। ਤੇਰੀ ਲਾਈਟ ਠੰਡੀ ਹੈ, ਅਦਗ ਅਦਗ ਹੈ। ਜਿਵੇਂ ਚੰਦਰਮੇ ਦੀ ਲਾਈਟ ਹੈ, ਸੂਰਜ ਦੀ ਲਾਈਟ ਗਰਮ ਹੈ। ਸੂਰਜ ਅਦਗ ਨਹੀਂ ਹੈ, ਚੰਦਰਮਾ ਅਦਗ ਹੈ। ਸੂਰਜ ਦੇ ਤਾਂ ਐਟਮ ਟੁੱਟਦੇ ਨੇ, ਦਗਦਾ ਉੱਥੇ ਅੱਗ ਬਹੁਤ ਹੈ ਉਹਦੇ ਨੇੜੇ। ਤਾਂ ਚੰਦਰਮਾ ਨਹੀਂ, ਅੱਗ ਹੈ। ਜਿੱਥੇ ਅੱਗ ਹੋਊ, ਦਗਦ ਹੋਣਾ ਸੜਨ ਨੂੰ ਕਹਿੰਦੇ ਨੇ। ਦਗਦ ਹੋਣਾ ਸੜਨਾ, ਤੇਰੇ 'ਚ ਸੜੇਵਾ ਨਹੀਂ ਹੈ, ਜਲਣ ਨਹੀਂ ਹੈ। ਅਦੋਖ ਅਦਾਗ ਅਦੋਖ ਹੈ, ਦੋਖ ਨਹੀਂ ਹੈ ਕੋਈ। ਜਿਹੜੇ ਬੜੇ ਬੜੇ ਹੰਕਾਰੀ ਨੇ ਆ, ਬੜੇ ਬੜੇ ਰਾਖਸ਼ ਪੈਦਾ ਹੁੰਦੇ ਨੇ, ਉਹ ਤੇਰੀ ਮਰਜ਼ੀ ਨਾਲੇ ਪੈਦਾ ਹੁੰਦੇ ਨੇ। ਐ ਨਹੀਂ ਹੈਗਾ ਤੂੰ ਦੇਖ ਕੇ ਛੱਡਦਾ ਨਾ ਉਹਨਾਂ ਨੂੰ ਕਾਫੀ ਦੇਰ ਵੀ ਮੈਂ ਮਾਰਦਾ ਨਹੀਂ। ਉਹ ਚਾਹੇ ਕਿਹਾ ਹੋਇਆ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਪਰ ਇਹ ਨਾ ਮੰਨ ਲਿਓ ਵੀ ਐ ਨਹੀਂ ਦੁਖੀ, ਵੀ ਉਹਦੇ ਬਸ ਵਿੱਚ ਕੁਝ ਨਹੀਂ ਹੈ। ਕੰਨਿਆਂ ਦੀ ਲੋੜ ਹੈ, ਕੰਨਿਆਂ ਦੇ ਬਹੁਤ ਸਾਰੇ ਕੰਮ ਨੇ, ਪਰ ਕਿਸੇ ਦੇ ਪੈਰ 'ਚ ਲੱਗ ਜਵੇ ਕੰਡਾ, ਪੈਰਾਂ 'ਚ ਲੱਗਣ ਵਾਸਤੇ ਕੰਡੇ ਨਹੀਂ ਬਣਾਏ ਹੋਏ। ਇਹਦਾ ਕਈ ਚੀਜ਼ਾਂ ਨੇ, ਪੱਥਰ ਨੇ, ਪੱਥਰ ਵੀ ਬਣੇ ਹੋਏ ਨੇ, ਪਰ ਠੋਕਰ ਵੀ ਲੱਗ ਜਾਂਦੀ ਹੈ ਪੱਥਰ ਦੀ। ਪੱਥਰ ਤੇ ਡਿੱਗ ਵੀ ਪੈਂਦਾ ਕਿਸੇ ਤੇ, ਐਕਸੀਡੈਂਟਲੀ ਹੁੰਦੇ ਨੇ ਕਈ ਕੰਮ। ਬਿਜਲੀ ਬਣਾਈ ਹੋਈ ਹੈ, ਫਿਰ ਵੀ ਕਈ ਆਦਮੀ ਇਹਦੇ ਨਾਲ ਮਰ ਜਾਂਦੇ ਨੇ, ਐਕਸੀਡੈਂਟਲੀ ਹੁੰਦੇ ਨੇ। ਅਦੋਖ ਅਦਾਗ ਅਦਗ ਹੈ। ਅਦਾਗ ਹੈ, ਦਾਗ ਨਹੀਂ ਹੈ ਤੇਰੇ 'ਚ ਕੋਈ। ਜਿਵੇਂ ਦਾਗ ਹੁੰਦੇ ਨੇ, ਉਹਦੇ 'ਚ ਮਿੰਟਲ ਦੇ ਵੀ ਦਾਗ ਹੁੰਦਾ, ਕਾਲਾ ਕਾਲਾ ਹੁੰਦਾ, ਪਰ ਜਦ ਜਲ ਪੈਂਦਾ ਉਹ ਦਾਗ ਮਿਟ ਜਾਂਦਾ। ਜਦ ਦਗਦਾ ਨਾ ਉਹ ਗੈਸ ਚੱਲਦਾ, ਫਿਰ ਦੇਖਿਆ, ਫਿਰ ਉਹ ਸਾਰਾ ਦਾਗ ਨੂੰ ਕਾਲਾ ਚੱਕੀ ਜਾਂਦਾ। ਨਾ ਤੇਰੇ 'ਚ ਕੋਈ ਦਾਗ ਹੈ, ਹਾਲਾਂਕਿ ਤੂੰ ਦਗਦਾ ਨਹੀਂ, ਫਿਰ ਵੀ ਨਹੀਂ ਦਾਗ ਤੇਰੇ 'ਚ ਕੋਈ। ਅਦੋਖ ਹੈ, ਅਦਾਗ ਹੈ, ਅਦਗ ਹੈ। ਅਪੂਤ ਅਪਰਮ ਅਪੇਖ ਹੈ। ਅਪੂਤ ਹੈ। ਅਪੂਤ ਕੀ ਹੈ? ਕੋਈ ਐਸੀ ਮੈਟਰ ਨਹੀਂ ਹੈ ਤੂੰ। ਪੂਤ ਹੁੰਦੀ ਹੈ ਅਸਲ ਦੇ ਵਿੱਚ ਦੋ ਨੇ ਲਫ਼ਜ਼, ਇੱਕ ਅਪੂਤ ਹੈ, ਇੱਕ ਵਿਭੂਤ ਹੈ। ਇੱਕ ਭੂਤ ਹੈ। ਭੂਤ ਤਾਂ ਮੈਟਰ ਨੂੰ ਕਹਿੰਦੇ ਨੇ, ਵਿਭੂਤ ਭੂਤ ਤੋਂ ਬਲਕਿ ਵਿਭੂਤ ਬਣ ਗਿਆ। ਵਿਭੂਤੀ ਮੈਟਰ ਨੂੰ ਕਹਿੰਦੇ ਨੇ। ਭੂਤ ਉਹਨੂੰ ਕਹਿੰਦੇ ਨੇ ਜੋ ਸੀਗਾ ਹੈ ਨਹੀਂ। ਮਾਇਆ ਦੀ ਗੱਲ ਇਹ ਹੈ, ਅੱਜ ਹੈ ਕੱਲ ਨੂੰ ਨਹੀਂ ਹੈ। ਜੋ ਅੱਜ ਰੂਪ ਹੈ ਤਾਂ ਕੱਲ ਨੂੰ ਨਹੀਂ ਨਾ ਰਹਿਣਾ, ਇਸ ਕਰਕੇ ਇਹਨੂੰ ਭੂਤ ਕਹਿੰਦੇ ਨੇ। ਜਿਹਦਾ ਅੱਜ ਰੂਪ ਹੈ ਕੱਲ ਨੂੰ ਉਹ ਨਹੀਂ ਰਹਿਣਾ ਨਾ, ਪਲ ਪਲ ਮਾਇਆ ਮਰਦੀ ਹੈ ਨਾ, ਇਸ ਕਰਕੇ ਇਹਨੂੰ ਭੂਤ ਕਹਿੰਦੇ ਨੇ। ਜਿਹੜਾ ਹੁਣ ਰੂਪ ਹੈ ਰਹਿਣਾ, ਥੋੜਾ ਜਿਹਾ ਨੂੰ ਨਹੀਂ ਰਹਿਣਾ। ਵਿਭੂਤੀ ਕਹਿੰਦੇ ਨੇ ਮਾਇਆ ਨੂੰ, ਅਭੂਤ ਕਹਿੰਦੇ ਨੇ ਮਾਇਆ ਨਹੀਂ ਹੈ। ਮਾਇਆ ਤੋਂ ਵੀ ਪਰੇ, ਅਪਰਮ ਅਪੇਖ ਹੈ। ਮਾਇਆ ਤੋਂ ਪਰੇ ਹੈ, ਇੰਨਾ ਸੂਖਮ ਹੈ। ਮਾਇਆ ਵੀ ਸੂਖਮ। ਦੇਖੋ ਮਾਇਆ 'ਚ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਭੂਤ ਕਹਿ ਸਕਦੇ ਹਾਂ। ਇਹ ਟਾਈਮ ਹੁਣ ਭੂਤ ਹੈ ਸਾਡੇ ਵਾਸਤੇ, ਅੱਖ ਨੂੰ ਨਹੀਂ ਦਿਖਦਾ। ਆਹ ਹੁਣ ਮੋਬਾਈਲ ਦੀ ਉਹ ਆਉਂਦੀ ਹੈ ਵੇਵ, ਉਹ ਦਿਖਦੀ ਨਹੀਂ ਹੈ। ਉਹ ਭੂਤ ਕਹਿ ਸਕਦੇ ਨੇ ਆਮ ਆਦਮੀ ਨੂੰ, ਜੋ ਭੂਤਾਂ ਦੀ ਸ਼ਕਤੀ ਹੈ ਨਾ, ਉਹੀ ਸ਼ਕਤੀ ਹੈ ਜਿਹੜੀ ਸਾਡੀ ਪਹੁੰਚ ਤੇ ਪਰੇ ਹੈ, ਸਾਡੇ ਗਿਆਨ ਦੇ ਤੇ ਪਰੇ ਹੈ। ਅਭੂਤ ਨਹੀਂ ਹੈ ਉਹ, ਪਰ
ਕੰਟਰੋਲ 'ਚ ਆਦਮੀ ਦੇ ਕੰਟਰੋਲ 'ਚ ਰਹੋ। ਬਸ ਫਿਰ ਉਹ ਭੂਤ ਆਦਮੀ ਦੇ ਕੰਟਰੋਲ ਤੇ ਪਰੇ ਹੈ ਤਾਂ ਸੂਖਮ ਉਹ ਵੀ ਸ਼ਕਤੀ ਹੈ। ਦੇਖੋ ਨਾ ਸੰਸਾਰ ਨੂੰ ਜਿਹੜੀ ਸ਼ਕਤੀ ਥੰਮੀ ਖੜੀ ਹੈ ਮਾਇਆ ਨੂੰ, ਇਹਨੂੰ ਥੰਮੀ ਖੜੀ ਹੈ ਨਾ, ਧਰਤੀ ਨੂੰ ਚਲਾਉਂਦੀ ਵੀ ਹੈ। ਉਹ ਵੀ ਇਹੋ ਜਿਹੀ ਧਰਤੀ ਹੈ, ਇਹੋ ਜਿਹੀ ਸ਼ਕਤੀ ਸਮਝੋ ਜਿਵੇਂ ਰਿਮੋਟ ਕੰਟਰੋਲ ਤੇ ਇਹ ਉੱਤੇ ਜਾ ਕੇ ਰਾਕਟਾਂ ਨੂੰ ਕੰਟਰੋਲ ਨਹੀਂ ਕਰਦੇ ਰਿਮੋਟ ਨਾਲ, ਇਵੇਂ ਪਰਮੇਸ਼ਰ ਕੰਟਰੋਲ ਕਰਦਾ ਨਾ। ਪਰ ਉਹ ਸਾਡੇ ਵਾਲੀ ਤਾਂ ਖਰਾਬੀ ਪੈਦਾ ਹੋ ਜਾਂਦੀ, ਉਹ 'ਚ ਖਰਾਬੀ ਨਹੀਂ ਪੈਦਾ ਹੁੰਦੀ। ਸਾਡੇ ਵਾਲੀ ਰਿਮੋਟ ਨਾਲ ਚੱਲਦੀ, ਉਹ ਰਿਮੋਟ ਨਾਲ ਵੀ ਨਹੀਂ ਚੱਲਦੀ, ਉਹਦੀ ਇੱਛਾ ਨਾਲ ਚੱਲਦੀ ਹੈ। ਸਾਡੇ ਰਿਮੋਟ ਵੀ ਖਰਾਬ ਹੋ ਸਕਦਾ, ਉਹ ਖਰਾਬ ਨਹੀਂ ਹੁੰਦੀ, ਕੰਟਰੋਲ ਛੱਡ ਜਾਂਦੀ ਹੈ। ਹਾਂ ਉਹਦੇ ਨਾਲ ਕਹਾ ਸਾਡੀਆਂ ਵੀ ਕੁਝ ਐਸੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਆਦਮੀ ਦੀਆਂ, ਜਿਹੜੀਆਂ ਆਮ ਅਨਪੜ੍ਹ ਆਦਮੀ ਦੀ ਪਹੁੰਚ ਤੋਂ ਬਾਹਰ ਨੇ, ਜਾਨਵਰਾਂ ਦੀ ਪਹੁੰਚ ਤੋਂ। ਜਾਨਵਰ ਤਾਂ ਇਹ ਸਮਝਣਗੇ, ਜੇ ਕੋਈ ਜਾਨਵਰ ਹੈ, ਬਾਂਦਰ ਹੈ, ਇੱਥੇ ਰਿਮੋਟ ਕੰਟਰੋਲ ਸਾਡੇ ਕੋਲ ਕਾਰ ਹੈ, ਬਾਂਦਰ ਤਾਂ ਹੈਰਾਨ ਹੋ ਵੀ ਕਿਉਂ ਚੱਲ ਪੈਂਦੀ ਹੈ, ਕਿਉਂ ਬੰਦ ਹੋ ਜਾਂਦੀ ਹੈ, ਕਿਉਂਕਿ ਬਾਂਦਰ ਵੀ ਸਮਝ ਰੱਖਦਾ ਨਾ ਕਾਫੀ। ਪਰ ਆਦਮੀ ਨੂੰ ਪਤਾ ਕਿਉਂ ਚੱਲਦੀ ਹੈ, ਕਿਉਂ ਨਹੀਂ ਚੱਲਦੀ। ਜਾਨਵਰ ਹੈਰਾਨ ਹੋਣਗੇ ਵੀ ਇਹ ਕੀ ਹੈ, ਕਿਉਂ ਹੁੰਦਾ ਏਦਾਂ। ਇਵੇਂ ਅਸੀਂ ਆਦਮੀ ਹੁੰਦੇ ਹੋਏ ਬਹੁਤ ਕੁਝ ਇਹੋ ਜਿਹਾ ਕਰ ਲਿਆ ਜਿਹੜਾ ਜਾਨਵਰ ਜੀ ਤੋਂ ਹੈਰਾਨ ਹੁੰਦੇ ਨੇ। ਉਹਨਾਂ ਦਾ ਗਿਆਨ ਥੋੜਾ, ਸਾਡੇ ਨੂੰ ਥੋੜਾ ਲੱਗਿਆ। ਆਦਮੀ ਵੀ ਹੈਰਾਨ ਹੁੰਦੇ ਨੇ ਕਈ ਜਿਹਨਾਂ ਦਾ ਗਿਆਨ ਘੱਟ ਹੈ। ਟੈਲੀਵਿਜ਼ਨ ਦੇਖ ਕੇ ਪਹਿਲਾਂ ਥੋੜੇ ਹੈਰਾਨ ਹੁੰਦੇ ਸੀ, ਰੇਡੀਓ ਨੂੰ ਦੇਖ ਕੇ ਥੋੜੇ ਹੈਰਾਨ ਹੁੰਦੇ ਸੀ, ਟੈਲੀਫੋਨ ਨੂੰ ਦੇਖ ਕੇ ਕਹਿੰਦੇ ਥੋੜੇ ਹੈਰਾਨ ਹੁੰਦੇ ਸੀ। ਹੌਲੀ ਹੌਲੀ ਆਦਮੀ ਦਾ ਗਿਆਨ ਵਧੀ ਜਾਂਦਾ। ਜਿਹੜੇ ਨੇੜੇ ਨੇ ਉਹ ਘੱਟ ਹੈਰਾਨ ਹੁੰਦੇ ਨੇ, ਜਿਹੜੇ ਪਿੱਛੇ ਨੇ ਜ਼ਿਆਦਾ ਹੈਰਾਨ ਹੋ ਜਾਂਦੇ। ਕੰਪਿਊਟਰ ਹੈ, ਦੇਖੋ ਕੰਪਿਊਟਰ 'ਚ ਬਿਮਾਰੀਆਂ ਵੀ ਆਉਂਦੀਆਂ ਨੇ, ਇਹਨੂੰ ਦੇਖ ਕੇ ਵੀ ਹੈਰਾਨੀ ਵਾਲੀ ਗੱਲ ਹੈ। ਫਿਰ ਵੀ ਇਹ ਸੂਖਮ ਸ਼ਕਤੀਆਂ ਨੂੰ ਵੀ ਗਾਹ, ਇਹ ਅਭੂਤ ਨਹੀਂ ਹਨ। ਇਹ ਸਭ ਕੁਝ ਅਭੂਤ ਨਹੀਂ ਹੈ। ਮਨੁੱਖੀ ਬੁੱਧੀ ਦੇ ਅੰਦਰ ਕੁਝ ਵੀ ਅਭੂਤ ਨਹੀਂ ਹੈ। ਮਨੁੱਖੀ ਮਨ ਅਭੂਤ ਹੈ। ਮਨੁੱਖੀ ਮਨ ਜੋ ਸਮਝਦਾਰ ਕਰਦਾ ਉਹ ਅਭੂਤ ਨਹੀਂ ਹੈ। ਆਪ ਤਾਂ ਅਭੂਤ ਹੈ, ਪਰ ਮਨ ਦੇ ਜੋ ਬਸ ਵਿੱਚ ਉਹ ਅਭੂਤ ਕੁਛ ਨਹੀਂ ਹੈ, ਉਹ ਭੂਤ ਹੈ। ਆਤਮਾ ਅਭੂਤ ਹੈ। ਆਤਮਾ ਤੇ ਕੰਟਰੋਲ ਕਰਨਾ ਜਿਹੜਾ ਹੈ ਨਾ, ਉਹ ਅਭੂਤ ਸ਼ਕਤੀ ਉਹ ਕਰ ਸਕਦੀ ਹੈ। ਅਭੂਤ ਅਪਰਮ ਅਪੇਖ ਹੈ, ਜਿਹੜੀ ਨੱਥ ਹੈ, ਨਾਥ ਹੈ, ਨੱਥ, ਉਹ ਅਭੂਤ ਸ਼ਕਤੀ ਹੈ। ਨੱਥ ਇਹ ਵੀ ਹੈ ਕਿਸਮ ਦੀ ਰਿਮੋਟ ਕੰਟਰੋਲ ਹੈ, ਜਿਹੜਾ ਨੱਥ ਹੈ, ਟੈਲੀਵਿਜ਼ਨ ਚਲਾ ਦਿੰਦੇ ਆ, ਪਰ ਉਹ ਗੱਲ ਨਹੀਂ ਹੈ। ਚੇਤਨ ਜੜ ਨੂੰ ਬਚ ਕਰਨਾ ਹੋਰ ਗੱਲ ਹੈ, ਚੇਤਨ ਨੂੰ ਬਚ ਕਰਨਾ ਹੋਰ ਗੱਲ ਹੈ। ਅਪਰਮ ਹੈ, ਅਪਰਮ ਅਪੇਖ ਹੈ। ਵਿਭੂਤ ਔਰ ਅਭੂਤ ਦੋ ਲਫ਼ਜ਼ ਨੇ, ਦੋਹਾਂ ਦਾ ਹੀ ਨੈਗੇਟਿਵ ਹੈ। ਵਿਭੂਤ ਤਾਂ ਮਾਇਆ ਵਾਸਤੇ ਹੁੰਦਾ, ਅਭੂਤ ਨਹੀਂ ਮਾਇਆ ਵਾਸਤੇ ਆ ਸਕਦਾ। ਅਭੂਤ ਚੇਤਨ ਵਾਸਤੇ ਹੁੰਦਾ। वस्तु है, वस्तु है, पर माया वाली वस्तु नहीं कोई। एक बस अगो चल रही है, अंधेरे दीपक चाहिए, वस्तु तो क्या है। थाल में जितनी वस्तु पई हो, सत संतों को विचारो, वस्तु तो है। नाम पर पदार्थ पाए के कबीरा गांठ ना खोल, गाठी जी कोई वस्तु बनी हुई है ਤਾਂ ਹੀ ਨਹੀਂ ਖੋਲਣੀ। ਉਹ ਕੀ ਹੈ? ਉਹ ਗਿਆਨ ਹੈ। ਗਿਆਨ ਦੀ ਵਸਤੂ ਹੈ, ਦਿਖਾਉਣ ਨੂੰ ਕੁਝ ਨਹੀਂ ਹੈ, ਪੱਲੇ ਬੰਨੀ ਹੋਈ ਹੈ, ਬੋਝ ਹੈ ਨਹੀਂ। ਇੱਥੇ ਤਾਂ ਮੈਟਰ ਦਾ ਬੋਝ ਹੋਊਗਾ, ਇਹ ਜੀ ਜੋ ਪੈਦਾ ਹੋਊਗੀ ਉਹ ਸ਼ਕਤੀ ਉਹਦਾ ਬੋਝ ਹੋਊਗਾ, ਰਿਮੋਟ ਦਾ ਬੋਝ ਨਹੀਂ ਹੈ। ਰਿਮੋਟ ਸੈੱਲ ਖਰਾਬ ਹੋ ਗਿਆ, ਚੱਲਣ ਤੇ ਹਟ ਜਾਂਦਾ, ਸੈੱਲ ਮੁੱਕ ਕੇ ਚੱਲਣ ਤੇ ਹਟ ਜਾਂਦਾ। ਸੈੱਲ 'ਚ ਸ਼ਕਤੀ ਤਾਂ ਸੈੱਲ ਦੀ ਹੋਈ ਨਾ, ਫਿਰ ਸੈੱਲ 'ਚ ਵਜਨ ਹੈ, ਉੱਥੇ ਨਿਰਭਰ ਹੈ ਸਭ ਕੁਛ। ਇੱਥੇ ਮੈਟਰ 'ਚੋਂ ਹੀ ਆਉਂਦੀ ਹੈ ਸ਼ਕਤੀ ਨਿਕਲ ਕੇ,
ਮੈਟਰ ਦੇ ਕੰਮ ਕਰਦੀ ਹੈ ਸ਼ਕਤੀ ਦਾ, ਮੈਟਰ ਤੇ ਕੰਟਰੋਲ ਕਰਦੀ ਹੈ ਉਹ ਸ਼ਕਤੀ। ਇਹ ਅਭੂਤ ਹੈ। ਅਭੂਤ ਉਹ ਅਭੂਤ ਨਹੀਂ ਹੈ, ਮੈਟਰ ਦੇ ਵਿੱਚ ਹੈ। ਅਪਰਮ ਅਪੇਖ ਹੈ। ਅਪਰਮ ਪਰਮ ਨਹੀਂ ਹੈ ਤੇਰੇ 'ਚ, ਅਭੇਖ ਹੈ। ਭੇਖ ਵੀ ਨਹੀਂ ਕੋਈ। ਜਿੱਥੇ ਅਪਰਮਾ ਭੇਖ ਹੈ ਜਿਹੜਾ ਗਿਆਨ, ਉਸ ਗਿਆਨ ਦੀ ਗੱਲ ਚੱਲਦੀ ਹੈ। ਜਿਹੜੀ ਚੇਤਨਾ ਅਪਰਮਾ ਭੇਖ ਹੈ, ਉਸ ਚੇਤਨਾ ਦੀ ਗੱਲ ਚੱਲਦੀ ਹੈ। ਉਹ ਇੱਕ ਹੈ, ਫਿਰ ਉਹ ਇੱਕ ਹੈ। ਭਰਮ ਤੋਂ ਰਹਿਤ ਹੈ ਜਦ, ਫਿਰ ਇੱਕ ਹੈ। ਇਹਦਾ ਮਤਲਬ ਸਾਰਾ ਸਾਲਟੇ ਹੋਇਆ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ ਸੂਈ ਸਾਰੀ। ਹੋਈ ਉੱਥੇ ਜਿਹੜਾ ਕੁਛ ਕਿਹਾ ਹੋਇਆ ਕਿਉਂ ਕਰ ਸਤਨਾਮ, ਉਹੀ ਕੁਛ ਇਹ ਕਹਿਤਾ ਸਾਰਾ। ਇਸ ਤਰੀਕੇ ਨਾਲ ਹੈ। ਨਾ ਤਾਤ ਮਾਤ ਜਾਤ ਹੈ, ਨਾ ਤਾਤ ਮਾਤ ਜਾਤ ਹੈ, ਨਾ ਪਾਤ ਚਿਹਨ ਵਰਨ ਹੈ। ਨਾ ਪਾਤ ਚਿਹਨ ਵਰਨ, ਨਾ ਤਾਤ ਹੈ, ਬਾਪ ਹੈ ਨਾ ਮਾਂ ਹੈ, ਨਾ ਕੋਈ ਸਰੀਰ ਹੈ ਨਾ ਚਿਹਨ ਪਾਤ ਵਰਨ ਹੈ, ਚਿਹਨ ਵਰਨ ਹੈ। ਨਾ ਕੋਈ ਉਹਨੂੰ ਮੈਲਾ ਹੋਣ ਦੀ ਖਤਰਾ ਹੈ, ਪਤਤ ਹੋਣ ਦਾ ਖਤਰਾ ਹੈ ਕੋਈ। ਅਦੇਖ ਅਸੇਖ ਅਪੇਖ ਹੈ। ਅਦੇਖ ਹੈ, ਤੈਨੂੰ ਕੋਈ ਦੇਖ ਨਹੀਂ ਸਕਦਾ। ਅਦ੍ਰਿਸ਼ ਹੈ, ਅਦ੍ਰਿਸ਼। ਅਸ਼ੇਖ ਅਪੇਖ ਹੈ। ਅਸ਼ੇਖ ਹੈ। ਅਸ਼ੇਖ ਹੁੰਦਾ ਬਜ਼ੁਰਗ, ਸ਼ੇਖ ਬਜ਼ੁਰਗ ਨੂੰ ਕਹਿੰਦੇ ਨੇ। ਇਹ ਬਣਾ ਸਮਝ ਲਓ ਵੀ ਤੂੰ ਬਹੁਤਾ ਬੜਾ ਹੈ, ਸਭ ਤੋਂ ਪਹਿਲਾਂ ਤਾਂ ਤੂੰ ਬੁੜਾ ਹੈ, ਕੋਈ ਚਿੱਟੀ ਦਾੜੀ ਹੋਊ, ਜਿਵੇਂ ਕਹਾਣੀਆਂ ਬਣਾਈਆਂ ਹੋਈਆਂ ਨੇ, ਅੱਖਾਂ ਦੇ ਪੱਫੜਾਂ ਦੇ ਵਾਲ ਬਹੁਤ ਲੰਬੇ ਲੰਬੇ ਹੋਣਗੇ, ਇਹ ਜਿਹਾ ਨਹੀਂ ਹੈ। ਅਸੇਖ ਆਹੋ, ਬਜ਼ੁਰਗ ਨਹੀਂ ਹੈਗਾ ਵੀ ਸਾਰਿਆਂ ਨੂੰ ਬੜੀ ਉਮਰ ਦਾ ਜੀ, ਉਹ ਤਾਂ ਸਿਆਣਾ ਹੈ ਕੋਈ। ਸਰੀਰ ਨਹੀਂ ਯਾਦ ਹੈਗਾ, ਅਪੇਖ ਹੈ। ਸਰੀਰ ਨਹੀਂ ਕਹਾਂ ਕਹਿਦਾ ਦਿੱਤਾ ਵੀ ਦੇਹ ਹੈ ਹੀ ਨਹੀਂ, ਭੇਖ ਨਹੀਂ ਕੋਈ। ਸਦੀਵ ਵਿਸ਼ਵ ਭਰਨ ਹੈ। ਸਦੀਵ ਵਿਸ਼ਵ ਭਰਨ, ਹਮੇਸ਼ਾ ਹੀ ਵਿਸ਼ਵ ਨੂੰ ਦੀ ਉਤਪਤੀ ਕਰਦਾ ਰਹਿਣਾ, ਵਿਸ਼ਵ ਨੂੰ ਪੈਦਾ ਕਰਦਾ ਰਹਿਣਾ, ਵਿਸ਼ਵ ਦਾ ਪੈਦਾ ਕਰਦਾ ਰਹਿਣਾ ਤੇ ਵਿਸ਼ਵ ਦਾ ਭਰਨ ਪੋਸ਼ਣ ਕਰਦਾ ਰਹਿਣਾ। ਭਰਨ ਦੇ ਦੋਏ ਆਉਂਦੇ ਨੇ, ਭਰਨ ਨਾਲ ਪੋਸ਼ਣ ਹੁੰਦਾ ਹੁੰਦਾ ਨਾਲ। ਭਰਨ ਦਾ ਹੁੰਦਾ ਪੈਦਾ ਕਰਨਾ, ਵੀ ਭਰਨਾ ਹੀ ਹੈ। ਜੇ ਪੈਦਾ ਨਾ ਕਰੇ ਜਾਵੇ ਖਾਲੀ ਹੋ ਜੂ ਸੰਸਾਰ। ਸੰਸਾਰ ਤਾਂ ਖਾਲੀ ਹੋ ਜੂਗਾ। ਭਰਦਾ ਵੀ ਰਹਿਣਾ ਤੇ ਉਹਨਾਂ ਦਾ ਪੇਟ ਵੀ ਭਰਦਾ ਰਹਿਣਾ, ਪੈਦਾ ਵੀ ਕਰਦਾ ਰਹਿਣਾ, ਉਹਨਾਂ ਦਾ ਪੇਟ ਵੀ ਭਰਦਾ ਰਹਿਣਾ। ਭਰਨ ਦੋ ਹੀ ਸੰਸ ਵਿੱਚ ਆਊਗਾ। ਪਰ ਜੇ ਹੁਣ ਸੰਸਾਰ 'ਚ ਹੋਰ ਕੋਈ ਪੈਦਾ ਨਾ ਹੋਵੇ ਤੇ ਤਾਂ ਸਾਰੇ ਖਤਮ ਹੋ ਜਾਣਗੇ ਫਿਰ ਜੀ। ਵਿਸ਼ਵੰਬਰ ਵਿਸ਼ਵਨਾਥ ਹੈ। ਵਿਸ਼ੰਬਰ ਵਿਸ਼ਵਨਾਥ, ਵਿਸ਼ੰਬਰ ਹੈ, ਵਿਸ਼ਵ ਨੂੰ ਭਰਨ ਵਾਲਾ ਹੈ। ਵਿਸ਼ੰਬਰ ਹੁੰਦਾ ਵਿਸ਼ਵ ਦੀ ਰਚਨਾ ਕਰਨ ਵਾਲਾ। ਵਿਸ਼ਵਨਾਥ ਹੈ। ਵਿਸ਼ਵਨਾਥ ਵੀ ਹੈ, ਮਾਲਕ ਵੀ ਤੂੰ ਹੀ ਹੈ। ਇਹ ਨਹੀਂ ਹੈ ਵੀ ਕਿਸੇ ਦਾ ਖੇਤ ਹੈ ਬੀਜਿਆ ਤੂੰ ਵੱਢ ਲੈਣਾ ਉਹਨੇ, ਵੀ ਪਲਾਟ ਕਿਸੇ ਦਾ, ਮਕਾਨ ਤੇਰਾ ਤਾਂ ਬਸ ਦਿਹਾੜੀਦਾਰ ਹੈ ਤੂੰ, ਤਾਂ ਕੋਠੀ ਤਾਂ ਬਣਾ ਦੇਣੀ, ਰਹੂ ਤਾਂ ਆ ਕੇ ਮਾਲਕ। ਇਹੋ ਜਿਹੀ ਗੱਲ ਨਹੀਂ ਹੈ, ਤੂੰ ਹੀ ਬਣਾ ਰਿਹਾ ਜਿਹੜੇ ਸੰਸਾਰ ਨੂੰ, ਮਾਲਕ ਵੀ ਤੂੰ ਹੀ ਹੈ ਉਹਦਾ, ਕੋਈ ਹੋਰ ਨਹੀਂ ਮਾਲਕ ਹੈ। ਜਿੰਨੀ ਰਚਨਾ ਤੂੰ ਰਚੀ ਹੈ ਬਣਾਈ ਹੈ, ਇਹਦਾ ਮਾਲਕ ਵੀ ਆਪ ਹੈ। ਵਿਸ਼ੇਖ ਵਿਸ਼ਵ ਭਰਨ ਹੈ। ਵਿਸ਼ੇਸ਼ ਤੌਰ ਤੇ ਕੀ ਕਰਨਾ, ਵਿਸ਼ੇਸ਼ ਕੰਮ ਕੀ ਹੈ? ਵਿਸ਼ਵ ਭਰਨ ਹੈ। ਬਸ ਵਿਸ਼ੇਸ਼ ਕੰਮ ਤੇਰਾ ਇਹਨਾਂ ਦਾ ਢਿੱਡ ਭਰਨ ਦਾ ਖਿਆਲ ਹੈ। ਬਾਕੀ ਪੈਦਾ ਬੂਦਾ ਤਾਂ ਹੋਈ ਜਾਂਦੇ ਨੇ, ਡਿਊਟੀਆਂ ਲਾਈਆਂ ਹੋਈਆਂ ਨੇ ਤੇਰੀਆਂ, ਬੰਦੇ ਤੇਰੀ ਰਜਾ ਨਾਲ। ਆ ਜਿਹੜਾ ਥਾਂ ਤੋਂ ਰਾਸ਼ਨ ਪਹੁੰਚਾਉਣ ਦਾ ਕੰਮ ਹੈ ਨਾ, ਇੱਥੇ ਜ਼ਿਆਦਾ ਧਿਆਨ ਦੇਣਾ ਪੈਂਦਾ ਇਹਨੂੰ। ਕਿਸੇ ਖੂੰਜੇ 'ਚ ਕੋਈ ਭੁੱਖਾ ਨਾ ਰਹਿ ਜਾਵੇ, ਕੋਈ ਪਿਆਸਾ ਨਾ ਰਹਿ ਜਾਵੇ। ਵਿਸ਼ਵ ਭਰਨ ਹੈ। ਹਾਂ, ਵਿਸ਼ਵ ਦਾ ਪੇਟ ਭਰਨ ਵਾਸਤੇ ਜ਼ਮੀਨ ਜਮਾਨ ਪਾਣੀ ਚਾਹੀਦਾ, ਵੀ ਚਾਹੀਦਾ, ਕਿੱਥੇ ਕੀ ਚਾਹੀਦਾ, ਕਿੱਥੇ ਕੀ ਚਾਹੀਦਾ, ਸਾਰਿਆਂ ਦਾ ਖਿਆਲ ਰੱਖਣਾ। ਕੋਈ ਤਾਂ ਪਿਆਸ ਤਾਂ ਘੰਟੇ ਹੀ ਲੱਗਿਆ ਹੁੰਦੀ, ਘੰਟਾ ਵੀ ਨਹੀਂ ਕੱਢਦੀ ਗਰਮੀ ਦੇ ਮਹੀਨੇ। ਭੁੱਖ ਪਿਆਸ ਤਾਂ ਮਿੰਟ ਮਿੰਟ ਦਾ ਕੰਮ ਹੈ, ਫਿਰ ਸਾਰੀ ਸ੍ਰਿਸ਼ਟੀ ਹੈ। ਆਹ ਕੰਮ ਜ਼ਿਆਦਾ ਔਖਾ ਹੈ, ਕਹਿੰਦੇ ਜਿਹੜਾ ਬਹੁਤਾ ਧਿਆਨ
ਖਾਣ ਪੀਣ ਤੇ ਲੋਕਾਂ ਦੇ ਜਿਹੜੀਆਂ ਲੋੜਾਂ ਨੇ ਨਾ, ਲੋੜਾਂ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ। ਡਿਮਾਂਡਾਂ ਹੀ ਨਾ ਜ਼ਿਆਦਾ, ਫਿਰ ਜਿਮੀ ਜਮਾਨ ਛੋਟੇ ਬੱਚਿਆਂ ਦਾ ਤਾਂ ਮਾਂ-ਬਾਪ ਧਿਆਨ ਰੱਖ ਲੈਂਦੇ ਨੇ, ਬੜੇ ਹੋ ਕੇ ਤਾਂ ਫਿਰ ਤੈਨੂੰ ਰੱਖਣਾ ਪੈਂਦਾ ਨਾ ਸਾਰਿਆਂ ਦਾ। ਕੋਈ ਐਸਾ ਵੀ ਆ, ਕੋਈ ਬੱਚਾ ਨਿਆਣਾ ਛੱਡ ਕੇ ਵੀ ਚਲੇ ਜਾਂਦੇ ਨੇ, ਉਹ ਵੀ ਕਈ ਵਾਰ ਇੰਨੇ ਚਿਰ ਜਿਉਂਦੇ ਰਹਿ ਜਾਂਦੇ ਨੇ ਕਿ ਡਾਕਟਰ ਵੀ ਹੈਰਾਨ ਹੋ ਜਾਂਦੇ ਨੇ, ਇੰਨਾ ਚਿਰ ਬੱਚਾ ਕਿਵੇਂ ਜਿਉਂਦਾ ਰਹਿ ਗਿਆ। 2 ਦਿਨ ਪਿਆ ਰਿਹਾ, ਬਾਹਰ ਠੰਡ ਸੀ, ਬਸ ਬਚਾਉਣ ਵਾਲਾ ਬਚਾਉਂਦਾ। ਅਜੀਬ ਥੁੱਕ ਦੇ ਸਿੱਟੇ ਹੋਏ ਬੱਚੇ ਜਿਉਂਦੇ ਰਹਿੰਦੇ ਨੇ, ਛੋਟੇ, ਕੋਈ ਮੰਨਣ ਨੂੰ ਤਿਆਰ ਨਹੀਂ, ਲੇਕਿਨ ਫਿਰ ਵੀ ਜਿਉਂਦੇ ਨੇ। ਰੱਖਣ ਵਾਲਾ ਜਿਉਂਦੇ ਰੱਖਦਾ ਨਾ। ਜਿਮੀ ਜਮਾਨ ਕੇ ਵਿਖੈ ਸਦੀਵ ਕਰਨ ਭਰਨ ਹੈ। ਇਹ ਜ਼ਮੀਨ ਧਰਤੀ ਦੇ ਉੱਤੇ, ਔਰ ਆਕਾਸ਼ ਵਿੱਚ ਵੀ, ਆਕਾਸ਼ ਵਿੱਚ ਹੋਰ ਧਰਤੀਆਂ ਬਹੁਤ ਨੇ ਨਾ। ਜ਼ਬਾਨ ਦਾ ਸਾਰਾ ਧਰਤੀਆਂ ਕਿਹੜੀਆਂ ਇੱਕ ਨੇ। ਆ ਜ਼ਮੀਨ ਤਾਂ ਆਪਣੀ ਜ਼ਮੀਨ ਹੈ ਨਾ, ਹੋਰ ਵੀ ਜਿੱਥੇ ਕਿਤੇ ਧਰਤੀਆਂ ਨੇ ਸਾਰੀਆਂ। ਜਮਾ ਕੇ ਵਿਖੇ ਸਦੀਵ ਕਰਨ ਭਰਨ ਹੈ, ਸਾਰਾ ਹੀ ਕਰਨੀ ਤੇਰੀ ਹੈ। ਭਰਨ ਲਈ ਜੋ ਵੀ ਰਚਨਾ ਹੋ ਰਹੀ ਹੈ ਉੱਤੇ ਤੋਂ ਹੀ ਹੋ ਰਿਹਾ। ਐ ਨਹੀਂ ਵੀ ਇੱਥੇ ਤੂੰ, ਉੱਥੇ ਕੋਈ ਹੋਰ ਹੈ, ਉੱਥੇ ਕੋਈ ਹੋਰ ਹੈ, ਉੱਥੇ ਕੋਈ ਹੋਰ। ਹਰ ਜਗ੍ਹਾ ਹੀ ਤੇਰੀ ਹਕੂਮਤ ਹੈ। ਤੂੰ ਹੀ ਕਰ ਰਿਹਾ ਜੋ ਕੁਝ ਕਰ ਰਿਹਾ। ਪੈਦਾ ਵੀ ਤੂੰ ਕਰ ਰਿਹਾ, ਪਾਲਣਾ ਵੀ ਤੂੰ ਕਰ ਰਿਹਾ। ਜਿਵੇਂ ਇੱਥੇ ਕਰ ਰਹੇ ਉਹ ਵੀ ਉੱਥੇ ਕਰ ਰਹੇ। ਹਰ ਜਗ੍ਹਾ ਇੱਕੋ ਹੀ ਗੱਲ। ਅਦਵੈ ਹੈ ਅਭੇਗ ਹੈ। ਅਦਵਾਏ ਹੈ, ਅਦਵਾਏ ਹੈ ਤੇਰੇ, ਇੱਕੋ ਹੀ ਹੈ ਤੂੰ, ਦੋ ਨਹੀਂ ਹੈ। ਦੋ ਖਿਆਲ ਨਹੀਂ ਹੈ ਤੇਰੇ 'ਚ ਕਦੇ। ਦੂਆ ਖਿਆਲ ਤੇਰੇ ਮਨ 'ਚ ਆਉਂਦਾ ਹੀ ਨਹੀਂ। ਦੁਆਇਤ ਤੇਰੇ ਅੰਦਰ ਪੈਦਾ ਹੀ ਨਹੀਂ ਹੁੰਦੀ। ਦੁਆਇਤ ਹੁੰਦੀ ਹੈ ਨਾਰਾਜ਼ਗੀ। ਦੁਆਇਤ ਨਾਰਾਜ਼ਗੀ ਦਾ ਨਾਮ। ਕਿਸੇ ਦੇ ਤਾਂ ਨਾਰਾਜ਼ਗੀ ਹੋ ਜਾਵੇ, ਕੋਈ ਕੰਮ ਕਰਦਾ ਉਹ ਤੇ ਨੁਕਸਾਨ ਹੋ ਜਾਵੇ। ਜਿਵੇਂ ਦੁੱਧ ਲਿਆਇਆ ਤੇ ਡੁੱਲ ਜਾਵੇ, ਉਹ ਕਹਿੰਦਾ ਭਾਈ ਉਹਨੂੰ ਉਹਦੀ ਸਜ਼ਾ ਦੇ ਦਈਏ। ਏਦਾਂ ਕੋਈ ਨਹੀਂ ਦਿੰਦਾ, ਕਿਸੇ ਨੂੰ ਸਜ਼ਾ ਨਹੀਂ ਦਿੰਦਾ। ਜੇ ਕਿਸੇ ਦਾ ਨੁਕਸਾਨ ਹੋ ਜਾਵੇ, ਉਹਦੇ ਅੰਦਰ ਦੁਆ ਦਿਆਲਤਾ ਖਤਮ ਹੋਊ ਤਾਂ ਹੀ ਸਜ਼ਾ ਦਊਗਾ ਨਾ। ਗੁੱਸਾ ਹੋਊਗਾ ਨਾ, ਫਿਰ ਉਹਦੀ ਬਦਲ ਗਈ, ਉਹ ਸਟੇਜ ਬਦਲ ਗਈ। ਦਿਆਲਤਾ ਤੋਂ ਸਟੇਜ ਦੂਈ ਬਦਲ। ਇਸ ਕਰਕੇ ਦੁਆਇਤ ਨਹੀਂ ਉਹਦੇ ਵਿੱਚ। ਇੱਕ ਰਸ ਰਹਿਣਾ, ਇੱਕੋ ਰਸ ਰਹਿਣਾ। ਉਸੇ ਸੁਭਾਅ 'ਚ, ਆਪਣੇ ਇੱਕ ਸੁਭਾਅ 'ਚ ਟਿਕਿਆ ਰਹਿੰਦਾ। ਅਭੇਗ ਹੈ ਅਲੇਖ ਨਾਥ ਜਾਨੀਐ। ਅਪੇਖ ਹੈ ਅਲੇਖ ਨਾਥ ਜਾਨੀਐ। ਉਹ ਨਾਥ ਜਿਹੜਾ ਹੈਗਾ, ਲੇਖਾ ਨਹੀਂ ਲੈਂਦਾ ਕਿਸੇ ਤੇ, ਲੇਖਾ ਨਹੀਂ ਰੱਖਦਾ। ਉਹ ਨਾ ਲੇਖਾ ਲਿਖਦਾ, ਨਾ ਕਿਸੇ ਤੇ ਲੇਖਾ ਮੰਗਦਾ, ਨਾ ਲੈਂਦਾ। ਅਲੇਖ ਹੈ ਉਹ ਤਾਂ, ਉਹਦੇ ਘਰ ਤੇ ਕੋਈ ਲੇਖਾ ਨਹੀਂ ਕਿਸੇ ਦਾ। ਲੇਖਾ ਜਿਹਨੇ ਰੱਖਣਾ ਆਪਣਾ ਮਨ ਰੱਖ ਲਓ। ਕਿੰਨਾ ਪਾਣੀ ਪੀ ਗਿਆ ਜੰਮ ਕੇ, ਹੁਣ ਕੌਣ ਦਊਗਾ ਉਹਦਾ ਲੇਖਾ? ਵੱਧ ਪੀ ਲਓ, ਘੱਟ ਪੀ ਲਓ, ਵੱਧ ਖਾ ਲਓ, ਘੱਟ ਖਾ ਲਓ, ਉਹ ਨਹੀਂ ਲੇਖਾ ਲੂਖਾ ਲੱਗਦਾ। ਹਵਾ ਵਾਧੂ ਹੈ, ਕੋਈ ਖਾਓ ਕੋਈ ਨਾ ਖਾਓ। ਹੁਣ ਹਰ ਵੀ ਤਾਂ ਹੈਗੇ ਨੇ, ਕਹਿੰਦੇ ਅਸੀਂ ਖਾਣੀ ਨਹੀਂ, ਕੋਈ ਨਾ ਖਾਓ। ਤਾਂ ਫਿਰ ਉਹਨਾਂ ਦਾ ਯਾਰ ਕੋਟਾ ਹੋ ਜਾਵੇ, ਉਹ ਕਿਤੇ ਹੋਰ ਭੇਜਣਾ ਪਵੇ। ਇਹਨੂੰ ਨਹੀਂ ਕੋਈ ਫਰਕ। ਥੋੜੀ ਮਰਜ਼ੀ ਹੈ, ਕਿਸੇ ਨੇ ਪਾਣੀ ਪੀਣਾ ਨਾ ਪੀਵੇ। ਵੀ ਹੁਣ ਪਿਆਸ ਹੈਗੀ, ਉਹ ਨਹੀਂ ਪੀਂਦਾ ਪਾਣੀ, ਇਹ ਵੀ ਤਾਂ ਭਗਤੀ ਹੈ। ਕਹਿੰਦੇ ਉੱਠ ਕੇ ਪਾਣੀ ਨਹੀਂ ਪੀਣਾ, ਨਹੀਂ ਪੀਣਾ ਨਾ ਪੀ ਬਈ। ਤੇਰੀ ਮਰਜ਼ੀ ਹੈ ਨਾ। ਪਾਣੀ ਤਾਂ ਹੈਗਾ ਵਾਧੂ, ਨਦੀ ਦੇ ਕਿਨਾਰੇ ਤੇ ਬੈਠਾ, ਨਹੀਂ ਪੀਣਾ ਨਾ ਪੀ। ਅਲੇਖ ਹੈ ਉਹ ਲੇਖਾ। ਅਲੇਖ ਨਾਥ ਜਾਨੀਐ। ਐ ਨਹੀਂ ਹੈਗਾ ਵੀ ਤੈਨੂੰ ਕਹਿ ਦੂਗਾ ਵੀ ਚੱਲ ਤੂੰ ਫਿਰ ਇਹਨੂੰ ਕੋਈ ਇਹਦਾ ਬੈਨੀਫਿਟ ਦੇ ਦਿਓ, ਪਾਣੀ ਬਦਲੇ ਇਹਨੂੰ ਕੁਛ ਹੋਰ ਦੇ ਦਿਓ। ਨਹੀਂ, ਕੁਛ ਨਹੀਂ। ਲੇਖਾ ਜਿਹੜਾ ਕਹਿੰਦੇ ਸੀ ਨਾ, ਲੇਖਾ ਅਸਲ ਦੇ ਵਿੱਚ ਹਿੰਦੂ ਮਤ ਵਾਲੇ, ਉਹ ਲੇਖਾ ਹੀ ਕੱਟੇ। ਅਲੇਖ ਹੈ, ਮਾਤਾ ਹੈ ਨਾ ਪਿੱਛੇ। ਸਦੀਵ ਸਰਬ ਠੌਰ ਹੈ ਬਸੇਖ ਆਣ ਮਾਨੀਐ। ਸਦੀਵ ਸਰਬ ਠੌਰਾਂ ਤੋਂ ਹਮੇਸ਼ਾ ਹਰ ਜਗ੍ਹਾ ਸਰਬ ਵਿਆਪੀ ਹੈ, ਹਮੇਸ਼ਾ ਹੀ। ਸਦੀਵ ਸਰਬ ਠੌਰ ਹੈ, ਹਰ ਜਗ੍ਹਾ ਤੋਂ ਹਮੇਸ਼ਾ। ਸਦੀਵ ਸਰਬ ਠੌਰ ਮੈਂ
ਵਿਸ਼ੇਖ ਆਨ ਮਾਨੀਐ। ਵਿਸ਼ੇਸ਼ ਤੌਰ ਤੇ ਆਨ ਮਾਨੀਐ ਕਿੱਥੇ ਮੰਨਿਆ ਜਾਵੇ ਫਿਰ ਤੈਨੂੰ? ਵਿਸ਼ੇਸ਼ ਤੌਰ ਤੇ ਕਿੱਥੇ ਮੰਨੀ ਹੈ? ਮੱਕੇ 'ਚ ਮੰਨੀ ਹੈ। ਜੇ ਤੂੰ ਸਦੀਵ ਸਾਨੂੰ ਠੌਰ ਹੈ ਫਿਰ ਤੈਨੂੰ ਕਿੱਥੇ ਮੰਨੀ ਹੈ? ਵਿਸ਼ੇਸ਼ ਤੌਰ ਤੇ ਤੂੰ ਕਿੱਥੇ ਹੈ? ਅਕਾਲ ਤਖਤ ਤੇ ਹੈ ਕਿਤੇ ਵੀ ਨਹੀਂ। ਸਦੀਵ ਸਰਬ ਠੌਰ ਹੈ। ਜਿੱਥੇ ਜੀਵ ਖੜਾ ਉੱਥੇ ਨਾਲ ਖੜਾ ਹੈ। ਉਹਨੇ ਬਾਹਰ ਦੇ ਨੂੰ ਲੋੜ ਨਹੀਂ ਹੈ। ਜਿਹਦੀ ਰੱਖਿਆ ਕਰਨੀ ਉਹਦੇ ਨਾਲ ਖੜਾ ਹੋਣਾ। ਹੁਣ ਜਿੱਥੇ ਜਿਹੜਾ ਲੀਡਰ ਜਾਊ ਗਨਮੈਨ ਉਹਦੇ ਬਰਾਬਰ ਹੀ ਖੜਾ ਹੋਊਗਾ। ਗਨਮੈਨ ਉਹਨੂੰ ਐ ਥੋੜੀ ਵੀ ਗਨਮੈਨ ਤਾਂ ਉਹਦੇ ਘਰ ਖੜਾ ਹੋਊ ਵੀ ਤੂੰ ਜਾਇਆ ਬਾਹਰ ਬਈ ਵਿਆਹ ਅਟੈਂਡ ਕਰਿਆ। ਉਹ ਤਾਂ ਗਨਮੈਨ ਤੇ ਕੀ ਕਰਾਉਣਾ? ਉਹ ਤਾਂ ਨਾਲੇ ਰਹੂਗਾ ਉਹਦੇ ਜਿੱਥੇ ਜਾਊਗਾ। ਵਜੇ ਫਿਰ ਭਈ ਉਹ ਤਾਂ ਰਕਸ਼ਕ ਨਾਲੇ ਚਾਹੀਦਾ ਹੈ। ਰੱਖਿਆ ਕਾਹਦਾ ਹੋਇਆ ਫਿਰ? ਰੱਖਿਆ ਕਰਨ ਵਾਲਾ ਕਾਹਦਾ ਹੋਇਆ ਜੇ ਨਾਲ ਨਹੀਂ ਹੈ? ਤਾਂ ਨਾਲੇ ਰਹੂਗਾ ਹਰ ਵਕਤ। ਗੁਰਮਤਿ ਸੰਗ ਸਦਾ ਹੈ ਨਾਲੇ। ਸਦੀਵ ਸਰਬ ਠੌਰ ਮੈਂ ਜਦ ਹਰ ਵਕਤ ਨਾਲੇ ਹੈ। ਇਹਦਾ ਜਿਹਨੂੰ ਅਸਲ ਦੇ ਵਿੱਚ ਇਹਨੂੰ ਵਿਸ਼ਵਾਸ ਨਹੀਂ ਨਾ ਹੈ ਇਸ ਗੱਲ ਦਾ ਵੀ ਨਾਲ ਹੈ। ਉਹਨਾਂ ਨੇ ਬਣਾਇਆ ਹੋਇਆ ਮੁਕਤੇ ਆਇਆ ਹਰਮੰਦਰ ਚ ਆਇਆ ਉੱਥੇ ਆ ਉੱਥੇ ਹੈ। ਇਸ ਗੱਲ ਤੇ ਵਿਸ਼ਵਾਸ ਨਹੀਂ ਹੈ ਉਹਨਾਂ ਨੂੰ ਵੀ ਨਾਲ ਹੈ। ਆ ਜਿਹੜੀ ਪਹਿਲੀ ਗੱਲ ਹੈ ਨਾ ਸਦੀਪ ਸਰਬ ਠੌਰ ਹੈ। ਜੇ ਇਹਨੂੰ ਇਹਦੇ ਤੇ ਵਿਸ਼ਵਾਸ ਹੈ ਜਿਹਨੂੰ, ਉਹਨੇ ਤਾਂ ਕਿਹਾ ਤਾਂ ਮੇਰੀ ਜਗ੍ਹਾ ਜਿੱਥੇ ਮੇਰਾ ਸੰਸਕਾਰ ਹੋ ਗਿਆ ਕਿਤੇ ਕੁਝ ਬਣਾ ਨਾ ਦਿਓ, ਇੱਥੇ ਬਣਨ ਲੱਗ ਜਾਣਗੇ। ਉੱਥੇ ਸੱਚਖੰਡ ਨੂੰ ਬਣਾਤਾ। ਹੁਣ ਬਣਾਤਾ ਨਾ ਬਣਾਤਾ ਤਾਂ ਕਿਹਾ ਸੀ ਉਹਨਾਂ ਨੇ ਵੀ ਇਹਨਾਂ ਨੇ ਬਣਾ ਦੇਣਾ। ਉਹ ਬਣਾਤਾ। ਹੁਣ ਉਹ ਕਹਿੰਦਾ ਸਦੀਪ ਸਰਬ ਠੌਰ ਆ। ਉਹ ਕਹਿੰਦੇ ਸੱਚਖੰਡ ਇੱਥੇ ਗੁਰੂ ਸੱਚਾ। ਉਹਨਾਂ ਨੇ ਕਿਹਾ ਗੁਰੂ ਤੇ ਅਸੀਂ ਕੀ ਲੈਣਾ? ਅਸੀਂ ਤਾਂ ਆਪਣੀ ਮਰਜ਼ੀ ਲਾਉਣੀ ਹੈ ਸੱਚਖੰਡ ਇੱਥੇ। ਇਹ ਤਾਂ ਗਾਹਾਂ ਨੇ ਗੁਰੂ ਨੂੰ ਖੜੇ। ਇਹ ਮਨ ਮੁੱਖ ਨਹੀਂ ਹਟਦੇ ਹੁੰਦੇ। ਤਾਂ ਆਪਣੀ ਮਰਜ਼ੀ ਕਰਦੇ ਹੁੰਦੇ ਨੇ। ਗੁਰੂ ਦੀ ਗੱਲ ਨਹੀਂ ਕੋਈ ਸੁਣਦਾ ਹੁੰਦਾ ਹੈ। ਇਹ ਤਾਂ ਰੌਲਾ ਪਾਉਂਦੇ ਹੁੰਦੇ ਨੇ ਸਾਡਾ ਗੁਰੂ ਕਰਦੇ ਹੁੰਦੇ ਨੇ ਆਪਣੀ ਮਰਜ਼ੀ। ਇਹ ਤਾਂ ਰੌਲੇ 'ਚ ਸੁਣਨਾ ਨਹੀਂ ਦਿੰਦੇ ਗੱਲ। ਰੌਲਾ ਪਾਉਂਦੇ ਹੁੰਦੇ ਨੇ, ਜਲੂਸ ਕੱਢਦੇ ਹੁੰਦੇ ਨੇ, ਹਲਾ ਲਾਲਾ ਕਰਦੇ ਹੁੰਦੇ ਨੇ ਆਪਣੀ ਮਰਜ਼ੀ। ਉਹ ਰੌਲੇ 'ਚ ਆਪਣੀ ਮਰਜ਼ੀ ਲਾਗੂ ਕਰੀ ਜਾਂਦੇ ਨੇ। ਸੁਣਨਾ ਨਹੀਂ ਦਿੰਦੇ ਗੱਲ ਕਿਸੇ ਨੂੰ। ਹੁਣ ਉਹ ਕਹਿੰਦੇ ਦੱਖਣ ਦੇ ਸਾਰੀ ਕਾ ਵਾਸਾ ਆਇਆ ਨਾ ਸ਼ਬਦ। ਪੱਛਮ ਵਾਲੇ ਮੁਕਾਮਾ। ਪੱਛਮ ਵਾਲੇ ਮੁਕਾਮ ਉਹ ਤਾਂ ਪਹਿਲਾਂ ਹੀ ਦੋ ਸੀ। ਹੁਣ ਅਸੀਂ ਨਿਕਲ ਲਿਆ ਤੀਆ। ਇਹ ਵੀ ਰੌਲਾ। ਉਹ ਕਹਿੰਦੇ ਹਜ਼ੂਰ ਸਾਹਿਬ ਹੈ, ਉਹ ਕਹਿੰਦੇ ਨੇ ਅੰਮ੍ਰਿਤਸਰ ਹੈ, ਉਹ ਕਹਿੰਦੇ ਨੇ ਕੋਈ ਕਹਿੰਦਾ ਇੱਥੇ ਅਨੰਦਪੁਰ ਸਾਹਿਬ ਹੈ। ਪਹਿਲਾਂ ਇਹੀ ਫੈਸਲਾ ਕਰ ਲੈਣ। ਦਿੱਲੀ ਵਾਲੇ ਤਿਆਰ ਨੇ ਕਹਿਣ ਨੂੰ ਸੀ ਅੱਜ, ਕਿਉਂਕਿ ਉਹ ਤਾਂ ਦੁਕਾਨਦਾਰੀ ਹੈ ਨਾ ਉਹਦੀ ਤਾਂ ਗੋਲਕ ਹੈ। ਉੱਥੇ ਤਾਂ ਦੁਕਾਨਦਾਰੀ ਹੈ। ਜਿਹੜੀ ਜਗ੍ਹਾ ਸੁਪਰੀਮ ਹੋ ਜੂ ਚੜਾਵਾ ਜ਼ਿਆਦਾ ਹੋਊਗਾ। ਜਿਹੜਾ ਉੱਥੇ ਬੈਠਾ ਉਹਦੀ ਕਦਰ ਜ਼ਿਆਦਾ ਹੋਊਗੀ। ਕੋਈ ਧਰਮ ਵਾਲੀ ਗੱਲ ਤਾਂ ਕੋਈ ਨਹੀਂ ਹੈ ਇੱਥੇ, ਨਾ ਕੋਈ ਉਪਦੇਸ਼ ਵਾਲੀ ਗੱਲ ਹੈ ਹੀ। ਰੋਜ਼ ਉੱਥੇ ਹੁੰਦਾ ਕੀ ਆਉਂਦਾ? ਉੱਥੇ ਉਪਦੇਸ਼ ਵਾਲੀ ਕਿਹੜੀ ਗੱਲ ਆਉਂਦੀ ਹੈ? ਹਜ਼ੂਰ ਸਾਹਿਬ ਵਾਲੇ ਕਹਿੰਦੇ ਨੇ ਅੰਮ੍ਰਿਤਸਰ ਵਾਲੇ ਠੀਕ ਨਹੀਂ, ਉਹ ਕਹਿੰਦੇ ਨੇ ਹਜ਼ੂਰ ਸਾਹਿਬ ਵਾਲੇ ਠੀਕ ਨਹੀਂ। ਉਹ ਟੱਲੀਆਂ ਵੀ ਉਹਨਾਂ ਤਿਲਕ ਲਾਉਂਦੇ ਨੇ। ਉਹ ਕਹਿੰਦੇ ਨੇ ਇੱਥੇ ਮਰਿਆਦਾ ਇਹਨਾਂ ਨੇ ਛੱਡਤੀ ਦਸਮ ਪਾਤਸ਼ਾਹ ਵਾਲੀ। ਅਸੀਂ ਬੱਕਰੇ ਝਟਕਾ ਕੇ ਝਟਕੇ ਜਾਂਦੇ ਸੀ। ਇਹ ਸਾਧਾਂ ਦੇ ਕਬਜ਼ੇ ਤੇ ਬਾਅਦ ਇਹਨਾਂ ਨੇ ਸਾਰੀ ਮਰਿਆਦਾ ਬਦਲਤੀ। ਉਹ ਇਹ ਕਹਿੰਦੇ ਨੇ ਉਹ ਆਪਣੀ ਜਗ੍ਹਾ ਸੱਚੇ ਨੇ। ਉੱਥੇ ਦੀ ਮਰਿਆਦਾ ਗੁਰੂ ਗੋਬਿੰਦ ਸਿੰਘ ਵਾਲੀ ਹੈ। ਹਾਂ ਥੋੜ੍ਹੀ ਜਿਹੀ ਗੱਲ ਜ਼ਰੂਰ ਫਰਕ ਪਿਆ। ਉਹ ਜਿਹੜੀ ਤਿਲਕ ਤੁਲਕ ਲਾ ਲੈਂਦੇ ਨੇ। ਜ਼ਿਆਦਾ ਨਹੀਂ ਫਰਕ ਹੈਗਾ ਉੱਥੇ। ਆਹੀ ਫਰਕ ਹੈ ਬਸ। ਉਹਨਾਂ ਦਾ ਆਇਆ ਨਾ ਉੱਥੇ ਦਾ ਕਲਚਰ ਸੀਗਾ। ਥੋੜ੍ਹੇ ਸਿੰਘ ਸੀਗੇ। ਉਹ ਵਿਆਹ ਵੂ ਵੀ ਉਹਨਾਂ ਦੇ ਹਿੰਦੂਆਂ 'ਚ ਹੋਏ ਨੇ। ਉਹ ਚੀਜ਼ ਦਾ ਫਰਕ ਪਿਆ ਹੈ ਉਹਨਾਂ ਤੇ। ਹੁਣ ਮੰਦਰ ਤੇ ਬੜੀਆਂ ਤੇ ਮਸਜਿਦ ਤੇ ਕਿਤੇ ਨਹੀਂ ਜਾਂਦੇ ਹੋ ਲੋਕ। ਬਿਲਕੁਲ ਨਹੀਂ ਜਾਂਦੇ ਕਿਸੇ ਹੋਰ ਗੁਰਦੁਆਰੇ ਤੇ। ਸਾਡੇ ਤਾਂ ਸਾਰੇ ਜਾਈ ਜਾਂਦੇ ਨੇ ਸਿੱਖ। ਇਹਦਾ ਜੋਸ਼ੀਆਂ ਕੋ ਤੁਰੇ ਫਿਰਦੇ ਨੇ ਬੜੇ ਬੜੇ ਜਿਹੜੇ ਜਹੇਦਾਰ ਨੇ ਲੀਡਰ ਨੇ। ਸਾਡੇ ਵਾਲੇ ਉਹ ਨਹੀਂ ਮੰਨਦੇ ਕਿਸੇ ਨੂੰ ਇਸ ਗੱਲ ਨੂੰ। ਕੱਟੜ ਨੇ ਹੋਰ ਤਰ੍ਹਾਂ ਦੇ।
ਅਸਲ ਤੋਂ ਸਾਰੇ ਹਿੱਲੇ ਹੋਏ ਨੇ। ਮਾਇਆ ਆ ਜਾਵੇ ਸਾਰਿਆਂ ਨੇ ਹਿੱਲੇ ਜਾਣਾ। ਜਿੱਥੇ ਮਾਇਆ ਆਊਗਾ ਉੱਥੇ ਫਰਕ ਤਾਂ ਪੈਣਾ ਹੀ ਹੈ, ਸਾਰਿਆਂ ਨੂੰ ਪੈਣਾ। ਰਿਹਾ ਕੋਈ ਵੀ ਨਹੀਂ ਠਿਕਾਣੇ ਤੇ। ਉਹ ਤਿਆਗ ਕੌਣ ਕਰੇ ਮਾਇਆ ਦਾ? ਤਿਆਗ ਕਰੇ, ਦੋ ਚੀਜ਼ਾਂ ਦਾ ਤਿਆਗ ਕਰਨਾ ਪਊਗਾ। ਇੱਕ ਤਾਂ ਲੋਭ ਦਾ, ਮਾਇਆ ਦਾ, ਦੂਜੀ ਹੈ ਸਰਦਾਰੀ ਦਾ ਤਿਆਗ ਹੈ, ਦੁਨੀਆ ਦੀ ਵਡਿਆਈ ਦਾ, ਮਾਣ ਦਾ, ਸਨਮਾਨ ਦਾ ਤਿਆਗ। ਕਬੀਰ ਕਹਿੰਦਾ ਮਾਇਆ ਤੇ ਜੀ ਤੋਂ ਕਿਆ ਪਿਆ ਜੋ ਮਾਣ ਤੋਂ ਜਾਣਾ ਜਾਏ। ਜੇ ਮਾਣ ਖਾਤਰ ਮਾਇਆ ਤਜੀ ਹੈ, ਉਹ ਤਜਣਾ ਨਹੀਂ ਹੈ, ਉਹ ਵੀ ਤਜਣਾ ਨਹੀਂ ਹੈ। ਸਨਮਾਨ ਵਾਸਤੇ ਮਾਇਆ ਤਜੀ, ਉਹ ਵੀ ਤਜਣਾ ਨਹੀਂ ਹੈ। ਤਾਂ ਹੰਕਾਰ ਹੋ ਗਿਆ। ਇੱਕ ਗੁਣ ਕੀਤਾ, ਦੂਏ ਪਾਸੇ ਉਹਦਾ ਔਗਣ ਬਣ ਗਿਆ, ਹੰਕਾਰ ਬਣ ਗਿਆ। ਮਾਨ ਤਾਂ ਜਾਣਾ ਜਾਏ। ਮਾਨ ਮੁਨੀ ਮੁਨ ਬਰਗੜੇ, ਮਾਨ ਸਭੈ ਕੋ ਖਾਏ। ਤੈਨੂੰ ਮਾਨ ਖਾ ਜੂਗਾ। ਮਾਇਆ ਤੋਂ ਤਾਂ ਬਚੇ ਜਾਂਦਾ, ਮਾਨ ਤੋਂ ਬਚੇ ਨਹੀਂ ਸਕਦਾ। ਮਾਨ ਖਾਇਆ ਜਾਂਦਾ ਹੈ। ਹੰਕਾਰ ਉਹ ਤੋਂ ਵੱਡਾ ਔਗਣ ਹੈ। ਲੋਭ ਤੋਂ ਵੱਡਾ ਔਗਣ ਹੰਕਾਰ ਹੈ। ਉਹ ਲੋਭੀ ਦਾ ਕੋਈ ਦਾਨ ਵੀ ਕਰ ਦੂ, ਵਿੱਚੋਂ ਕੁਛ ਕਰ ਦੂ। ਹੰਕਾਰੀ ਤਾਂ ਹੰਕਾਰੀ ਜੋ ਵੀ ਕੁਛ ਕਰੂਗਾ ਉਹਦਾ ਹੰਕਾਰੇ ਬਣ ਜਾਣਾ। ਹੰਕਾਰੀ ਜੋ ਵੀ ਕੁਛ ਕਰੂਗਾ ਉਹਦਾ ਹੰਕਾਰ ਬਣ ਜਾਣਾ। ਜੇ ਭਲਾ ਕਰੂਗਾ ਉਹਦਾ ਵੀ ਹੰਕਾਰੇ ਬਣ ਜਾਣਾ। ਸਦੀਪ ਸਰਬ ਠੌਰ ਮੈਂ ਵਿਸ਼ੇਖ ਆਨ ਮਾਨੀਐ। ਵਿਸ਼ੇਸ਼ ਕਿਹੜੀ ਜਗ੍ਹਾ ਮੰਨ ਸਕਦੇ ਆ? ਕਿਸੇ ਜਗ੍ਹਾ ਨਹੀਂ ਵਿਸ਼ੇਸ਼ ਮੰਨ ਸਕਦੇ ਵੀ ਇੱਥੇ ਹੀ ਹੈ, ਇੱਥੇ ਹੈ ਨਹੀਂ। ਸਰਵਵਿਆਪੀ ਹੈ ਹਮੇਸ਼ਾ ਹੀ ਉਹ। ਅਸੀਂ ਅੰਨੇ ਆਨ ਹੁੰਦਾ, ਅੰਨੇ ਹੋਰ ਜਗ੍ਹਾ ਵਿਸ਼ੇਸ਼ ਕਿਵੇਂ ਮੰਨ ਲਈਏ? ਆਨ ਹੁੰਦਾ ਅੰਨੇ ਦੂਸਰੀ ਜਗ੍ਹਾ। ਜਦ ਅਸੀਂ ਇਹ ਮੰਨਦੇ ਹਾਂ ਕਿ ਸਦੀਪ ਸਰਬ ਠੌਰ ਹੈ, ਫਿਰ ਹੋਰ ਜਗ੍ਹਾ ਅਸੀਂ ਖਾਸ ਕਿਵੇਂ ਮੰਨ ਲਾਂਗੇ ਵੀ ਇੱਥੇ ਹੁੰਦਾ ਹੈ? ਵਿਸ਼ੇਸ਼ ਜਗ੍ਹਾ ਕਿਵੇਂ ਮੰਨ ਲਾਂਗੇ? ਵੀ ਵਿਸ਼ੇਸ਼ ਜਗ੍ਹਾ ਅਸੀਂ ਕਿਵੇਂ ਮੰਨ ਲਾਂਗੇ ਵੀ ਇੱਥੇ ਹੁੰਦਾ? ਐ ਨਹੀਂ ਮੰਨ ਸਕਦੇ ਅਸੀਂ। ਇਹ ਹੈ ਦਾ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ। ਜੰਤਰ ਮੰਤਰ ਤੰਤਰ ਨੂੰ ਦੇ ਤਰੀਕੇ ਨਾਲ ਉਹਨੂੰ ਵਸ ਨਹੀਂ ਕੀਤਾ ਜਾ ਸਕਦਾ। ਜੰਤਰ ਮੰਤਰ ਤੰਤਰ ਕੀ ਹੁੰਦਾ? ਜਿਹਦਾ ਜੰਤਰ ਮੰਤਰ ਤੰਤਰ ਹੋਵੇ ਨਾ ਦੇਵੀ ਦੇਵਤੇ ਦਾ, ਉਹ ਦੇਵੀ ਦੇਵਤੇ ਨੂੰ ਵਸ ਕਰੀਦਾ ਹੁੰਦਾ। ਜੰਤਰ ਮੰਤਰ ਤੰਤਰ ਵਾਲੇ ਤਾਂ ਸਗੋਂ ਦੇਵੀ ਦੇਵਤਿਆਂ ਨੂੰ ਆਪਣੇ ਵਸ ਕਰਦੇ ਹੁੰਦੇ ਨੇ ਵੀ ਦੇਵੀ ਦੇਵਤੇ ਸਾਡੇ ਅਧੀਨ ਹੋ ਕੇ ਨੌਕਰ ਮੋ ਕੰਮ ਕਰਨ ਸਾਡਾ। ਇਹਦਾ ਏਡੇ ਹੰਕਾਰੀ ਹੁੰਦੇ ਜੰਤਰ ਮੰਤਰ ਤੰਤਰ ਵਾਲੇ। ਜਿਹੜੇ ਸੰਤ ਵੀ ਜੰਤਰ ਮੰਤਰ ਤੰਤਰ ਦੀ ਗੱਲ ਕਰਦੇ ਨੇ, ਉਹ ਜਾਣਦੇ ਉਹ ਵੀ ਨੇ ਵੀ ਏਦਾਂ ਹੁੰਦਾ, ਪਰ ਪਬਲਿਕ ਦੱਸਦੇ ਨਹੀਂ ਵੀ ਫਿਰ ਤਾਂ ਪਬਲਿਕ ਸਾਡੇ ਖਿਲਾਫ ਹੋ ਜੂਗੀ। ਉਹਨੂੰ ਬਚ ਨਹੀਂ ਕੀਤਾ ਜਾ ਸਕਦਾ ਜੰਤਰ ਮੰਤਰ ਤੰਤਰ ਨਾਲ। ਇੱਕ ਮਤ ਸਿਰਫ ਇਹ ਹੈ, ਦੂਜੀਆਂ ਮਤਾਂ ਜਿਹੀ ਹੈ। ਸਿੱਖ ਗੁਰਮਤ ਨੂੰ ਛੱਡ ਕੇ ਬਾਕੀ ਮਤਾਂ ਸਭ ਬਸਚੇ ਕਰਦੀਆਂ ਨੇ। ਇਹ ਵੀ ਕਹਿੰਦੇ ਨੇ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਗ ਡੋਰੀਆਂ। ਇਹ ਵੀ ਕਹਿੰਦੇ ਨੇ ਸੰਤ। ਇਹਦਾ ਮਤਲਬ ਹੈ ਸਿੱਖੀ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਨੇ। ਨੌ ਪ੍ਰੇਮ ਦਾ ਲੈਂਦੇ ਨੇ ਵਿੱਚ। ਤੁਸੀਂ ਉਹਦੇ ਖੇਤੀ ਕਰਾਉਣੀ, ਲਿਜਾ ਕੇ ਕੀ ਕਰਾਉਣਾ? ਆਪਣੀ ਮਰਜ਼ੀ ਨਾਲ ਚਲਾਉਣਾ। ਇਹਦਾ ਮਤਲਬ ਹੈ ਪ੍ਰੇਮ ਦੀ ਡੋਰੀ ਪਾ ਕੇ। ਤੁਸੀਂ ਉਹਦੀ ਮਰਜ਼ੀ ਨਾਲ ਕਿਉਂ ਨਹੀਂ ਚੱਲਦੇ? ਨੱਥ ਭਾਲੀ ਫਿਰ ਨੱਥ ਪਾ ਕੇ ਉਹਦੇ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹੋ। ਦੱਸਦੇ ਕਿਹਨੂੰ ਨੇ? ਤਾਂ ਹੀ ਨਰਕਾਂ ਦੇ ਅਧਿਕਾਰੀ ਲਿਖਿਆ ਇਹਨਾਂ ਨੂੰ। ਅੰਦਰੋਂ ਮਹਾ ਹਰਾਮੀ ਨੇ ਸ਼ੈਤਾਨ ਨੇ। ਸ਼ੈਤਾਨ ਨੇ ਕਿਹਾ ਇਹਨਾਂ ਦੇ ਅੰਦਰੋਂ, ਤਾਂ ਮਹਾ ਸ਼ੈਤਾਨ ਨੇ। ਉੱਤੋਂ ਕੁਛ ਹੋਰ ਨੇ, ਅੰਦਰੋਂ ਕੁਛ ਹੋਰ ਨੇ। ਕਿੱਡੀ ਸ਼ੈਤਾਨੀ ਨਾਲ ਗੱਲ ਕਰਦੇ ਨੇ ਪ੍ਰੇਮ ਦੀਆਂ ਪਾਗੇ ਡੋਰੀਆਂ। ਖਾਣ ਪੀਣ ਨੂੰ ਉਹ ਦਿੰਦਾ, ਆਸਰੇ ਉਹਦੇ ਜਿਉਂਦੇ ਹੋ। ਤੁਸੀਂ ਉਹਦੇ ਨਾਲ ਕੀ ਪ੍ਰੇਮ ਕਰੋਗੇ? ਉਹਦੇ ਨਾਲ ਪ੍ਰੇਮ ਕਰੋ ਉਹਦੇ ਅਹਿਸਾਨਾਂ ਦਾ। ਅਹਿਸਾਨਾਂ ਦਾ ਕੋਈ ਪ੍ਰੇਮ ਨਹੀਂ ਨਾ। ਪ੍ਰੇਮ ਫੇਰ ਕਰਦੇ ਨੇ ਵੀ ਤੂੰ ਜੇ ਅੱਗੇ ਤਾਂ ਦਿੰਦਾ ਤਾਂ ਆਪਣੀ ਮਰਜ਼ੀ ਨਾਲ, ਹੁਣ ਤੇ ਸਾਡੀ ਮਰਜ਼ੀ ਨਾਲ। ਪ੍ਰੇਮ ਇਸ ਗੱਲ ਦਾ ਵੀ ਅੱਗੇ ਤਾਂ ਦਿੰਦਾ ਤਾਂ ਤੂੰ ਆਪਣੀ ਮਰਜ਼ੀ ਨਾਲ ਪਾਲਣਾ ਕਰ ਦਿੰਦਾ,
ਹੁਣ ਕਰ ਸਾਡੀ ਮਰਜ਼ੀ ਨਾਲ ਪਾਲਣਾ। ਪ੍ਰੇਮ ਤਾਂ ਫਿਰ ਇਹ ਗੱਲ ਦਾ ਤੁਹਾਡਾ, ਹੋਰ ਕਿਹੜੀ ਗੱਲ ਦਾ ਪ੍ਰੇਮ ਹੈ? ਇਹ ਦੱਸਣ ਕਿਹੜੀ ਗੱਲ ਦਾ ਪ੍ਰੇਮ? ਇਹ ਤਾਂ ਸ਼ੈਤਾਨ ਨੇ ਪੂਰੇ, ਸ਼ੈਤਾਨ ਦੀਆਂ ਮੱਤਾਂ ਨੇ ਸਾਰੀਆਂ। ਇਹ ਸਖਤ ਬੜੇ ਸ਼ੈਤਾਨ ਦਾ ਨਾਮ ਹੈ। ਸਖਤ ਸ਼ੈਤਾਨ ਦਾ ਨਾਮ ਹੈ, ਸ਼ਖਤ ਸ਼ਰੀਕ ਖੁਦਾ ਦਾ ਨਾਮ ਹੈ। ਸਾਰੇ ਸਖਤ ਨੇ, ਪਰਮੇਸ਼ਰ ਨੂੰ ਵੀ ਆਪਣਾ ਅਧੀਨ ਕਰਨਾ ਚਾਹੁੰਦੇ ਨੇ। ਸਖਤ ਹੈ ਤਾਂ ਫਿਰ ਰਾਵਣ ਰਾਮਚੰਦਰ ਨੂੰ ਆਪਣਾ ਅਧੀਨ ਕਰਨਾ ਚਾਹੁੰਦਾ, ਸਖਤ ਹੈ। ਹੋਰ ਕੌਣ? ਇਹ ਖਿਆਲ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਸਖਤ ਨੇ। ਪਰਮੇਸ਼ਰ ਦੇ ਅਧੀਨ ਆਦਮੀ ਨੇ ਹੋਣਾ, ਮਨ ਨੇ ਅਧੀਨ ਹੋਣਾ। ਮਨ ਮੁੱਖ ਨੇ ਜਿਹੜੇ, ਉਹ ਨਹੀਂ ਚਾਹੁੰਦੇ ਕਿ ਮਨ ਨਹੀਂ ਚਾਹੁੰਦਾ ਮੈਂ ਕਿਸੇ ਦੇ ਅਧੀਨ ਹੋਵਾਂ, ਮਨ ਨਹੀਂ ਚਾਹੁੰਦਾ ਮੈਂ ਕਿਸੇ ਦੇ ਅਧੀਨ ਹੋਵਾਂ ਬਿਲਕੁਲ ਵੀ। ਇਹਨਾਂ ਦੇ ਮਨ ਕਿਵੇਂ ਚੱਲਣਾ? ਇਹਨੂੰ ਤਾਂ ਬਣਾਉਣਾ, ਪਾਣੀ 'ਚ ਚੱਲਣ ਵਾਸਤੇ ਬਣਾਉਣਾ ਮਨ ਨੂੰ। ਉਹਨਾਂ ਨੇ ਮਨ ਨੂੰ ਤਾਂ ਨਹੀਂ ਬਣਾਇਆ। ਜੰਤਰ ਮੰਤਰ ਤਲਣਾ ਪਰਮੇਸ਼ਰ ਨੂੰ ਬਸ ਕਰਨ ਦੀਆਂ ਗੱਲਾਂ ਕਰਦੇ ਤੇ ਸ਼ੈਤਾਨ ਨਹੀਂ ਤਾਂ ਹੋਰ ਕੀ ਨੇ? ਸਾਰੀ ਗੁਰਮਤਿ ਤੋਂ ਖਿਲਾਫ ਹੈ ਗੱਲ। ਇਹ ਤਾਂ ਗੁਰਮਤਿ ਤੋਂ ਹੀ ਖਿਲਾਫ ਹੈ ਗੱਲ ਸਾਰੀ। ਉਹ ਸਿੱਖਾਂ ਨੂੰ ਦੱਸੀ ਨਹੀਂ ਨਾ ਕਿਸੇ ਨੇ। ਨਾ ਜੰਤਰ में ना तंत्र में ना मंत्र बस आवई, प्राण ओ कुरान नेत नेत कह बतावई। ਇਹ ਤਾਂ ਪੁਰਾਣ ਔਰ ਕੁਰਾਨ ਵੀ ਨੇ ਇਹੀ ਗੱਲ ਕਹਿੰਦੀ ਹੈ। ਉਹ ਪੁਰਾਣ ਵੀ ਕਹਿੰਦੀ ਹੈ, ਪੁਰਾਣ ਵੀ ਕਹਿੰਦੇ ਨੇ, ਕੁਰਾਨ ਵੀ ਕਹਿੰਦੀ ਹੈ। ਹਿੰਦੂਆਂ ਜੇ ਜੰਤਰ ਮੰਤਰ ਔਰ ਮੁਸਲਮਾਨ ਚੱਲਦੇ, ਰੋਜ਼ ਅਖਬਾਰ ਪੜ੍ਹ ਲਓ, ਭਰੇ ਪਏ ਨੇ। ਟੀਵੀ ਤੇ ਵੀ ਆਉਣ ਲੱਗੇ। ਉਹ ਪੁਰਾਣ ਮੁਸਲਮਾਨਾਂ ਦੀ ਹੈ ਨਾ, ਪੁਰਾਣ ਹਿੰਦੂਆਂ ਦੇ ਨੇ, ਕੁਰਾਨ ਮੁਸਲਮਾਨਾਂ ਦੀ ਹੈ। ਉਹ ਜ ਆ ਲਿਖਿਆ ਹੋਇਆ ਹੈ। ਇਹ ਜਿਹੜੇ ਦੋਏ ਮੁਸਲਮਾਨ ਹਿੰਦੂ ਅਖਬਾਰ ਭਰੀ ਫਿਰਦੇ ਨੇ, ਇਹ ਸ਼ੈਤਾਨੀ ਦਾ ਹੋਰ ਕੀ ਨੇ? ਫਿਰ ਗੁਰਮਤਿ ਦੀ ਗੱਲ ਨਹੀਂ ਜੋ ਕੀਤੀ ਇਹਦੇ ਵਿੱਚ, ਵੇਦ ਦੀ ਗੱਲ ਨਹੀਂ ਜੋ ਕੀਤੀ, ਵੇਦ ਦੀ ਗੱਲ ਹੀ ਕੀਤੀ ਹੈ। ਇਹ ਗੱਲ ਨੂੰ ਤਾਂ ਪੁਰਾਣ ਕੁਰਾਨ ਵੀ ਕਹਿੰਦੇ ਨੇ। ਜਿਨ੍ਹਾਂ ਦਾ ਗਿਆਨ ਗੁਰਮਤਿ ਨੂੰ ਥੱਲੇ ਆ ਉਹ ਵੀ ਨਹੀਂ ਮੰਨਦੇ ਇਸ ਗੱਲ ਨੂੰ। ਤਾਂ ਜੰਤਰ ਮੰਤਰ ਤੰਤਰ ਨੂੰ ਵੀ ਬਸ ਆ ਜਾਊਗਾ, ਉਹ ਤਾਂ ਉਹ ਵੀ ਨਹੀਂ ਮੰਨਦੇ। ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ ਜਿਹੜੇ ਗੱਲਾਂ ਕਰਦੇ ਹੋ? ਮੁਸਲਮਾਨ ਵੀ ਖਿਲਾਫ ਨੇ ਇਸ ਗੱਲ ਤੇ, ਇਹਨਾਂ ਲੋਕਾਂ ਤੇ। ਹਿੰਦੂ ਦਾ ਖੈਰ ਕੋਈ ਧਰਮ ਰਿਹਾ ਹੀ ਨਹੀਂ ਹੁਣ। ਹਿੰਦੂ ਤਾਂ ਇੱਕ ਉਹ ਹੈ ਵੀ ਬਹੁਤ ਸਾਰੇ ਜਿਹੜੇ ਧਰਮ ਨੇ ਉਹਨਾਂ ਦੇ ਮਜਮੂਏ ਦਾ ਨਾਮ ਆਪਣੀ ਆਪਣੀ ਮੱਤ ਦਾ ਜਿਹੜਾ ਸਾਰੀਆਂ ਮਨਮਤਾਂ ਨੂੰ ਇਕੱਠੀਆਂ ਕਰ ਲਿਆ, ਉਹਦਾ ਨਾਮ ਹਿੰਦੂ ਮੱਤ ਹੈ। ਹਰ ਮਨਮਤ ਵਾਸਤੇ ਜਗ੍ਹਾ ਹਿੰਦੂ ਮੱਤ 'ਚ। ਠੀਕ ਆ ਵੀ ਤੂੰ ਵੀ ਹਿੰਦੂ ਹੈ, ਤੂੰ ਇਹ ਕਹਿੰਦੇ ਹਿੰਦੂ ਆ ਜੋ ਮਰਜ਼ੀ ਕਰੀ ਜਾ, ਫਿਰ ਨਹੀਂ ਰੌਲਾ ਹੈ। ਤੂੰ ਇਹ ਮੰਨ ਲੈ ਮੈਂ ਹਿੰਦੂ ਹਾਂ, ਕਰੀ ਜੋ ਮਰਜ਼ੀ ਜਾਂ ਛੂਟ ਹੈ ਤੈਨੂੰ। ਪਾਬੰਦੀ ਤਾਂ ਹੈ ਉਹ ਨਹੀਂ ਕਿਸੇ ਦੇ ਹਿੰਦੂ ਮੱਤ 'ਚ। ਸਿੱਖ ਮੱਤ 'ਚ ਪਾਬੰਦੀ ਹੈ, ਇਸਲਾਮ 'ਚ ਪਾਬੰਦੀ ਹੈ, ਹਿੰਦੂ ਮੱਤ 'ਚ ਕੋਈ ਪਾਬੰਦੀ ਨਹੀਂ ਕਿਸੇ ਤੇ। ਜਾਂ ਹਰੇਕ ਨੂੰ ਹਿੰਦੂ ਮੰਨਣ ਨੂੰ ਤਿਆਰ ਨੇ, ਉਹ ਤਾਂ ਸਿੱਖਾਂ ਨੂੰ ਹਿੰਦੂ ਮੰਨਣ ਨੂੰ ਤਿਆਰ ਨੇ। ਹਿੰਦੂ ਕਹਿ ਦੋ ਹੈਗੇ ਜੋ ਮਰਜ਼ੀ ਡਾਕੇ ਮਾਰ ਜਾਓ ਚਾਹੇ ਤੁਸੀਂ, ਫਿਰ ਝੂਠ ਹੈ ਤੁਹਾਨੂੰ। ਕਿੱਡਾ ਹੀ ਭੈੜੇ ਕੰਮ ਕਰੀ ਜਾਓ, ਕਹੋ ਅਸੀਂ ਹਿੰਦੂ, ਕੋਈ ਰੌਲਾ ਨਹੀਂ। ਉਹ ਭਾਈ ਦੁਰਯੋਧਨ ਵੀ ਹਿੰਦੂ ਹੈ, ਸਮਝਿਆ ਨਹੀਂ? ਭੀਮ ਵੀ ਹਿੰਦੂ ਹੈ, ਅਰਜਨ ਵੀ ਹਿੰਦੂ ਹੈ, ਦੋ ਹਿੰਦੂ ਨੇ। ਤਾਂ ਦੋਹਾਂ ਦਾ ਕਰਤਾਰ ਇੱਕ ਦੂਜੇ ਦੇ ਵਿਰੁੱਧ ਹੈ, ਦੋ ਹਿੰਦੂ ਨੇ। ਉਹ ਜਿਹਨੇ ਦ੍ਰੋਪਤਾ ਨੂੰ ਸੱਦ ਕੇ ਉੱਥੇ ਕੋਸ਼ਿਸ਼ ਕੀਤੀ ਹੈ ਬੇਪਤ ਕਰਨ ਦੀ, ਬੇਪਰਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਹਿੰਦੂ ਹੈ। ਜਿਨ੍ਹਾਂ ਦੀ ਔਰਤ ਹੈ ਉਹ ਵੀ ਹਿੰਦੂ ਨੇ। ਅੱਜ ਤਾਂ ਹੀ ਨਹੀਂ ਕਿਹਾ ਵੀ ਉਹਨੂੰ ਅਸੀਂ ਹਿੰਦੂ ਨਹੀਂ ਮੰਨਦੇ, ਦੁਰਯੋਧਨ ਨੂੰ। ਇਹ ਜਿਹੜੇ ਉਹਦੇ ਨਾਲ ਖੜੇ ਤੇ ਉਹ ਹਿੰਦੂ ਨਹੀਂ ਸੀ, ਅੱਜ ਤਾਂ ਹੀ ਨਹੀਂ ਕਿਹਾ। ਕਿਉਂ ਨਹੀਂ ਕਿਹਾ? ਸਾਰੇ ਹਜਮ ਨੇ, ਹਿੰਦੂ ਹੋਣਾ ਚਾਹੀਦਾ, ਠੀਕ ਹੈ। ਫਿਰ ਮਾਫ ਹੈ, ਜੋ ਮਰਜ਼ੀ ਕਰੀ ਜਾਓ। ਇਸ ਕਰਕੇ ਧਰਮ ਫੇਲ ਹੋਇਆ। ਇਹ ਸੱਚ ਦਾ ਨਾਂ ਨਹੀਂ ਹੈ ਕਿਤੇ। ਸੱਚ ਦੇ ਉੱਤੇ ਜਿਹੜਾ ਆਧਾਰਿਤ ਹੈ ਉਹ ਧਰਮ ਹੁੰਦਾ। ਜਿਹੜਾ ਸੱਚ ਦੇ ਉੱਤੇ ਆਧਾਰਿਤ ਨਹੀਂ ਉਹ ਧਰਮ ਹੀ ਨਹੀਂ ਹੁੰਦਾ। ਬੋਲੀਏ ਸੱਚ, ਧਰਮ ਇਹ ਹੈ ਤਾਂ ਸੱਚ ਬੋਲੀਏ, ਝੂਠ ਨਾ ਬੋਲੀਏ। ਸੱਚ ਹੈ ਨਹੀਂ ਫਿਰ ਵੀ ਧਰਮ।
ਕਿੰਨਾ ਕੁਝ ਵੇਚੀ ਜਾਂਦੇ ਨੇ, ਸਭ ਝੂਠ ਬੋਲੀ ਜਾਂਦੇ ਨੇ, ਜੋਸ਼ੀ ਸਭ ਝੂਠ ਤੇ ਖੜੇ ਨੇ। ਬਸ ਠੀਕ ਹੈ ਜੀ, ਕੋਈ ਕੁਝ ਨਹੀਂ ਕਹਿੰਦਾ। ਜਿਨ੍ਹਾਂ ਨੇ ਆਪਣਾ ਘਰ ਹੈ ਬਹੁਤ ਬੜਾ ਹੈ, ਸਫਾਈ ਕੌਣ ਕਰੂਗਾ? ਤੁਹਾਡਾ ਲੋਕ ਆ ਕਰਨਗੇ, ਆਪਣੀ ਸਫਾਈ ਆਪ ਕਰੋ ਭਾਈ। ਘਰ ਜਿਹੜੇ ਬੜੇ ਰੱਖਦੇ ਨੇ ਸਫਾਈ ਨਹੀਂ ਰੱਖਦੇ। ਸਫਾਈ ਤਾਂ ਰੱਖਣੀ ਚਾਹੀਦੀ ਹੈ ਨਾ। ਜੇ ਤੁਹਾਡਾ ਧਰਮ ਬੜਾ ਜ਼ਿਆਦਾ ਬੰਦੇ ਨੇ, ਸਫਾਈ ਦੀ ਵੀ ਤੁਹਾਨੂੰ ਜ਼ਰੂਰਤ ਹੈ ਜ਼ਿਆਦਾ ਕਰਨ ਦੀ। ਨਹੀਂ ਉਂਗਲੀ ਉੱਠੂਗੀ ਦੂਏ ਨਾਲ, ਤਾਂ ਉਂਗਲੀ ਆ ਕੇ ਗੁਆਂਢਾਂ ਨੇ ਠਾਲਣੀਆਂ ਕੋਲੇ ਆ ਤੁਹਾਡੇ ਫਲਾਨਾ ਭੇਟ ਭਾਂਡੇ ਹੀ ਖਿੰਡੇ ਪਏ ਨੇ, ਤੇ ਇਹਨਾਂ ਨੂੰ ਠੀਕ ਤਾਂ ਕਰ ਲਿਆ ਕਰੋ, ਝਾੜੂ ਤਾਂ ਮਾਰ ਲਿਆ ਕਰੋ। ਦੂਏ ਨੇ ਤਾਂ ਕਹਿਣਾ ਹੀ ਹੈ। ਤੁਸੀਂ ਨੌਬਤ ਕਿਉਂ ਆਉਣ ਦਿੰਦੇ ਹੋ ਕਹਿਣ ਦੀ? ਨੌਬਤ ਕਿਉਂ ਆਉਣ ਦਿੰਦੇ ਹੋ ਕਹਿਣ ਦੀ? ना कर्म में ना धर्म में ना भरम में बताइए। आ देखो, ना कर्म में ना धर्म में ना परम में बताइए। ऐसा बताया गया सानू। तो असी तो ऐसा सुने कि कर्म जिहड़ा हैगा कोई भी कर लो हुंदा ही नहीं। कर्म जो कोई प्राप्ति नहीं, जिहड़ा मर्जी कर्म कर लो जो कुछ भी प्राप्ति नहीं। ਜਿਹੜਾ ਧਰਮ ਕਰਮ ਤੇ ਖੜਾ ਹੈ, ਸੇਵਾ ਤੇ ਖੜਾ ਹੈ, ਉਹ ਪ੍ਰਾਪਤੀ ਨਹੀਂ ਕੁਛ ਵੀ। ਨਾਮ ਦੀ ਪ੍ਰਾਪਤੀ ਤਾਂ ਹੈ ਨਹੀਂ। ਹਾਂ ਫੁੱਲ ਤੱਕ ਜਾ ਸਕਦਾ ਜੇ ਇਮਾਨਦਾਰ ਹੈ, ਉਹ ਵੀ ਜੇ ਉਹਦੀ ਸੇਵਾ ਕੀਤੀ ਬਚ ਗਈ, ਨਹੀਂ ਤਾਂ ਮੱਤ ਥੋੜੀ ਸੇਵ ਗਵਾਈ ਹੈ। ਥੋੜੀ ਮੱਤ ਵਾਲਾ ਕੰਮ ਕਰੂਗਾ, ਸੇਵਾ ਕੀਤੀ ਹੋਈ ਕੋਲ ਰਹਿੰਦੀ ਨਹੀਂ ਹੁੰਦੀ ਉਹਦੇ। ਧਰਮ ਦਾ ਕੰਮ ਕੀਤਾ ਹੋਇਆ ਵੀ ਹੋਰ ਕੁਝ ਬਣ ਜਾਂਦਾ ਹੁੰਦਾ ਉਹਦਾ। ਜੋ ਕੁਝ ਕਰਦਾ ਉਹਦਾ ਹੰਕਾਰ ਬਣੀ ਜਾਂਦਾ ਹੁੰਦਾ, ਉਹਨੂੰ ਭਰਮ ਪੈਦਾ ਹੋ ਜਾਂਦਾ। ਮੈਂ ਇਹ ਭਰਮ ਪੈਦਾ ਹੋਣਾ ਕਿ ਮੈਂ ਧਾਰਮਿਕ ਹਾਂ, ਸਭ ਤੋਂ ਵੱਡੀ ਗੱਲ ਨੁਕਸਾਨ ਇਹ ਕਰਦਾ। ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈ ਹੈ। ਕਿਉਂਕਿ ਜੇ ਭਰਮ ਤਾਂ ਜ਼ਰੂਰ ਪੈਦਾ ਹੋਊਗਾ ਨਾ ਉਹਨੂੰ, ਮੈਂ ਧਾਰਮਿਕ ਬੰਦਾ, ਉਹ ਉੱਥੇ ਹੀ ਖਤਮ। ਭਰਮ ਨੇ ਕਰਨਾ ਹਨੇਰਾ। ਚਾਹੀਦਾ ਸੀ ਹੋਣਾ ਚਾਨਣ, ਉੱਥੋਂ ਮਿਲਿਆ ਕੀ? ਹਨੇਰਾ ਮਿਲਿਆ ਉੱਥੋਂ ਦਾ। ਜਿੱਥੇ ਰੋਸ਼ਨੀ ਵਧਾਉਣੀ ਸੀ, ਬੁੱਧ ਦਾ ਪ੍ਰਕਾਸ਼ ਕਰਨਾ ਸੀ, ਆਇਆ ਨਾ ਉੱਥੇ ਬੁੱਧ ਨੂੰ ਪ੍ਰਕਾਸ਼ ਕਰਦਾ ਤੂੰ। ਜਿੱਥੇ ਬੁੱਧੀ ਦੇ ਪ੍ਰਚੰਡ ਗਿਆਨ ਕਰਨਾ ਸੀ, ਉੱਥੇ ਦਾ ਹੋ ਗਿਆ ਹਨੇਰਾ, ਨੁਕਸਾਨ ਹੋ ਗਿਆ। ਪ੍ਰਾਪਤੀ ਕੀ ਹੋਈ? ਧਰਮ ਕਾਹਦਾ ਰਹਿ ਗਿਆ? ਕਰਮ ਮੈਂ ਨਾ ਧਰਮ ਨੇ ਮੈਂ ਨਾ ਭਰਮ ਮੈਂ ਬਤਾਈ ਹੈ। ਐਂ ਦੱਸਦੇ ਨੇ ਲੋਕ, ਤਾਂ ਅਸੀਂ ਤਾਂ ਐਂ ਸੁਣਿਆ। ਕਹਿੰਦੇ ਨੇ ਸਾਰੇ ਮੰਨਦੇ ਨੇ, ਪਰ ਕੰਮ ਉਹੀ ਕਰੀ ਜਾਂਦੇ ਨੇ। ਕੰਮ ਉਹੀ ਕਰੀ ਜਾਂਦੇ ਨੇ, ਕਹੀ ਵੀ ਜਾਂਦੇ ਨੇ, ਕੰਮ ਉਹੀ ਕਰੀ ਜਾਂਦੇ ਨੇ। ਸਿੱਖਾਂ ਦੇ ਵੀ ਉਹੀ ਕਰੀ ਜਾਂਦੇ ਨੇ। ਕਰਮ ਕੀ ਹੈ? ਆ ਸਾਰਾ ਜੋ ਕੁਛ ਹੋ ਰਿਹਾ ਕਰਮ ਕਾਂਡ ਹੈ ਸਿੱਖਾਂ 'ਚ। ਕਰਮ ਕਾਂਡ ਨੇ ਸਵੇਰੇ ਉੱਠ ਕੇ ਕੀਰਤਨ, ਇਹ ਕਰਮ ਕਾਂਡ ਹੈ ਸਭ, ਹੋਰ ਕੀ ਹੈ? ਸਵੇਰੇ ਉੱਠ ਕੇ ਜੋ ਮਰਿਆਦਾ ਬਣਾਈ ਹੈ ਸਭ ਕਰਮ ਕਾਂਡ ਹੈ। ਮਰਿਆਦਾ ਹੁੰਦੀ ਕਰਮ ਕਾਂਡ ਦਾ। ਤੂੰ ਜਿੱਥੇ ਕਰਮ ਕਾਂਡ ਆਊ ਮਰਿਆਦਾ ਉੱਥੇ ਆਊ। ਪਹਿਲਾਂ ਸਾਡੇ ਕਰਮ ਕਾਂਡ ਥਾ ਨਹੀਂ, ਸਾਡੇ ਮਰਿਆਦਾ ਥੀ ਨਹੀਂ, ਸਾਡੇ ਰਹਿਤ ਸੀ। ਗੁਰੂ ਘਰ 'ਚ ਕੇਵਲ ਰਹਿਤ ਸੀ, ਮਰਿਆਦਾ ਨਹੀਂ ਸੀ। ਰਹਿਤ ਦਾ ਮਤਲਬ ਹੈ ਜੋ ਬਾਣੀ ਕਹਿੰਦੀ ਉਹ ਮੈਂ ਚੱਲਣਾ, ਬਸ। ਬਹੁਤੀ ਗੱਲ ਹੀ ਨਹੀਂ ਹੈ। ਪੜ੍ਹੀ ਜਾਏ ਸਾਰਾ ਦਿਨ ਜਾਓ, ਚਾਹੇ ਨਾ ਪੜ੍ਹੀ ਜਾਓ, ਚੱਲੋ ਬਾਣੀ ਅਨੁਸਾਰ, ਗੁਰਬਾਣੀ ਅਨੁਸਾਰ। ਪਾਠ ਕਰੀ ਜਾਓ, ਕੋਈ ਜੇ ਸਾਰਾ ਦਿਨ ਪਾਠ ਕਰੀ ਜਾਓ, ਚੱਲੋ ਨਾ, ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਥੋੜੀ ਜਿਹੀ ਬਾਣੀ ਪੜ੍ਹ ਕੇ ਸਮਝ ਕੇ ਉਹਦੇ ਅਨੁਸਾਰ ਮਨ ਨੂੰ ਢਾਲੋ। ਗੱਲ ਤਾਂ ਚੱਲਣ ਦੀ ਹੈ ਨਾ। ਚੱਲਣ ਰਤਨ ਸੇ, ਜਿਹੜੇ ਪਹਿਲਾਂ ਸਮਝ ਲੈਂਦੇ ਨੇ, ਚੱਬ ਕੇ ਵਿਚਾਰ ਲੈਂਦੇ ਨੇ ਨਾ ਗੁਰਬਾਣੀ। ਜਿਵੇਂ ਰੋਟੀ ਆਪਾਂ ਜ਼ਿਆਦਾ ਚੱਬ ਕੇ ਖਾਂਦੇ, ਚੱਬਣ ਚੱਲਣ ਫਿਓ ਤੇ ਚੱਲਣ। ਰਤਨ ਸੇ, ਉਹਨਾਂ ਨੂੰ ਰੰਗ ਚੜ੍ਹਦਾ, ਉਹ ਰਤਨ ਬਣ ਜਾਂਦੇ ਨੇ। ਉਹੀ ਉਹਨਾਂ ਨੂੰ ਰੰਗ ਚੜ੍ਹ ਜਾਂਦਾ, ਹੀਰੇ ਲਾਲ ਰਤਨ ਉਹੀ ਬਣਦੇ ਨੇ। ਰਤਨ ਸੇ ਸੁਣੀਆਂ ਬਹਿ ਗਏ, ਜਿਹੜੇ ਸੁਣ ਕੇ ਰਹਿ ਗਏ ਉਹ ਬਹਿ ਗਏ। ਉਹ ਕਲਪਨਾ ਦੀ ਕਾਲੀ ਧਾਰ 'ਚ ਡੁੱਬ ਗਏ। ਬੂਢੇ ਕਾਲੀ ਧਾਰ,
ਸੁਣੀ ਔਰ ਬਹਿ ਗਏ ਤਾਂ ਬਹਿ ਗਏ। ਜਿਹੜੇ ਮੁੱਤੀ ਇਹ ਹੈਗੀ ਹੈ ਗੁਰਮਤ। ਇਹ 'ਚ ਕੋਈ ਕਰਮ ਨਹੀਂ। ਕਰਮ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਕਰਮ ਦਾ ਹੱਥ ਪੈਰ ਨਾ ਕਰਨਾ, ਉਹ ਤਾਂ ਸੇਵਾ ਹੈ। ਉਹ ਕਰਮ ਕਾਹਦਾ? ਸ਼ਬਦ ਵਿਚਾਰ ਕਰਕੇ ਉਹਦੇ ਅਨੁਸਾਰ ਮਨ ਨੂੰ ਚਲਾਉਣਾ। ਇੱਥੇ ਮਰਿਆਦਾ ਦੀ ਕੋਈ ਗੱਲ ਨਹੀਂ। ਮਰਿਆਦਾ ਦੀ ਇੱਥੇ ਕਿਹੜੀ ਗੱਲ ਹੈਗੀ? ਸਾਰਾ ਦਿਨ ਘੋੜੇ ਸਾਹਮਣੇ ਤੇ ਕੰਮ ਕਰਦੇ ਸੀ। ਸੁਬਾਹ ਦੋ ਅੱਧਾ ਘੰਟਾ ਜਿਹੜਾ ਸੀ ਉਪਦੇਸ਼ ਸੁਣ ਲਿਆ, ਜੋ ਵੀ ਉਹ ਕਹਿੰਦੇ ਸਮਝਾਉਂਦੇ ਸੀ ਗੱਲ ਗੁਰਬਾਣੀ ਗੁਰੂ ਤੇ। ਸਾਰਾ ਦਿਨ ਕੰਮ ਕਰਦੇ ਸੀ। ਹੱਥ ਪੈਰ ਕਰ ਕੰਮ ਸਭ ਚੇਤਨਾ ਨਾਲ। ਇਹ ਸਾਰਾ ਹੀ ਮਰਿਆਦਾ ਨੇ ਵਿਗਾੜਿਆ ਕੰਮ। ਮਰਿਆਦਾ ਬਸ, ਰਹਿਤ ਕੁਛ ਨਹੀਂ ਹੈ। ਮਰਿਆਦਾ ਮਰਿਆਦਾ ਹੈ ਇੱਕ, ਬਸ ਕੰਮ ਕਰਦੇ ਰਹਿਣਾ, ਅਸਰ ਕੋਈ ਨਹੀਂ। ਉੱਥੇ ਅਸਰ ਹੈ, ਕੰਮ ਕਰਨਾ ਘੱਟ ਹੈ, ਅਸਰ ਜ਼ਿਆਦਾ। ਅਸਰ ਤੇ ਹੀ ਮਤਲਬ ਉੱਥੇ। ਅਗੰਜ ਆਦਿ ਦੇਵ ਹੈ ਕਹੋਂ ਸੋ ਕੈਸ ਪਾਈਐ। ਅਗੰਜ ਆਦਿ ਦੇਵ ਹੈ ਕਹੋਂ ਸੋ ਕੈਸ ਪਾਈਐ। ਹੁਣ ਦੱਸੋ ਪਾਈਏ ਕਿਵੇਂ? ਉੱਪਰ ਤਾਂ ਦੱਸਿਆ ਹੈ ਸਭ ਕੁਝ। ਉੱਪਰ ਤਾਂ ਦੱਸਿਆ ਹੈ, ਹੁਣ ਪ੍ਰਾਪਤੀ ਹੈ। ਦੱਸੋ ਟਾਰਗੇਟ ਸਾਡਾ ਪ੍ਰਾਪਤੀ ਦਾ, ਉਸ ਦੇਵ ਦਾ। ਅੰਤਰਾਤਮਾ ਦੀ ਆਪਣੇ ਮੂਲ ਆਦੇਵ ਕੌਣ? ਇਹਦਾ ਮੂਲ ਹੀ ਆਦੇਵ ਹੈ। ਆਪਣਾ ਮੂਲ ਪਛਾਣ। ਹੁਣ ਉਹ ਮੂਲ ਨਾਲ ਕਿਵੇਂ ਜੁੜੀਏ? ਆ ਕਰਤਾ ਸੀਗਾ ਕੁਛ ਰਹੇ ਉੱਪਰ ਜੋ ਦੱਸਿਆ ਹੋਇਆ। ਅਗੰਜ ਆਦਿ ਦੇਵ ਹੈ ਕਹੋਂ ਸੋ ਕੈਸ ਪਾਈਐ। ਕਹੋਂ ਸੋ ਕੈਸ ਪਾਈਏ। ਦੱਸੋ ਕਿਵੇਂ ਪਾਈਏ? ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਅਗੰਜ ਆਦਿ ਦੇਵ ਹੈ ਹੀ ਇੱਥੇ ਲਿਖਿਆ ਸੀ। ਅਗੰਜ ਆਦਿ ਦੇਵ ਹੈ ਸ਼ੁਰੂ ਚ ਲਿਖਿਆ ਸੀ, ਪਹਿਲੀ ਪੰਕਤੀ ਚ। ਐਸ ਆਖਰੀ ਪੰਕਤੀ ਚ ਇੱਥੇ ਅਗੰਜ ਆਦਿ ਦੇਵ ਹੀ ਲਿਖਿਆ। ਇਹ 5 ਪਦੇ ਆਏ ਨੇ ਇਹਦੇ ਚ। 5 ਪਦਿਆਂ ਦੇ ਤੇ 5ਵੇਂ ਪਦ ਤੱਕ ਰਿਜ਼ਲਟ ਕੱਢਿਆ। ਉਹ ਜਿਹੜਾ ਅਗੰਜ ਆਦਿ ਦੇਵ ਸੀ ਸ਼ੁਰੂ ਚੱਲਿਆ, ਉਹੀ ਅਗੰਜ ਆਦਿ ਦੇਵ ਨੂੰ ਦੱਸੋ ਪ੍ਰਾਪਤੀ ਕਿਵੇਂ ਕਰੀਏ? ਹੋ ਤਾਂ ਆ ਕੁਛ ਰਿਹਾ। ਉਹ ਕੀ ਕਰ ਰਿਹਾ? ਸਾਰਿਆਂ ਨੂੰ ਅਕਲ ਦੇ ਰਿਹਾ, ਸਾਰੇ ਸੰਸਾਰ ਨੂੰ ਪੈਦਾ ਕਰ ਰਿਹਾ, ਉਹਦਾ ਮਾਲਕ ਹੈ। ਹਰ ਕਿਸਮ ਦੀ ਨੌਲੇਜ ਗਿਆਨ ਦੇ ਰਿਹਾ। ਉਹਦੀ ਪ੍ਰਾਪਤੀ ਦੱਸੋ ਕਿਵੇਂ ਕਰੀਏ? ਇਹ ਟਾਰਗੇਟ ਹੈ ਸਿੱਖ ਦਾ, ਪ੍ਰਾਪਤੀ ਦਾ। ਅੱਜ ਕਿਸੇ ਦਾ ਟਾਰਗੇਟ ਹੈ ਕੀ? ਜੋ ਕੁਝ ਹੋ ਰਿਹਾ ਤੇ ਕਰਮ ਕਾਂਡ ਉਹਦੇ ਨਾਲ ਪ੍ਰਾਪਤੀ ਹੈ। ਤੇ ਕੀ 300 ਸਾਲ ਪਿਛਲੇ ਚ ਕਿਸੇ ਤੋਂ, ਜਾਂ 100, ਚਲੋ 1925 ਤੋਂ ਹੀ ਲਾ ਲਓ, ਪਹਿਲਾਂ ਛੱਡੋ। ਜੱਦਾ ਅਕਾਲੀਆਂ ਦੇ ਕੋਲ ਗੁਰਦੁਆਰਾ ਨੇ, ਕਿਸੇ ਨੇ ਪ੍ਰਾਪਤੀ ਹੋਈ ਕਿਸੇ ਨੂੰ? 85 ਸਾਲ ਹੋ ਗਏ 1925 ਤੋਂ ਹੁਣ ਤੱਕ। 75 ਉਹ 10 ਹੈ 85 ਸਾਲ ਚ ਇੱਕ ਬੰਦੇ ਨੇ ਪ੍ਰਾਪਤੀ ਕੀਤੀ। ਜੇ ਕਿਉਂ ਨਹੀਂ, ਜੇ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ? ਜਵਾਬ ਕੌਣ ਦਊਗਾ? ਕਿਉਂ ਨਹੀਂ ਹੋਈ? ਕੀ ਕਰਦੇ ਸੀ ਤੁਸੀਂ? ਫਿਰ ਇਹ ਸਭ ਕੁਝ ਤਾਂ ਕੀ ਕਰਾਉਣਾ ਜੇ ਉਹਦਾ ਰਿਜ਼ਲਟ ਕੁਝ ਨਹੀਂ ਹੈ। ਜਿਹੜੀ ਚੀਜ਼ ਦਾ ਰਿਜ਼ਲਟ ਕੁਝ ਨਹੀਂ, ਉਹ ਧਰਮ ਫੇਲ ਹੋ ਜਾਂਦਾ ਹੁੰਦਾ। ਉਂਗਲੀ ਕਿਉਂ ਉੱਠਣ ਲੱਗੀ ਅੱਜ? ਸਿੱਖੀ ਨੇ, ਗੁਰਮਤਿ ਨੇ ਸਾਰੇ ਧਰਮਾਂ ਵੱਲ ਉਂਗਲੀ ਉਠਾਈ ਹੈ। ਅੱਜ ਇਹਨਾਂ ਵੱਲ ਉਂਗਲੀ ਕਿਉਂ ਉੱਠਦੀ ਹੈ? ਸਿੱਖ ਵੀ ਉਠਾ ਰਹੇ ਨੇ ਅੰਦਰੋਂ ਉਂਗਲੀ ਇਹਨਾਂ ਵੱਲ। ਅਸੀਂ ਤਾਂ ਸਾਰਿਆਂ ਵੱਲ ਉਂਗਲੀ ਉਠਾਉਣੇ ਰਹੇ ਹਾਂ। ਗੁਰਬਾਣੀ ਤਾਂ ਸਾਡੇ ਵੱਲ ਅੱਜ ਜਿਹੜੀ ਉਂਗਲੀ ਉੱਠਦੀ ਹੈ, ਇਹ ਕਿਉਂ ਉੱਠਦੀ ਹੈ? ਬਸ ਇਹੀ ਵਿਸ਼ਾ ਵਿਚਾਰਨ ਦਾ। ਅਸੀਂ ਜੋ ਕੋ ਸਾਨੂੰ ਕਿਹਾ ਸੀ ਉਹ ਨਹੀਂ ਕਰ ਰਹੇ। ਉਹ ਨਹੀਂ ਕਰ ਰਹੇ। ਉਹ ਤੇ ਬਿਲਕੁਲ 180 ਡਿਗਰੀ ਤੇ ਉਲਟ ਜਾ ਰਹੇ ਹਾਂ। ਤੇ ਅਸੀਂ ਆਉਣਾ ਪਊਗਾ ਉਸ ਲਾਈਨ ਤੇ ਮੁੜ ਕੇ।
ਤੇ ਨਹੀਂ ਤਾਂ ਸਿੱਖੀ ਤੋਂ ਖਾਰਜੋਂ ਸਾਰੇ। ਤੁਸੀਂ ਕੀ ਖਾਰਜ ਕਰਨਾ ਕਿਸੇ ਨੂੰ? ਤੁਸੀਂ ਆਪੇ ਖਾਰਜੋ। ਉਹ ਗੁਰੂ ਨੇ ਕਰਨਾ ਖਾਰਜ। ਇਹਨੂੰ ਸਿੱਖੀ ਤੋਂ ਖਾਰਜ ਨਹੀਂ ਅਸੀਂ ਕਹਿ ਸਕਦੇ, ਇਹਨੂੰ ਸੋਸ਼ਲ ਬਾਈਕਾਟ ਕਹਿ ਸਕਦੇ ਹਾਂ। ਇਹ ਕਰਦੇ ਨਾ ਸਿੱਖੀ ਚੋਂ ਸੋਸ਼ਲ ਬਾਈਕਾਟ ਕਹਿ ਸਕਦੇ ਹਾਂ ਅਸੀਂ। ਆਪਣੀ ਸੁਸਾਇਟੀ ਚੋਂ ਖਾਰਜ ਕਰਤਾ ਉਹਨੂੰ। ਗੁਰੂ ਨਾਲ ਨਹੀਂ ਕੋਈ ਕਿਸੇ ਨੂੰ ਤੋੜ ਸਕਦਾ। ਗੁਰੂ ਨਾਲ ਤਾਂ ਸਾਡੀ ਫਿਰ ਨਾ ਕੋਈ ਜੋੜਨ ਦਾ ਦੇ ਸਕਦਾ ਨਾ ਤੋੜਨ, ਇਹ ਤਾਂ ਉਹਦੇ ਹੱਥ ਹੈ। ਨਾ ਕੋਈ ਜੋੜਨ ਦਾ ਸਰਟੀਫਿਕੇਟ ਦੇ ਸਕਦਾ, ਨਾ ਕੋਈ ਤੋੜਨ ਦਾ ਦੇ ਸਕਦਾ। ਉਹ ਤਾਂ ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ। ਕੱਚਾ ਹੈ ਪੱਕਾ ਸਿੱਖ ਹੈ ਤਾਂ ਦਰਗਾਹ ਜਾ ਕੇ ਪਤਾ ਲੱਗੂਗਾ। ਜਿਹਨੇ ਜੁੜਨਾ ਆਪਣੇ ਵਾਸਤੇ ਜੁੜਨਾ। ਜੇ ਜੁੜਿਆ ਤਾਂ ਗੁਰੂ ਨੂੰ ਪਤਾ ਜੁੜਿਆ, ਨਹੀਂ ਜੁੜਿਆ ਤਾਂ ਉਹਨੂੰ ਵੀ ਪਤਾ। ਉਹਨੂੰ ਕੋਈ ਧੋਖਾ ਨਹੀਂ ਦੇ ਸਕਦਾ। ਹਾਂ ਸੋਸ਼ਲ ਬਾਈਕਾਟ ਹੈ ਇਹ ਕਹਿ ਸਕਦੇ ਹੋ। ਜੇ ਕੋਈ ਨੁਕਸਾਨ ਕਰਦਾ ਜ਼ਿਆਦਾ, ਸਿੱਖੀ ਤੋਂ ਖਿਲਾਫ ਬੋਲਦਾ ਵੀ ਭਾਈ ਇਹਦੀ ਗੱਲ ਸਿੱਖੀ ਵਾਲੀ ਨਹੀਂ ਨਾ, ਇਹ ਨਾ ਮੰਨਿਓ। ਇਹ ਗੱਲ ਚਲੋ ਠੀਕ ਹੈ। ਜੇ ਸਿੱਖੀ ਤੋਂ ਖਿਲਾਫ ਬੋਲਦਾ ਤੁਸੀਂ ਕਹਿ ਸਕਦੇ ਹੋ ਵੀ ਇਹਦੀ ਗੱਲ ਨਾ ਸੁਣਿਓ। ਸਾਡੇ ਕਿਹਾ ਹੀ ਆ, ਪਹਿਲਾਂ ਕਿਹਾ ਹੀ ਹੈ। ਗੁਰੂਆਂ ਵੇਲੇ ਵੀ ਕਿਹਾ, ਜਿਹੜੇ ਖਿਲਾਫ ਬੋਲਦੇ ਸੀ ਇਹਨਾਂ ਦੀ ਗੱਲ ਨਹੀਂ ਸੁਣਨੀ। ਰਾਮ ਰਾਏ ਸੀ, ਧੀਰ ਮਲੀਏ ਸੀ, ਇਹਨਾਂ ਦਾ ਮੇਲ ਨਹੀਂ ਖਾਲਸੇ ਦਾ। ਰਹਿਤਨਾਮੇ 'ਚ ਲਿਖਿਆ ਹੋਇਆ। ਪਹਿਲਾਂ ਧਰਮ ਚਲਾਉਂਦੇ ਸੀ। ਉਹ ਜਿਹਾ ਆ ਉੱਠੇ ਨੇ ਹੁਣ ਦੁਬਾਰਾ। ਉਹ ਜਿਹਾ ਕੁਛ ਕਰਨ ਵਾਲੇ ਆਪਣੀ ਮਰਜ਼ੀ ਦਾ ਧਰਮ। ਜੋਗਿੰਦਰ ਸਿੰਘ ਸਪੋਕਸਮੈਨ ਆ ਜਿਹੜੇ ਦੁੱਕੇ ਤਿੱਕੀਆਂ ਨੇ, ਹੁਣ ਉੱਠੀਆਂ ਵਿੱਚ ਆ ਲੱਗ ਗਿਆ ਦਰਸ਼ਨ ਸਿੰਘ ਜਹੇਦਾਰ। ਦੇਖ ਲੈਣ ਕਰਕੇ ਚਲਾ ਲੈਣ। ਇਹ ਬਰਾਬਰ ਚਲਾਉਣ, ਵਧੀਆ ਚਲਾ ਕੇ ਦਿਖਾਉਣ, ਫਿਰ ਮੰਨਦੇ ਹਾਂ। ਕੁਛ ਕਰਕੇ ਦਿਖਾਉਣ ਫਿਰ ਲੱਗ ਜਾਣਗੇ ਮਗਰ, ਅਸੀਂ ਵੀ ਲੱਗ ਜਾਵਾਂਗੇ ਸਾਰੇ ਹੀ। ਬਣ ਕੇ ਦਿਖਾਉਣ, ਸਾਨੂੰ ਅਰਥੇ ਦੱਸ ਦੇਣ ਗੁਰਬਾਣੀ ਦੇ ਕੀ ਨੇ। ਜੋ ਹੁਣ ਤਾਈਂ ਕੀਤਾ ਇਹਨਾਂ ਨੇ ਉਹ ਵੀ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ। ਜੋ ਅੱਜ ਜਿਹਨੇ ਦਰਸ਼ਨ ਨਾ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਹੀ ਹੈ। ਉਹ ਕੰਮ ਕੀਤਾ ਜਿਹਨੂੰ ਗੁਰਬਾਣੀ ਕਹਿੰਦੇ ਨਹੀਂ ਕਰਨ ਨੂੰ। ਰੋਟੀਆਂ ਖਾਣ ਪੂਰਾ ਤਾਲ ਕੰਮ ਦਾ ਤਾਂ ਸਾਰੀ ਜ਼ਿੰਦਗੀ ਕੀਤਾ। ਉੱਠ ਕੇ ਸਿੱਖਿਆ ਦੇਣ ਲੱਗ ਗਿਆ ਸਾਨੂੰ। ਤੂੰ ਤਾਂ ਆਪੇ ਗੁਰਮਤਿ ਅਨੁਸਾਰ ਨਹੀਂ ਚੱਲਿਆ ਆਪਣੇ ਜੀਵਨ 'ਚ। ਤੂੰ ਤਾਂ ਛੱਜਦਾ ਕੇ ਬੋਲੇ, ਛਾਲਣੇ ਕੀ ਬੋਲੇ। ਤੂੰ ਤਾਂ ਆਪੇ ਛਾਲਣੀ ਹੈ, ਤੈਂ ਕੀ ਬੋਲਣਾ। ਤੂੰ ਗੁਰਮਤਿ ਦੀ ਦੱਸ, ਗੁਰਮਤਿ ਕੀ ਕਹਿੰਦੀ ਹੈ। ਹੁਣ ਤਾਂ ਉਹਦੀ ਗੱਲ ਬਣੂ। ਗੁਰਮਤਿ ਕੀ ਹੈ, ਇਹ ਸਵਾਲ ਦਾ ਜਵਾਬ ਜਿਹੜਾ ਦਊਗਾ। ਇਹ ਸਵਾਲ ਦੇ ਜਵਾਬ ਦੀ ਲੋੜ ਹੈ। ਲੋੜ ਬਹੁਤ ਦੇਰ ਤੋਂ ਇਹਦੀ ਲੋੜ ਹੈ। ਕੋਈ ਜਵਾਬ ਦਿੰਦਾ ਨਹੀਂ। ਗੋਲਕ ਤੇ ਨਿਗਾਹ ਸਾਰਿਆਂ ਦੀ ਵੀ ਗੋਲਕ ਮੇਰੇ ਕੋਲ ਆ ਜਾਏ। ਗੋਲਕ ਦਾ ਜਿਹਨੂੰ ਸੰਗਤ ਦਊਗੀ ਉਹਦੇ ਕੋਲ ਜਾਊਗੀ। ਇਹ ਤਾਂ ਸੰਗਤ ਦੀ ਚੀਜ਼ ਹੈ। ਵੋਟਾਂ ਤੁਹਾਡੀਆਂ ਪਾਈਆਂ ਮੰਨੀਆਂ ਹੋਈਆਂ ਨੇ, ਪੈ ਜਾਣਗੀਆਂ, ਪਤਾ ਲੱਗ ਜੂ ਕਿਹਦੇ ਕੋਲ ਹੈ। ਹਾਂ ਉਹ ਗੋਲਕ ਵਾਲੇ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੂੰ ਇਹ ਕਹਾਂਗੇ ਅਸੀਂ ਜ਼ਰੂਰ ਬਈ ਭਾਈ ਗੁਰਮਤਿ ਅਨੁਸਾਰ ਖਰਚ ਕਰੋ। ਜੇ ਹੁਣ ਤਾਈਂ ਤੁਹਾਨੂੰ ਨੀਂਦ ਆਈ ਰਹੀ ਹੈ, ਗਾਹਾਂ ਨੂੰ ਸੁੱਤੇ ਨਾ ਪਾਓ। ਰਾਇ ਤਾਂ ਦੇਵਾਂਗੇ ਅਸੀਂ ਉਹਨਾਂ ਨੂੰ। ਜ਼ਬਰਦਸਤੀ ਤਾਂ ਹੋ ਨਹੀਂ ਸਕਦੀ ਜਾਂ ਤੁਸੀਂ ਕਾਨੂੰਨ ਇਹੋ ਜਿਹਾ ਬਣਾਇਆ। ਸੰਗਤ ਦੀ ਚੀਜ਼ ਹੈ। ਸੰਗਤ ਪ੍ਰੈਸ਼ਰ ਪਾਵੇ, ਸੰਗਤ ਤੇ ਪ੍ਰੈਸ਼ਰ ਪਾ ਸਕਦੀ ਹੈ ਨਾ। ਦੱਸਣ ਵਾਲਾ ਤਾਂ ਦੱਸ। ਗੁਰੂ ਨਾਨਕ ਨੇ ਕਿਹੜਾ ਕਹਾ ਜ਼ਬਰਦਸਤੀ ਮੰਦਰਾਂ ਨੂੰ ਮੋੜਤਾ। ਮੰਦਰ ਨਾ ਮੰਨੇ ਉਹਨਾਂ ਨੇ ਨਵੇਂ ਮੰਦਰ ਬਣਾ ਲਏ, ਗੁਰਦੁਆਰੇ ਬਣਾ ਲਏ। ਨਵੇਂ ਤਾਂ ਨਹੀਂ ਹੁਣ ਬਣਨੇ ਰਹਿਣਗੇ। ਤਾਂ ਹੀ ਸੁਧਾਰ ਜ਼ਰੂਰ ਆਊਗਾ। ਸੁਧਾਰ ਆ ਜਾਊਗਾ, ਐਸੀ ਗੱਲ ਕੋਈ ਨਹੀਂ। ਕੋਈ ਸਿੱਖ ਨਹੀਂ ਚਾਹੁੰਦਾ ਅੰਦਰੋਂ ਵੀ ਸੁਧਾਰ ਨਾ ਆਵੇ। ਸੰਗਤ ਨਹੀਂ ਚਾਹੂਗੀ ਕਦੇ ਸੁਧਾਰ ਨਾ ਆਵੇ। ਪਤਾ ਨਹੀਂ ਸੀ ਜਿਹੜੀ ਗੱਲ ਦਾ ਪਤਾ ਨਹੀਂ, ਪਤਾ ਲੱਗ ਜੂ ਸੁਧਾਰ ਵੀ ਆ ਜਾਊਗਾ। ਪਰ ਆਹ ਤਾਂ ਕੋਈ ਤਰੀਕਾ ਨਹੀਂ ਨਾ। ਐਵੇਂ ਇੱਕ ਦੂਜੇ ਦੇ ਚਿੱਕੜ ਛਾਲੀ ਜਾਣਾ, ਇਹ ਕੋਈ ਤਰੀਕਾ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਇੱਕੋ ਜੋਤ ਹੈ ਸਾਰੇ। ਇੱਕ ਤੇ ਘੱਟ ਕਿਸੇ 'ਚ ਨਹੀਂ ਹੈ। ਜਿਹੜਾ ਏਕ ਹੈ ਨਾ ਉਹ ਸਾਰਿਆਂ 'ਚ ਏਕ ਹੈ। ਪਤਾ ਨਾ ਸੁੱਤਾ ਕਿੰਨਾ ਪਿਆ, ਜਾਗਦਾ ਕਿੰਨਾ। ਉਹ ਹਨੇਰਾ ਕਿੰਨਾ, ਚਾਨਣ ਕਿੰਨਾ। ਜਿੰਨਾ ਸੁੱਤਾ ਪਿਆ ਨਾ ਜਾਗਦਾ ਨਹੀਂ ਹੈ, ਉਹਨਾਂ ਵੀ ਸੁਪਨਾ ਹੀ ਹੈ। ਜਿਹੜਾ ਜਾਗਦਾ ਕਹਿੰਦਾ ਨਾ ਉਹ ਜਾਗਦਾ ਨਹੀਂ ਹੈ। ਉਹ ਵੀ
ਵੀ ਨਾ ਜਾਗਦਾ ਨਾ ਸੁੱਤਾ ਸੁਪਨਾ। ਕਿਸੇ ਦਾ ਸੁਪਨਾ ਗਾੜਾ ਹੈ, ਕਿਸੇ ਦਾ ਸੁਪਨਾ ਸੂਖਮ ਹੈ। ਗਾੜੇ ਜਿਹੜੀ ਨੀਂਦ ਵਿੱਚ ਸੁੱਤੇ ਨੇ, ਗਾੜੀ ਦੇ ਵਿੱਚ ਸੁੱਤੇ ਨੇ ਨਾ, ਉਹਨਾਂ ਨੂੰ ਗਿਆਨ ਘੱਟ ਹੈ, ਭਰਮ ਜ਼ਿਆਦਾ ਹੈ। ਜਿਨ੍ਹਾਂ ਨੂੰ ਨੀਂਦ ਹਲਕੀ ਹੈ ਨਾ, ਜਾਗੂ ਵਿੱਚੋਂ ਵਾਲੀ ਨੀਂਦ ਹੈ, ਉਹ ਜਾਗ ਬਣਨਗੇ। ਨੀਂਦ ਵੀ ਤਾਂ ਹੁੰਦੀ ਹੈ, ਸਿਆਣੇ ਬੰਦੇ ਦੀ ਅੱਖ ਫਟ ਖੁੱਲ ਜਾਂਦੀ ਹੈ, ਬੜੀ ਬੜਕਣਾ। ਕਈਆਂ ਨੂੰ ਥਲ ਬਥਲ ਕਰੀਏ ਤਾਂ ਨਹੀਂ ਪਤਾ ਹੁੰਦਾ। ਉਹ ਸਿਆਣਾ ਵੀ ਹੋ ਸਕਦਾ, ਨਿਆਣਾ ਵੀ ਹੋ ਸਕਦਾ। ਕਈ ਨਿਆਣਿਆਂ ਦੀ ਵੀ ਅੱਖ ਛੇਤੀ ਖੁੱਲ ਜਾਂਦੀ ਹੈ। ਹੁਣ ਜਿਹੜੇ ਮਦ ਹੋਸ਼ ਪਏ ਨੇ, ਜਿਵੇਂ ਕੋਈ ਦਾਰੂ ਪੀ ਕੇ ਪਿਆ ਹੁੰਦਾ, ਉਹਨੂੰ ਕੌਣ ਜਗਾਊਗਾ? ਹੁਣ ਨਸ਼ੇ 'ਚ ਪਏ ਨੇ ਜਿਹੜੇ, ਮਾਇਆ ਦੇ 'ਚ, ਹੰਕਾਰ ਦੇ 'ਚ, ਉਹਨਾਂ ਨੂੰ ਕੌਣ ਜਗਾਵੇ? ਇਹ ਦੁਰਮਤ ਦੇ ਨਸ਼ੇ ਜਿਹੜੇ ਪਏ ਨੇ, ਦੁਰਮਤ ਦੇ ਨਸ਼ੇ 'ਚ ਸੁੱਤੇ, ਉਹਨਾਂ ਦਾ ਜਾਗਣਾ ਔਖਾ ਹੈ। ਜਿਨ੍ਹਾਂ ਦੇ ਅੰਦਰ ਥੋੜਾ ਜਿਹਾ ਗੁਰਮਤ ਦਾ ਚਲਿਆ ਗਿਆ ਨਾ, ਅਲਪਹਾਰ ਸੁਲਪਸੀ ਨਿੰਦਰਾ, ਜਿਹਦੇ ਅੰਦਰ ਥੋੜਾ ਜਿਹਾ ਵੀ ਗਿਆਨ ਚਲਿਆ ਗਿਆ ਨਾ, ਆਹ ਗੱਲ ਕੰਨਾਂ 'ਚ ਚਲੀ ਗਈ, ਉਹਨਾਂ ਦੀ ਨਿੰਦਰਾ ਸੁਲਪ ਹੋ ਜੂਗੀ, ਜਾਗੋ ਵਿੱਚ ਹੋ ਜਾਣਗੇ। ਅਲਪ ਆਹਾਰ ਥੋੜਾ ਜਿਹਾ ਖਾ ਲੈਣਗੇ ਜਿਹੜੇ ਗੁਰਮਤ ਦਾ ਭੋਜਨ ਗਿਆਨ। ਅਲਪ ਆਹਾਰ ਸੁਲਪ ਸੀ ਨਿੰਦਰਾ, ਨਿੰਦਰਾ ਐਸੀ ਹੋ ਜੂ, ਜਾਗੋ ਵਿੱਚ ਵਾਲੀ ਹੋ ਜੂ। ਦਇਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਵੋ ਹੋਏ ਵੋ ਤ੍ਰੈ ਗੁਣ ਅਤੀਤ। ਤਿੰਨ ਗੁਣ ਤੇ ਅਤੀਤ ਹੋ ਜਾਣਗੇ। ਦਸਮ ਪਾਤਸ਼ਾਹ ਦਾ ਸ਼ਬਦ ਹੈ, ਸ਼ਬਦ ਹਜ਼ਾਰੇ। ਜਾਣਦਾ ਦਿਓ ਅੰਦਰ। ਕਬੀਰ ਨੇ ਕਹਿੰਦਾ, ਸੋ ਰਹਿਮਤ ਦੇ ਪਵਨ ਚ ਘੋਰਿਆ, ਆਕਾਸ਼ੇ ਫਰਫਰਿਆ, ਸਹਿਜ ਸੁਨ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹਿ ਕਬੀਰ ਮੈਂ ਤਾਂ ਕਾ ਸੇਵਕ ਜਿਨੇ ਬਿਰਵਾ ਦੇਖਿਆ। ਉਹ ਤੋਂ ਜੰਮਦਾ ਇੱਕ ਹੋ ਕੇ, ਸਹਿਜ ਸੁਨ ਇੱਕ ਬਿਰਵਾ, ਇੱਕ ਬੂਟਾ ਪੈਦਾ ਹੋਇਆ। ਪੈਦਾ ਹੋਇਆ ਤਾਂ ਕਬੀਰ ਨੇ ਕਹਿਤਾ ਤਾ, ਪਰ ਨਾਨਕ ਕਹਿੰਦਾ ਇੱਕ ਹੋਏ ਤਾਂ ਉਗਵੇ, ਇੱਕ ਹੋਵੇ ਤਾਂ ਹੀ ਜੰਮੇ। ਕਿਸੇ ਨੇ ਪੁੱਛਿਆ ਉਹ ਜੀ ਕਿਵੇਂ ਆ ਕਬੀਰ ਕੀ ਕਹਿੰਦਾ, ਕਿਉਂ ਨਹੀਂ ਜੰਮਦਾ, ਕਿਵੇਂ ਜੰਮਦਾ? ਉਹਨਾਂ ਨੇ ਜਵਾਬ ਦਿੱਤਾ, ਇੱਕ ਹੋਏ ਤਾਂ ਉਗਵੇ, ਚਿੱਤ ਮਨ ਇੱਕ ਹੋਵੇ ਉੱਗੇ ਆਉਂਦਾ। ਉਗਦਾ ਜ਼ਿਆਦਾ ਜਾਂ ਇੱਕ ਹੁੰਦਾ? ਇੱਕ ਹੋਏ ਤਾਂ ਉਗਵੇਂ, ਰੁੱਤੀ ਹੋ ਰੁੱਤ ਹੋਏ, ਫਿਰ ਰੁੱਤ ਹੋਵੇ। ਨਾਮ ਦੀ ਵਰਖਾ ਹੁੰਦੀ ਹੋਵੇ ਮਾੜੀ ਮੋਟੀ, ਥੋੜਾ ਬਹੁਤਾ ਤਾਂ ਚਾਰ ਕਣੀਆਂ ਪਈਆਂ ਹੀ ਹੋਣ ਜੀ। ਜੇ ਧਰਤੀ ਗਿੱਲੀ ਹੋ ਜਾਏ, ਬੀਜ ਪਿਆ ਸਾਰੇ ਜੰਮੇ ਹੁੰਦਾ ਧਰਤੀ 'ਚ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਾੜ ਬਾੜ ਕਿਸੇ 'ਚ ਨਹੀਂ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਕਾੜ। ਬਾੜ ਕਾੜ ਹੁੰਦਾ ਵੀ ਨਹੀਂ ਹੁੰਦਾ। ਪਰ ਸੁੱਤਾ ਪਿਆ ਕਿੰਨਾ, ਜਾਗਦਾ ਕਿੰਨਾ, ਇਹ ਫਰਕ ਹੈ ਸਾਰਿਆਂ 'ਚ ਪੂਰਾ ਹੋਇਆ। ਕਿਸੇ ਨਾਲ ਕੋਈ ਦਰਾਇਤ ਨਹੀਂ ਕੀਤੀ ਹੋਈ, ਘੱਟ ਵੱਧ ਦਿੱਤਾ ਹੋਇਆ। ਕਿਸੇ ਕੋ ਅਗਿਆਨਤਾ ਜ਼ਿਆਦਾ, ਕਿਸੇ ਕੋ ਗਿਆਨ ਜ਼ਿਆਦਾ। ਨਾ ਲੈਂਦੇ ਅਗਿਆਨਤਾ, ਉਹ ਅਗਿਆਨਤਾ ਹੁਣ ਕਮਾਈ ਜਾਂਦੇ ਨੇ, ਭਰਮ ਹੁਣ ਨਹੀਂ ਵਧਾਈ ਜਾਂਦੇ। ਮਾੜਾ ਫੇਰਨ ਵਾਲੇ ਭਰਮੇ ਵਧਾਉਂਦੇ ਨੇ, ਨਾ ਵਧਾਉਣਾ ਆਪਣਾ, ਘਟਾ ਲੈਣ, ਗਿਆਨ ਲੈ ਲੈਣ, ਗੁਰਬਾਣੀ ਦਾ ਸ਼ਬਦ ਵਿਚਾਰ 'ਚ ਲੱਗ ਜਾਣ, ਭਰਮ ਘਟ ਜੂਗਾ। ਸਮਾਧੀ ਕਰਕੇ ਲੰਗਰ ਚਲਾ ਕੇ ਭਰਮੇ ਵਧਾਉਂਦੇ ਨੇ। ਭਰਮੇ ਵਧਾਉਂਦੇ ਨੇ, ਗਿਆਨ ਨਹੀਂ ਹੈ। ਕਾਰ ਸੇਵਾ ਵਾਲਿਆਂ ਦੇ ਭਰਮੇ ਵੱਧਦਾ, ਗਿਆਨ ਹੈ ਨਹੀਂ। ਜੇ ਗਿਆਨ ਹੁੰਦਾ ਛੱਡ ਦਿੰਦੇ ਕੰਮ, ਇਹ ਹੋਰ ਕੰਮ ਲੱਗ ਜਾਂਦੇ। ਫਿਰ ਗੁਰਬਾਣੀ ਪੜ੍ਹਾਉਂਦੇ, ਆਪ ਪੜ੍ਹਦੇ ਪੜ੍ਹਾਉਂਦੇ। ਉਹ ਸੇਵਾ ਤਾਂ ਐਸੀ ਗੁਰਸੇਵਾ, ਗੁਰਸੇਵਾ ਗੁਰ ਸ਼ਬਦ ਵਿਚਾਰ ਹੈ। ਕਾਰ ਸੇਵਾ ਪਤਾ ਨਹੀਂ ਕਿੱਥੋਂ ਕੱਢ ਲਈ ਇਹਨਾਂ ਨੇ, ਕਿੱਥੋਂ ਕੱਢ ਲਈ। ਬੇਕਾਰ ਸੇਵਾ ਨੂੰ ਕਾਰ ਸੇਵਾ ਕਹਿਣ ਲੱਗੇ। ਵਿੱਚ ਵੜ ਕੇ ਦੇਖੋ ਇਹਨਾਂ ਦੇ ਕੀ ਹੈ, ਚੇਲੇ ਕੀ ਕਰਦੇ ਨੇ ਇਹਨਾਂ ਦੇ। ਈਰਖਾ ਕਿੰਨੀ ਹੈ ਇਹਨਾਂ ਦੇ ਵਿੱਚ। ਉਹਨਾਂ ਮਾਇਆ ਆਉਂਦੀ ਹੈ ਕਿੱਥੇ ਕਿੱਥੇ, ਕਿਵੇਂ ਲੱਗਦੀ ਹੈ, ਕਿੱਧਰ ਨੂੰ ਜਾਂਦੀ ਹੈ, ਵਿੱਚ ਬੜੇ ਤੇ ਪਤਾ ਲੱਗਦਾ। ਨਾ ਹਾਨ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀ ਹੈ। ਨਾ ਹਾਨ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀ ਹੈ। ਹਾਨੀ ਕਿਸੇ ਦੇ ਵਿੱਚ ਨਹੀਂ ਹੈ, ਹਾਨ ਹੈ। ਹਾਨੀ ਨਹੀਂ ਹੋ ਰਹੀ ਕੁਛ ਕਿਸੇ ਦੀ, ਕੁਛ ਵੀ।
ਨਾ ਬਾਣ ਹੈ। ਸਮਾਨ ਰੂਪ ਜਾਣੀਏ, ਕਿਸੇ ਵਿੱਚ ਕੋਈ ਘਾਟੇ ਵਾਧੇ ਵਾਲੀ ਗੱਲ ਨਹੀਂ ਪਾਈ ਹੋਈ, ਇੱਕੋ ਜਿਹਾ ਸਾਰਿਆਂ ਜੋਤ ਇੱਕੋ ਜਿਹੀ ਹੈ। ਕਿਸੇ ਨੇ ਆਪਣੀ ਬੁੱਧੀ ਨਾਸ ਕਰ ਲਈ, ਕਿਸੇ ਨੇ ਆਪਣੀ ਬੁੱਧੀ ਪ੍ਰਕਾਸ਼ ਕਰ ਲਈ। ਇੱਕੋ ਜਿਹਾ ਦੇ ਕੇ ਭੇਜੀ ਸੀ ਪੂੰਜੀ ਸਾਰਿਆਂ ਨੂੰ, ਇੱਕੋ ਜਿਹੀ ਪੂੰਜੀ ਲੈ ਕੇ ਆਏ, ਪੈਦਾ ਹੋਏ ਸੀ ਸਾਰੇ। ਜਦ ਸਾਰੇ ਆਏ ਨੇ ਨਾ ਗਰਭ ਜੋਨ ਚ, ਇੱਥੇ ਰਾਮ ਗਰਭ ਚ, ਜਦ ਅੱਬਲ ਅੱਲੋ ਨੂਰ ਜਦੋਂ ਪਾਇਆ, ਸਾਰਾ ਨੂਰ ਇੱਕੋ ਜਿਹਾ ਸੀ, ਸਾਰਾ ਨੂਰ ਹੀ ਹੈ ਨਾ। ਫਿਰ ਨੂਰ ਤਾਂ ਸਭ ਇੱਕੋ ਜਿਹਾ ਸੀ ਭਾਈ, ਘੱਟ ਵੱਧ ਕਿਉਂ ਗਿਆ? ਅੱਜ ਘੱਟ ਵੱਧ ਕਿਉਂ ਲੱਗਦਾ ਹੈ? ਚਾਰ ਮੁੰਡੇ ਹੁੰਦੇ ਨੇ, ਬਾਪ ਦੇ ਅੱਡ ਹੋ ਜਾਂਦੇ ਨੇ, ਇੱਕੋ ਜਿਹੀ ਪ੍ਰਾਪਰਟੀ ਦੇ ਦਿੰਦਾ, ਕੋਈ ਵੱਧ ਜਾਂਦਾ ਕੋਈ ਘੱਟ ਜਾਂਦਾ। ਇਹ ਤਾਂ ਆਪਣੇ ਸਾਹਮਣੇ ਵੀ ਹੁੰਦਾ ਹੀ ਹੈ। ਵੱਧ ਕਿਉਂ ਜਾਂਦਾ, ਘੱਟ ਕਿਉਂ ਜਾਂਦਾ? ਤਾਂ ਹੁਣ ਉਹਨਾਂ ਨੂੰ ਪੁੱਛੋ ਕਿਉਂ ਘੱਟ ਵੱਧ ਗਿਆ? ਜ਼ਿੰਮੇਵਾਰੀ ਉਹਨਾਂ ਦੀ ਹੈ। ਵੱਧ ਘੱਟ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਚਾਹੇ ਉਹ ਰੱਬ ਤੇ ਛੱਡ ਦੇਣ। ਆਪਣਾ ਦੋਸ਼ ਨਹੀਂ ਲੈਂਦਾ ਆਦਮੀ, ਦੂਏ ਤੇ ਛੱਡ ਦੇਵੇ, ਪਰ ਜ਼ਿੰਮੇਵਾਰੀ ਉਹਨਾਂ ਦੀ ਹੋਈ ਹੈ। ਮਕੀਨ ਇਵੇਂ ਸਾਡੀ ਆਪਣੀ ਜ਼ਿੰਮੇਵਾਰੀ ਹੈ, ਕਿਸੇ ਦਾ ਗਿਆਨ ਘਟਿਆ ਹੈ, ਕਿਸੇ ਦਾ ਵਧਿਆ। ਅਸੀਂ ਜ਼ਿੰਮੇਵਾਰੀ ਤੇ ਨਹੀਂ ਭੱਜ ਸਕਦੇ। ਜਿਹੜੇ ਜ਼ਿੰਮੇਵਾਰੀ ਤੇ ਭੱਜਦੇ ਨੇ, ਭਜਾਉਂਦੇ ਨੇ, ਕੌਣ ਨੇ? ਸੰਤ ਨੇ। ਘਾਟਾ ਆਪ ਵੀ ਪਾਈ ਬੈਠੇ ਨੇ ਨਾ, ਤਾਂ ਜ਼ਿੰਮੇਵਾਰੀ ਤੇ ਭਜਾਉਂਦੇ ਨੇ। ਅਗਲਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਭਗਤ ਕਿਉਂ ਨਹੀਂ ਬਣ ਸਕੇ ਹੁਣ ਤਾਈਂ? ਉਹ ਆਪਣੀ ਲੁਕਾਉਣ ਵਾਸਤੇ ਜ਼ਿੰਮੇਵਾਰੀ ਰੱਬ ਤੇ ਛੱਡਦੇ ਨੇ ਸਾਰੇ। ਗੁਰਬਾਣੀ ਨਹੀਂ ਛੱਡਦੀ। ਉਹ ਕਹਿੰਦਾ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਹੈ, ਇਹਨੇ ਪੈਰ ਕੋਹੜਾ ਮਾਰਿਆ। ਤੇਰੇ ਨਾਲ ਹਰ ਵਕਤ ਹੈਗਾ ਉਹ ਗਿਆਨ ਦੇਣ ਵਾਲਾ, ਤੂੰ ਲੈਵੇਂ ਤਾਂ ਦਵੇ। ਤੂੰ ਤਾਂ ਗਿਆਨ ਦੇਣ ਵਾਲੇ ਦੇ ਲੱਤਾਂ ਮਾਰਦਾ, ਉਹ ਤਾਂ ਦੂਰ ਰਹਿੰਦਾ। ਲੱਤ ਮਾਰਨ ਵਾਲੇ ਨੰਦਰ ਤਾਂ ਦੂਰ ਹੀ ਰਹਿੰਦਾ ਹੁੰਦਾ ਕੋਈ। ਉਹ ਤਾਂ ਦੂਰ ਹੀ ਰਹੂ ਤੇ ਫਿਰ ਕੀ ਕਰੂਗਾ ਉਹ? ਗਿਆਨ ਲੈਣ ਦਾ ਜੋ ਮੂਡ ਨਹੀਂ ਹੈ ਇਹਨਾਂ ਦਾ। ਗਿਆਨ ਲੈਣ ਦਾ ਮੂਡ ਹੁੰਦਾ, ਗੁਰਬਾਣੀ ਪੜ੍ਹੇ ਤੇ ਪਤਾ ਲੱਗਦਾ ਵੀ ਅਸੀਂ ਗਲਤੀ ਕੀ ਹੈ ਸਾਡੇ 'ਚ, ਕੀ ਅਸੀਂ ਕਰਨਾ ਸੀ, ਕੀ ਕਰਦੇ ਹਾਂ। ਗੁਰਬਾਣੀ ਨੂੰ ਸਮਝੇ ਆਪ, ਸਿੱਧਾ ਸਿੱਧਾ ਲਿੰਕ ਗੁਰਬਾਣੀ ਨਾਲ ਰੱਖੋ। ਆਪ ਦੂਏ ਤੇ ਸੁਣ ਕੇ ਵੀ ਫਿਰ ਆਪ ਖੋਜੋ। ਦੱਸਣ ਵਾਲੇ ਵੀ ਬਹੁਤ ਉਲਟ ਦੱਸ ਰਹੇ ਨੇ। ਆਪਣੀ ਗੱਲ ਵੀ ਉਲਟ ਲੱਗਦੀ ਹੋਵੇ ਕਿਸੇ ਨੂੰ, ਆਪ ਖੋਜ ਲਵੇ। ਆਪ ਖੋਜੇ ਨਾ, ਤਸੱਲੀ ਕਰੇ ਆਪਣੀ ਵੀ ਗੱਲ ਠੀਕ ਹੈ। ਮਕੀਨ ਉਹ ਮਕਾਨ ਅਪਰਮਾਨ ਤੇਜ ਮਾਨੀਐ। ਮਕੀਨ ਉਹ ਮਕਾਨ ਅਪਰਮਾਨ ਤੇਜ ਮਾਨੀਐ। ਅਪਰਮਾਨ ਤੇਜ ਮਾਨੀਏ। ਅਪਰਮਾਨ ਤੇਜ ਹੈ ਜਿਹੜਾ ਹਿਰਦੇ ਤੇਜ ਹੈ ਨਾ। ਮਕੀਨ ਮਕਾਨ, ਮਕਾਨ ਹਿਰਦੇ ਨੂੰ ਕਹਿੰਦੇ ਨੇ। ਉਹ ਮਕਾਨ ਕਹੇ ਤਾਂ ਉੱਥੇ ਘਰ ਕਿਹਾ ਹੋਇਆ। ਇਹ ਸਾਰਾ ਜਿਹੜਾ ਤੇਜ ਹੈ ਹਿਰਦੇ ਵਿੱਚ ਆ, ਜਿਹਦੀ ਗੱਲ ਕਰਦੇ ਆ ਪੂੰਜੀ ਦੀ, ਇੱਕੋ ਜਿਹੀ ਲੈ ਕੇ ਆਏ। ਜਿਹੜਾ ਹਿਰਦੇ ਸਾਡੇ ਗਿਆਨ ਹੈ ਨਾ ਅੰਦਰ, ਉਹਦੀ ਗੱਲ ਹੈ, ਬਾਹਰ ਜਾਇਦਾਦ ਦੀ ਗੱਲ ਨਹੀਂ। ਕਿਉਂ ਨਾਮ ਤੋਂ ਬਿਨਾਂ ਧਨ ਮੰਨਦੀ ਹੋਈ ਨਹੀਂ ਗੁਰਬਾਣੀ ਹੋਰ ਕਿਸੇ ਚੀਜ਼ ਨੂੰ। ਪੂੰਜੀ ਤਾਂ ਨਾਮ ਦੀ ਹੈ ਸਾਡੇ ਕੋਲ, ਨਾਮ ਗਿਆਨ ਹੁੰਦਾ। ਉਹ ਜਿਹੜੀ ਸੰਸਾਰ ਦੇ ਵਿੱਚ ਜਿਹੜਾ ਗਿਆਨ ਹੈ ਸਾਰੇ ਹੀ ਹੈ, ਉਹ ਹਿਰਦੇ 'ਚ ਹੈ ਤੁਹਾਡੇ, ਜਿਹਨੂੰ ਅਸੀਂ ਬਾਹਰਲਾ ਗਿਆਨ ਕਹਿੰਦੇ ਹਾਂ ਨਾ। ਸਾਰੇ ਸਰਵਿਆਪੀ ਹੈ। ਮਕੀਨ ਤਾਂ ਸਰਵਿਆਪੀ ਹੈ। ਸਰਵਿਆਪੀ ਬਾਹਰ ਦਾ ਪਤਾ ਨਹੀਂ ਲੱਗਣਾ, ਆਪਣੇ ਮਕਾਨ 'ਚੋਂ ਤਾਂ ਪਤਾ ਲੱਗੂਗਾ, ਹਿਰਦੇ 'ਚੋਂ ਤਾਂ ਪਤਾ ਲੱਗੂਗਾ ਨਾ। ਉਹ ਹਿਰਦੇ 'ਚ ਵੀ ਹੈ ਅੰਤਰਾਤਮਾ ਦੀ ਆਵਾਜ਼। ਅਪਰਮਾਨ ਤੇਜ ਮਾਨੀਏ। ਉਹ ਅਪਰਮਾਨ ਤੇਜ ਹੈ। ਉਹ ਤੇਜ ਦਾ ਕੋਈ ਬਾਹਰ ਪ੍ਰਮਾਣ ਨਹੀਂ ਹੈ। ਉਹ ਤੇਜ ਨੂੰ ਕਹਿ ਵੀ ਉਹ ਜਿਹਾ ਹੋਰ ਬਾਹਰ ਕੋਈ ਨਹੀਂ ਦੱਸ ਸਕਦੇ ਕੀ ਹੈ। ਉਹ ਜੀ ਰੋਸ਼ਨੀ ਹੋਰ ਕੋਈ ਨਹੀਂ ਹੈ ਬਾਹਰ। ਤਾਂ ਰੋਸ਼ਨੀ ਆ ਚੰਦ ਸੂਰਜ ਦੀ ਹੋਊਗੀ, ਬਿਜਲੀ ਦੀ ਹੋ ਜੂਗੀ। ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦਾ ਗੁਰਬਨ ਘੋਰ ਅੰਧਾਰ। ਗਿਆਨ ਤੇ ਬਿਨਾਂ ਹਨੇਰਾ ਹੈ। ਉਹ ਗਿਆਨ ਦਾ ਚਾਨਣ ਕਹੇ ਜਾਂਦਾ ਹੈ ਅਪਰਮਾਨ ਤੇਜ ਹੈ।
ਗਿਆਨ ਦਾ ਚਾਨਣ ਕਿਹਾ ਜਾ ਹੁੰਦਾ। ਹੁਣ ਕੀ ਦਸੀਏ ਕਿਹਾ ਜਾ ਹੁੰਦਾ? ਜਿਹਦੇ ਅੰਦਰੋਂ ਦੇਖ ਲਓ, ਜਿੰਨਾ ਗਿਆਨ ਉਹ ਚਾਨਣੇ ਆ ਤੁਹਾਡੇ। ਗੱਲ ਆ ਕਹੀ ਹੋਈ ਹੈ, ਬਾਹਰ ਕੋਈ ਪ੍ਰਮਾਣ ਨਹੀਂ ਇਸ ਤੇਜ ਦਾ। ਇਸ ਤੇਜ ਦਾ ਬਾਹਰ ਕੋਈ ਸਾਡੇ ਕੋਲ ਪ੍ਰਮਾਣ ਨਹੀਂ ਹੈ ਵੀ ਇਹੋ ਜਿਹਾ ਹੁੰਦਾ। ਕਿਸੇ ਚੀਜ਼ ਨਾਲ ਤੁਲਨਾ ਕਰਕੇ ਨਹੀਂ ਦੱਸ ਸਕਦੇ। ਹੀਰੇ ਜਵਾਹਰ ਲਾਲ ਇਹਨਾਂ ਦੇ ਤੇਜ ਵਰਗਾ ਇਹੋ ਜਿਹਾ ਰੋਸ਼ਨੀ ਵਰਗੀ ਵੀ ਰੋਸ਼ਨੀ ਵੀ ਨਹੀਂ ਹੁੰਦੀ। ਉਹ ਆਪਣੀ ਕਿਸਮ ਦੀ ਰੋਸ਼ਨੀ ਹੈ, ਬਸ ਅੰਦਰ ਸਭ ਦੇ ਹੈਗੀ ਹੈ। ਦੇਖ ਲਓ, ਉਹ ਬੁੱਧੀ ਉਹ ਰੋਸ਼ਨੀ ਦਾ ਹੀ ਨਾਮ ਹੈ ਸਾਡੀ। ਜਿਹੜੀ ਸਾਡੇ ਕੋਲ ਅਕਲ ਹੈ ਨਾ, ਉਹ ਰੋਸ਼ਨੀ ਦਾ ਨਾਮ ਹੈ, ਅਕਲ ਹੈ। ਪਜਾਏ ਜੀ ਕਹਿੰਦੀ ਤੇਜ ਅਕਲ ਹੈ, ਉਹ ਜੀ ਤੇਜ ਰੋਸ਼ਨੀ ਹੈ। ਜਿੰਨੀ ਤੇਜ ਅਕਲ ਹੈ ਉਨੀ ਉਹ ਤੇਜ ਰੋਸ਼ਨੀ ਹੈ। ਐਨੀ ਗੱਲ ਤੋਂ ਜ਼ਿਆਦਾ ਨਹੀਂ ਦੱਸ ਸਕਦੇ। ਬਾਹਰ ਕੀ ਹੈ ਦਿਖਾਉਣ ਨੂੰ? ਬਾਹਰ ਤਾਂ ਕੁਝ ਵੀ ਨਹੀਂ ਦਿਖਾਉਣ ਨੂੰ ਹੈ। ਅਪ੍ਰਮਾਣ ਤੇਜ ਹੈ। ਤਾਂ ਨਾ ਦੇਹ ਹੈ ਨਾ ਗੇ ਹੈ, ਨਾ ਦੇਹ ਹੈ ਨਾ ਗੇ ਹੈ, ਨਾ ਜਾਤ ਹੈ ਨਾ ਪਾਤ ਉਹਦੀ ਹੈ। ਤਾਂ ਦੇਹ ਕੋਈ ਨਹੀਂ ਹੈ, ਸਰੀਰ ਕੋਈ ਨਹੀਂ। ਬਾਹਰ ਸਾਰੇ ਦੇਹਾਂ ਨੇ, ਘਰ ਨੇ। ਨਾ ਜਾਤ ਹੈ ਨਾ ਪਾਤ ਹੈ। ਨਾ ਜਾਤ ਹੈ ਨਾ ਪਾਤ ਹੈ। ਉਹ ਸਾਰਿਆਂ ਦੀ ਅਕਲ ਇੱਕੋ। ਦੇਖੋ ਨਾ, ਅਕਲ ਤਾਂ ਸਾਰਿਆਂ ਦੇ ਵਿੱਚ ਹੀ ਹੈ। ਅਕਲ ਦੀ ਵੀ ਕੋਈ ਯਾਦ ਹੁੰਦੀ ਹੈ, ਅਕਲ ਦਾ ਵੀ ਕੋਈ ਘਰ ਹੁੰਦਾ। ਨਿਆਣੇ 'ਚ ਅਕਲ ਘੱਟ ਹੋਵੇ, ਸਿਆਣੇ 'ਚ ਵੱਧ ਹੋਵੇ। ਸਿਆਣੇ 'ਚ ਘੱਟ ਹੋਵੇ, ਨਿਆਣੇ 'ਚ ਵੱਧ ਹੋਵੇ। ਦੇਖੋ ਨਾ, 8ਵੇਂ ਪਾਤਸ਼ਾਹ ਦੀ ਕਿੰਨੀ ਉਮਰ ਹੈ? ਭਗਤਾਂ ਦੇ ਵੀ ਛੋਟੀ ਛੋਟੀ ਉਮਰ ਦੇ ਭਗਤ ਨਹੀਂ। ਬਾਬਾ ਬੁੱਢਾ ਜੀ ਦੀ ਕਿੰਨੀ ਉਮਰ ਹੈ? ਉਹਨਾਂ ਨੂੰ ਛੋਟਿਆਂ ਨੂੰ ਉਰਿਆਈ ਮਿਲਦੀ ਰਹੀ ਹੈ ਉਮਰ 'ਚ। ਇਹ ਤਾਂ ਏਦਾਂ ਹੀ ਚੱਲਦਾ ਹੈ। ਨਾ ਮੰਤਰ ਹੈ ਨਾ ਮਿੱਤਰ ਹੈ, ਨਾ ਤਾਤ ਹੈ ਨਾ ਮਾਤ ਹੈ। ਨਾ ਮੰਤਰ ਹੈ ਨਾ ਮਿੱਤਰ ਹੈ। ਨਾ ਮਿੱਤਰ ਹੈ। ਮਿੱਤਰ ਨਹੀਂ ਹੁਣ ਬਿਰਤ ਹੋਣਾ। ਬਿਰਤ ਤੱਤੇ ਨੂੰ ਬਣਾ ਲੈ। ਨਾ ਮੰਤਰ ਹੈ ਨਾ ਮਿੱਤਰ ਹੈ, ਚਲੋ। ਨਾ ਤਾਤ ਹੈ ਨਾ ਮਾਤ ਹੈ। ਮਿੱਤਰ ਹੈ, ਉਹਦਾ ਮਿੱਤਰ ਨਹੀਂ ਹੋ ਸਕਦਾ। ਬਿਰਤ ਹੋਣਾ ਚਾਹੀਦਾ। ਮਿੱਤਰ ਤਾਂ ਸਾਰਾ ਉਹਨੂੰ ਬਣਿਆ ਹੈ। ਮਿੱਤਰ ਤਾਂ ਜੇ ਤੂੰ ਮਿੱਤਰ ਆ ਸਾਡਾ, ਮਿੱਤਰ ਤਾਂ ਹੈ। ਉਹ ਮਿੱਤਰ ਨਹੀਂ, ਗਲਤ ਮਿਸਪ੍ਰਿੰਟ ਹੋਇਆ। ਸਭ ਕੋ ਉਮੀਦ ਹੈ। ਬਿਰਤ ਹੋਣਾ ਚਾਹੀਦਾ। ਰਾਰਾ ਬੰਬੇ ਨੂੰ ਲੱਗਣਾ ਚਾਹੀਦਾ। ਤੱਤਾ ਮੁਕਤਾ ਚਾਹੀਦਾ। ਨਾ ਮੰਤਰ ਹੈ ਨਾ ਮਿਰਤ ਹੈ, ਨਾ ਬਿਰਤ ਤਾਤ ਹੈ। ਹੈ। ਮ੍ਰਿਤ ਹੈ। ਉਹਦੀ ਬਿਰਤ ਨਹੀਂ ਹੈ, ਮੌਤ ਨਹੀਂ ਹੈ। ਉਹ ਕਹਾਂ ਆਊਗਾ? ਮੌਤ ਨਹੀਂ ਹੈ ਤੂੰ। ਨਾ ਤਾਤ ਹੈ ਨਾ ਮਾਤ ਹੈ। ਹਾਂ, ਮੌਤ ਨਹੀਂ ਹੈ ਤੂੰ। ਕੋਈ ਮੌਤ ਕਹੇ ਮੌਤ ਹੈ, ਉਹ ਮੌਤ ਕੋਈ ਚੀਜ਼ ਨਹੀਂ ਹੁੰਦੀ ਤੇਰੀ। ਨਾ ਮੰਤਰ ਹੈ ਨਾ ਤਾਂ ਤੂੰ ਕੋਈ ਮੰਤਰ ਹੈ, ਨਾ ਤੇਰੀ ਮ੍ਰਿਤਿਉ ਹੈ। ਨਾ ਤਾਤ ਹੈ ਨਾ ਮਾਤ ਹੈ। ਨਾ ਤਾਤ ਹੈ ਨਾ ਮਾਤ ਹੈ। ਨਾ ਤਾਤ ਮਾਤ ਹੈ ਕੋਈ। ਨਾ ਅੰਗ ਹੈ ਨਾ ਰੰਗ ਹੈ, ਨਾ ਸੰਗ ਹੈ ਨਾ ਸੰਗ ਸਾਥ ਨੇ ਹੈ। ਨਾ ਅੰਗ ਹੈ ਨਾ ਰੰਗ ਹੈ ਨਾ ਰੰਗ ਹੈ, ਨਾ ਸੰਗ ਸਾਥ ਨੇ ਹੈ। ਨਾ ਸੰਗ ਸਾਥ ਨੇ ਹੈ। ਜਿਹੜਾ ਤੇਰਾ ਸੰਗ ਸਾਥ ਹੈ ਨਾ, ਸੰਗ ਸਾਥ ਜਿਵੇਂ ਸਰੀਰ ਹੈ। ਜੇ ਸੰਗ ਸਾਥ ਹੈ ਕੋਈ, ਜੇ ਭਗਤਾਂ 'ਚ ਵੀ ਇਹੀ ਗੁਣ ਨੇ। ਆ ਜਿਹੜੇ ਗੁਣ ਨੇ ਭਗਤ ਦੇ ਗੁਣ ਨੇ ਅਸਲ 'ਚ। ਇੱਕ ਆ ਜਿਹੜਾ ਸਰੀਰ ਹੈ ਤੇਰੇ ਸੰਗ ਸਾਥ, ਇਹਦੇ ਨਾਲ ਨਿਉਮ ਨਹੀਂ ਹੈ ਫਿਰ ਤੇਰਾ। ਸੰਗ ਸਾਥ ਨੇ ਹੈ। ਹਾਂ, ਸਰੀਰ ਸੰਗ ਹੈ ਨਾ। ਸਰੀਰ ਨਾਲ ਸੰਗ ਹੈ, ਇਹਦੇ ਨਾਲ ਵੀ ਨਹੀਂ ਬਨਿਓ ਹੈ। ਬਿਰਤ ਨਹੀਂ ਚਾਹੀਦਾ, ਉੱਥੇ ਬਿਰਤੇ ਚਾਹੀਦੀ ਹੈ। ਨਾ ਦੋਖ ਹੈ ਨਾ ਦਾਗ ਹੈ। ਬਿਰਤ ਜਦ ਬਿਰਤ ਨਹੀਂ ਨਾ ਹੈ ਉਹਨੂੰ, ਭਗਤ ਨੂੰ, ਬਿਰਤੂ ਤੇ ਗਾਂ ਚਲਾ ਗਿਆ, ਜਨਮ ਪਦਾਰਥ ਮਿਲ ਗਿਆ। ਜਨਮ ਪਦਾਰਥ। ਫਿਰ ਸਰੀਰ ਜਿਹੜਾ ਇਹਦੇ ਨਾਲ ਨਹੀਂ ਰਹਿੰਦਾ। ਇਹਦੇ ਨਾਲ ਨਹੀਂ। ਬਹੁਤ ਜ਼ਿਆਦਾ ਪੜਤਾਂ ਲਾਤੀਆਂ ਉੱਥੋਂ। ਜਿਹੜੀ ਗੱਲ ਆਪਾਂ ਸਮਝ ਕੇ ਆਏ ਹਾਂ ਨਾ, ਆਦ ਤੋਂ ਜ਼ਿਆਦਾ ਪੜਤਾਂ ਲਾ ਕੇ ਸੌਖੇ ਤਰੀਕੇ ਨਾਲ ਸਮਝਾਇਆ ਹੋਇਆ, ਕਲੀਅਰ ਕੀਤਾ ਹੋਇਆ, ਸੰਗ ਸਾਥ ਨੇ। ਤਾਂ ਕਿ ਪਿੱਛੇ ਜੇ ਕੋਈ ਗਲਤੀ ਰਹਿ ਗਈ ਹੋਵੇ ਕਿਤੇ ਸਮਝਣ ਦੇ ਵਿੱਚ, ਇੱਥੇ ਆ ਕੇ ਭੁਲੇਖਾ ਚੱਕਿਆ ਜਾ। ਨਾ ਸੰਗ ਸਾਥ ਨੇ ਹੈ। ਸੰਗ ਸਾਥ ਆ ਜਿਹੜਾ ਸਰੀਰ ਹੈ। ਸੰਗ ਸਾਥ ਕੀ ਹੁੰਦਾ? ਸਰੀਰ ਹੈ ਸੰਗ ਸਾਥ। ਇਹਦਾ ਨੇ ਕਿੱਥੇ ਸੰਗ ਤਾਂ ਵੀ ਸਰੀਰ ਹੀ ਰਹਿ ਗਿਆ, ਹੋਰ ਕੀ ਹੈ? ਇਹਦਾ ਵੀ ਮੋਹ ਨਹੀਂ ਹੈ। ਨਾ ਦੋਖ ਹੈ ਨਾ ਦਾਗ ਹੈ। ਨਾ ਦੋਖ ਹੈ ਨਾ ਦਾਗ ਹੈ, ਨਾ ਕੋਈ ਔਗਣ ਹੈ ਨਾ ਕੋਈ ਦਾਗ ਹੈ। ਨਾ ਦਵੈਖ ਹੈ ਨਾ ਦੇਹ ਹੈ। ਨਾ ਦੁਆਇ ਹੈ ਨਾ ਦੇਹ ਹੈ। ਨਾ ਦੁਆਇ ਦਾ ਅੰਦਰ ਦੁਆਇਸ਼ ਭਾਵਨਾ ਹੈ, ਨਾ ਸਰੀਰ ਹੈ ਕੋਈ। ਇਹ ਸਾਰਾ ਨਕਸ਼ਾ
ਭਗਤ ਹੈ, ਭਗਉਤੀ ਦੀ ਗੱਲ ਚੱਲਦੀ ਹੈ ਨਾ ਵਿੱਚ, ਗੱਲ ਤਾਂ ਭਗਉਤੀ ਦੀ ਚੱਲਦੀ। ਗਾਹਾਂ ਤੇ ਲਿਆ ਕੇ ਭਗਤ ਤੇ ਲਿਆ ਕੇ ਗੱਲ ਛੱਡਤੀ। ਉਹ ਆਪਣੀ ਗੱਲ ਕਰ ਰਹੇ ਨੇ ਨਾ ਹੁਣ, ਵੀ ਮੇਰਾ ਸਰੀਰ ਨਾਲ ਮੋਹ ਨਹੀਂ ਹੈ, ਨਾ ਸੰਗ ਸਾਥ ਨੇ ਹੈ, ਨਾ ਸੰਗ ਸਾਥ ਨੇ, ਆਪਣੀ ਗੱਲ ਕਰ ਰਹੇ ਨੇ ਵੀ ਇਸ ਅਵਸਥਾ ਵਿੱਚ ਐ ਹੁੰਦਾ ਹੈ।